ਨੇਮੀਆਂ ਦੀ ਪੁਸਤਕ ਅਧਿਆਇ ਪਹਿਲਾ। ਯਰੂਸ਼ਲਮ ਲਈ ਨੇਮੀਆਂ ਦੀ ਪ੍ਰਾਰਥਨਾ। ਹਕਲਿਆ ਦੇ ਪੁੱਤਰ ਨੇਮੀਆਂ ਦੀਆਂ ਗੱਲਾਂ ਤਾਂ ਇਉਂ ਹੋਇਆ ਕਿ 20ਵੇਂ ਵਰ੍ਹੇ ਕਿਸਲੇਵ ਦੇ ਮਹੀਨੇ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ ਅਤੇ ਮੇਰੇ ਭਗਵਾਂ ਵਿੱਚੋਂ ਹਨਾਨੀ ਅਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ ਤਾਂ ਮੈਂ ਉਹਨਾਂ ਕੋਲ ਉਹਨਾਂ ਬਚਿਆ ਹੋਇਆ ਯਹੂਦੀਆਂ ਦੇ ਵਿਖੇ ਅਤੇ ਉਹਨਾਂ ਅਸ਼ੀਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ ਤਾਂ ਉਹਨਾਂ ਮੈਨੂੰ ਆਖਿਆ, ਉਹ ਬਕੀਆ ਜਿਹੜਾ ਉੱਥੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਸੀ, ਵੱਡੀ ਦੁਰਦਸ਼ਾ ਅਤੇ ਨਿਰਾਦਰੀ ਵਿੱਚ ਹੈ ਅਤੇ ਯਰੂਸ਼ਲਮ ਦੀਆਂ ਕੰਧਾਂ ਢੱਡੀਆਂ ਪਈਆਂ ਹਨ ਅਤੇ ਉਹਨਾਂ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ। ਤਾਂ ਇਉਂ ਹੋਇਆ ਕਿ ਜਦ ਮੈਂ ਇਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੀਕ ਸੋਗ ਕੀਤਾ ਅਤੇ ਵਰਤ ਰੱਖਿਆ ਅਤੇ ਆਕਾਸ਼ ਦੇ ਪਰਮੇਸ਼ਰ ਦੇ ਸਨਮੁਖ ਪ੍ਰਾਰਥਨਾ ਕੀਤੀ ਅਤੇ ਮੈਂ ਆਖਿਆ, ਹੇ ਯਹੋਵਾ ਆਕਾਸ਼ ਦੇ ਪਰਮੇਸ਼ਰ, ਹੇ ਮਹਾਨ ਤੇ ਭੈਯੋਗ ਪਰਮੇਸ਼ਰ, ਤੂੰ ਜੋ ਆਪਣੇ ਪ੍ਰੇਮੀਆਂ ਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਦਇਆ ਅਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ। ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁੱਲੀਆਂ ਰਹਿਣ ਆਪਣੇ ਦਾਸ ਦੀ ਪ੍ਰਾਰਥਨਾ ਸੁਣਨ ਲਈ, ਜਿਹੜੀ ਮੈਂ ਅੱਜ ਤੇਰੇ ਅੱਗੇ ਦਿਨ ਰਾਤ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਪ੍ਰਾਰਥਨਾ ਕਰਦਾ ਹਾਂ। ਅਤੇ ਮੈਂ ਇਸਰਾਏਲੀਆਂ ਦੇ ਪਾਪ ਜਿਹੜੇ ਅਸਾਂ ਤੇਰੇ ਵਿਰੁੱਧ ਕੀਤੇ ਮੰਨ ਲਵਾਂਗਾ। ਹਾਂ, ਮੈਂ ਅਤੇ ਮੇਰੇ ਪਿਓ ਦਾਦਿਆਂ ਦੇ ਘਰਾਣੇ ਨੇ ਤੇ ਪਾਪ ਕੀਤਾ ਹੈ। ਅਸਾਂ ਤੇਰੇ ਵਿਰੁੱਧ ਵੱਡੀਆਂ ਭੈੜੀਆਂ ਗੱਲਾਂ ਕੀਤੀਆਂ ਹਨ ਅਤੇ ਅਸਾਂ ਉਹਨਾਂ ਹੁਕਮਾਂ, ਵਿਧੀਆਂ ਅਤੇ ਨਿਯਮਾਂ ਨੂੰ ਜਿਨ੍ਹਾਂ ਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ਨਹੀਂ ਮੰਨਿਆ। ਉਸ ਗੱਲ ਨੂੰ ਯਾਦ ਕਰ ਜਿਹਦਾ ਤੈਂ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਜੇ ਤੁਸੀਂ ਬੇਈਮਾਨੀ ਕਰੋਗੇ ਤਾਂ ਮੈਂ ਤੁਹਾਨੂੰ ਉਮਤਾਂ ਵਿੱਚ ਖਿਲਾਰ ਦੇਵਾਂਗਾ। ਜੇ ਤੁਸੀਂ ਮੇਰੀ ਗੱਲ ਵੱਲ ਮੁੜੋ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਕੇ ਤੁਸੀਂ ਉਹਨਾਂ ਨੂੰ ਪੂਰਾ ਕਰੋ ਤਾਂ ਮੈਂ ਤੁਹਾਡੇ ਵਿੱਚੋਂ ਧੱਕਿਆਂ ਹੋਇਆਂ ਨੂੰ, ਭਾਵੇਂ ਉਹ ਆਕਾਸ਼ ਦੇ ਆਖਰੀ ਕੰਢਿਆਂ ਉੱਤੇ ਹੋਣ, ਉੱਥੇ ਮੈਂ ਉਹਨਾਂ ਨੂੰ ਇਕੱਠੇ ਕਰਕੇ ਉਸ ਅਸਥਾਨ ਵਿੱਚ ਲਿਆਵਾਂਗਾ ਜਿਹੜਾ ਮੈਂ ਆਪਣਾ ਨਾਮ ਵਸਾਉਣ ਲਈ ਚੁਣਿਆ ਹੈ। ਉਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੈਂ ਵੱਡੇ ਬਲ ਅਤੇ ਤਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ। ਹੇ ਪ੍ਰਭੂ, ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ, ਆਪਣੇ ਦਾਸਾਂ ਦੀ ਪ੍ਰਾਰਥਨਾ ਉੱਤੇ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵਾਨ ਹਨ। ਅਤੇ ਅੱਜ ਤੂੰ ਆਪਣੇ ਦਾਸ ਨੂੰ ਸਫਲ ਕਰ ਅਤੇ ਇਸ ਮਨੁੱਖ ਦੇ ਅੱਗੇ ਮੈਨੂੰ ਤਰਸਾ ਦਾ ਭਾਗੀ ਬਣਾ। ਮੈਂ ਬਾਦਸ਼ਾਹ ਦਾ ਸਾਕੀ ਹਾਂ। ਅਧਿਆਇ ਦੂਜਾ। ਤਾਂ ਇਉਂ ਹੋਇਆ ਕਿ ਅਰਤਹਸ਼ਤਾ ਬਾਦਸ਼ਾਹ ਦੇ 20ਵੇਂ ਵਰ੍ਹੇ ਨੀਸਾਨ ਦੇ ਮਹੀਨੇ ਵਿੱਚ ਮੈਂ ਉਹਦੇ ਸਾਹਮਣੇ ਸੀ ਤਾਂ ਮੈਂ ਚੁੱਕ ਕੇ ਮੈਂ ਬਾਦਸ਼ਾਹ ਨੂੰ ਦਿੱਤੀ, ਪਰ ਮੈਂ ਉਸਦੇ ਹਜ਼ੂਰ ਪਹਿਲਾਂ ਕਦੀ ਉਦਾਸ ਨਹੀਂ ਸਾਂ ਹੋਇਆ। ਤਦ ਬਾਦਸ਼ਾਹ ਨੇ ਮੈਨੂੰ ਆਖਿਆ, ਤੇਰਾ ਮੂੰਹ ਕਿਉਂ ਉਦਾਸ ਹੈ? ਤੂੰ ਬਿਮਾਰ ਨਹੀਂ ਦਿਸਦਾ। ਇਹ ਤੇਰੇ ਦਿਲ ਦੀ ਉਦਾਸੀ ਬਿਨਾਂ ਹੋਰ ਕੁਝ ਨਹੀਂ। ਤਾਂ ਮੈਂ ਬਹੁਤ ਹੀ ਡਰ ਗਿਆ। ਮੈਂ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ, ਜੁਗੋ ਜੁਗ ਜਿਉਂਦਾ ਰਹੇ। ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ, ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪਿਓ ਦਾਦਿਆਂ ਦੇ ਘਰਾਣੇ ਦੀਆਂ ਕਬਰਾਂ ਹਨ ਤੇ ਹੋਇਆ ਪਿਆ ਹੈ ਅਤੇ ਉਹਦੇ ਫਾਟਕ ਅੱਗ ਨੇ ਖਾ ਲਏ ਹਨ। ਪਾਤਸ਼ਾਹ ਨੇ ਮੈਨੂੰ ਆਖਿਆ, ਤੂੰ ਕੀ ਚਾਹੁੰਦਾ ਹੈ? ਤਾਂ ਮੈਂ ਆਕਾਸ਼ ਦੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਤੇ ਮੈਂ ਬਾਦਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਅਤੇ ਜੇ ਤੁਹਾਡਾ ਦਾਸ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਤੁਸੀਂ ਮੈਨੂੰ ਯਹੂਦਾ ਨੂੰ ਮੇਰੇ ਪਿਓ ਦਾਦਿਆਂ ਦੀਆਂ ਕਬਰਾਂ ਦੇ ਸ਼ਹਿਰ ਵਿੱਚ ਘੱਲ ਦਿਓ ਕਿ ਮੈਂ ਉਹਨਾਂ ਨੂੰ ਬਣਾਵਾਂ। ਤਾਂ ਪਾਤਸ਼ਾਹ ਨੇ, ਜਿਹਦੇ ਕੋਲ ਮਲਕਾਂ ਦੀ ਵੀ ਬੈਠੀ ਸੀ, ਮੈਨੂੰ ਆਖਿਆ, ਤੇਰਾ ਜਾਣਾ ਕਿੰਨੇ ਚਿਰ ਲਈ ਹੈ ਅਤੇ ਤੂੰ ਕਦੋਂ ਮੁੜੇਂਗਾ? ਤਾਂ ਮੇਰਾ ਘੱਲਣਾ ਪਾਤਸ਼ਾਹ ਦੇ ਦਰਬਾਰ ਵਿੱਚ ਚੰਗਾ ਲੱਗਾ ਅਤੇ ਮੈਂ ਉਹਦੇ ਨਾਲ ਇੱਕ ਵੇਲਾ ਠਹਿਰਾ ਲਿਆ। ਮੈਂ ਬਾਦਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬੇ ਦੇ ਹਾਕਮਾਂ ਵਿੱਚ ਪਰਵਾਨੇ ਦਿੱਤੇ ਜਾਣ, ਭਈ ਉਹ ਮੈਨੂੰ ਉੱਥੋਂ ਤੀਕ ਲੰਘਾਉਣ ਕਿ ਮੈਂ ਯਹੂਦਾ ਵਿੱਚ ਪਹੁੰਚ ਜਾਵਾਂ। ਅਤੇ ਇੱਕ ਪਰਵਾਨਾ ਆਸਾਫ ਲਈ, ਜਿਹੜਾ ਪਾਤਸ਼ਾਹੀ ਜੰਗਲ ਦਾ ਰਾਖਾ ਹੈ,
ਮਿਲੇ ਕਿ ਉਹ ਮੈਨੂੰ ਸ਼ਾਹੀ ਮਹਿਲ ਦੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਕੰਧ ਲਈ ਅਤੇ ਉਸਦੇ ਘਰ ਲਈ ਜਿਹਦੇ ਵਿੱਚ ਮੈਂ ਜਾਵਾਂਗਾ ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ। ਤਾਂ ਬਾਦਸ਼ਾਹ ਨੇ ਮੈਨੂੰ ਮੰਨ ਲਿਆ, ਕਿਉਂਕਿ ਮੇਰੇ ਪਰਮੇਸ਼ਵਰ ਦਾ ਨੇਕ ਹੱਥ ਮੇਰੇ ਉੱਤੇ ਸੀ। ਤਦ ਮੈਂ ਦਰਿਆ ਪਾਰ ਦੇ ਹੁਕਮ ਕੋਲ ਗਿਆ ਅਤੇ ਪਾਤਸ਼ਾਹੀ ਪਰਵਾਨੇ ਉਹਨਾਂ ਨੂੰ ਦਿੱਤੇ ਅਤੇ ਪਾਤਸ਼ਾਹ ਨੇ ਮੈਨੂੰ ਮੇਰੇ ਨਾਲ ਫੌਜੀ ਸਰਦਾਰ ਅਤੇ ਅਸਵਾਰ ਘੱਲੇ। ਜਦ ਸਨਬਲਟ ਹੋਰੋਨੀ ਅਤੇ ਟੋਬੀਆ ਅਮੋਨੀ ਟਹਿਲੂਏ ਨੇ ਸੁਣਿਆ ਤਾਂ ਉਹਨਾਂ ਨੇ ਬਹੁਤ ਬੁਰਾ ਮਨਾਇਆ ਕਿ ਇੱਕ ਆਦਮੀ ਇਸਰਾਏਲੀਆਂ ਦੀ ਭਲਾਈ ਦਾ ਚਾਹਵਾਨ ਆਇਆ ਹੈ। ਸੋ ਮੈਂ ਯਰੂਸ਼ਲਮ ਨੂੰ ਆਇਆ ਤੇ ਉੱਥੋਂ 3 ਦਿਨ ਰਿਹਾ ਅਤੇ ਤਾਂ ਮੈਂ ਰਾਤ ਨੂੰ ਉੱਠਿਆ, ਮੈਂ ਅਤੇ ਮੇਰੇ ਨਾਲ ਹੋਰ ਮਨੁੱਖ, ਅਰ ਜਿਹੜਾ ਕੰਮ ਮੇਰੇ ਪਰਮੇਸ਼ਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਲਈ ਕਰਨ ਨੂੰ ਪਾਇਆ ਸੀ, ਮੈਂ ਕਿਸੇ ਨੂੰ ਨਾ ਦੱਸਿਆ ਅਤੇ ਨਾ ਮੇਰੇ ਨਾਲ ਕੋਈ ਪਸ਼ੂ ਸੀ ਛੁੱਟ ਉਸ ਪਸ਼ੂ ਦੇ ਜਿਹਦੇ ਉੱਤੇ ਮੈਂ ਅਸਵਾਰ ਸਾਂ। ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿਕਲ ਕੇ ਨਾਗ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਨੂੰ ਗਿਆ ਅਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਖਾਧੇ ਹੋਏ ਫਾਟਕ ਨੂੰ ਵੇਖਿਆ। ਫਿਰ ਮੈਂ ਚਸ਼ਮੇ ਫਾਟਕ ਤੋਂ ਲੰਘ ਕੇ ਪਾਤਸ਼ਾਹੀ ਤਲਾ ਨੂੰ ਗਿਆ, ਪਰ ਉੱਥੇ ਉਸ ਪਸ਼ੂ ਦੇ ਜਿਹੜਾ ਮੇਰੇ ਹੇਠ ਸੀ ਲੰਘਣ ਲਈ ਕੋਈ ਥਾਂ ਨਹੀਂ ਸੀ। ਫਿਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ ਗਿਆ ਅਤੇ ਕੰਧ ਨੂੰ ਵੇਖ ਕੇ ਮੁੜਿਆ ਤੇ ਵਾਦੀ ਦੇ ਫਾਟਕ ਥਾਣੀ ਮੁੜ ਆਇਆ ਅਤੇ ਰਈਸਾਂ ਨੂੰ ਪਤਾ ਲੱਗਾ ਕਿ ਮੈਂ ਕਿੱਥੇ ਗਿਆ ਤੇ ਕੀ ਕੀਤਾ। ਤੇ ਮੈਂ ਉਸ ਵੇਲੇ ਤੱਕ ਯਹੂਦੀਆਂ ਨੂੰ, ਯਾਜਕਾਂ ਨੂੰ, ਸ਼ਰੀਫਾਂ ਨੂੰ, ਰਈਸਾਂ ਨੂੰ ਅਤੇ ਬਾਕੀਆਂ ਨੂੰ ਜਿਹੜੇ ਕੰਮ ਕਰਦੇ ਸਨ ਨਾ ਦੱਸਿਆ। ਤਦ ਮੈਂ ਉਹਨਾਂ ਨੂੰ ਆਖਿਆ, ਤੁਸੀਂ ਉਸ ਦੁਰਦਸ਼ਾ ਨੂੰ ਵੇਖਦੇ ਹੋ ਜਿਹਦੇ ਵਿੱਚ ਅਸੀਂ ਹਾਂ ਕਿ ਯਰੂਸ਼ਲਮ ਉੱਜੜ ਗਿਆ ਹੈ ਅਤੇ ਉਸਦੇ ਫਾਟਕ ਅੱਗ ਨਾਲ ਸੜ ਗਏ ਹਨ। ਆਓ ਅਸੀਂ ਯਰੂਸ਼ਲਮ ਦੀ ਕੰਧ ਬਣਾਈਏ, ਭਾਈ ਅੱਗੇ ਨੂੰ ਅਸੀਂ ਬੋਲੀ ਵਿੱਚ ਨਾ ਆਈਏ। ਤਦ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਪਰਮੇਸ਼ਵਰ ਦਾ ਹੱਥ ਕਿਸ ਤਰ੍ਹਾਂ ਮੇਰੇ ਉੱਤੇ ਨੇਕੀ ਲਈ ਸੀ ਅਤੇ ਪਾਤਸ਼ਾਹ ਦੀਆਂ ਗੱਲਾਂ ਜਿਹੜੀਆਂ ਉਸ ਮੈਨੂੰ ਆਖੀਆਂ ਸਨ। ਤਾਂ ਉਹਨਾਂ ਆਖਿਆ, ਆਓ ਅਸੀਂ ਉੱਠੀਏ ਤੇ ਬਣਾਈਏ। ਤਾਂ ਉਹਨਾਂ ਨੇ ਇਸ ਨੇਕ ਕੰਮ ਲਈ ਆਪਣੇ ਹੱਥ ਨੂੰ ਤਕੜਿਆਂ ਕੀਤਾ। ਜਦ ਸਨਬਲਟ ਹੋਰੋਨੀ, ਟੋਬੀਆ ਅਮੋਨੀ ਟਹਿਲੂਏ ਅਤੇ ਅਰਬੀ ਗਸ਼ਮ ਨੇ ਸੁਣਿਆ ਤਾਂ ਉਹਨਾਂ ਨੇ ਸਾਡਾ ਮਖੌਲ ਉਡਾਇਆ ਤੇ ਸਾਡੀ ਨਿੰਦਿਆ ਕੀਤੀ ਅਤੇ ਆਖਿਆ, ਇਹ ਕੀ ਗੱਲ ਹੈ ਜਿਹੜੀ ਤੁਸੀਂ ਕਰਦੇ ਹੋ? ਕੀ ਤੁਸੀਂ ਪਾਤਸ਼ਾਹ ਤੋਂ ਆਕੀ ਹੋ ਜਾਓਗੇ? ਤਦ ਮੈਂ ਉਹਨਾਂ ਨੂੰ ਉੱਤਰ ਦੇ ਕੇ ਆਖਿਆ, ਆਕਾਸ਼ ਦਾ ਪਰਮੇਸ਼ਵਰ ਉਹੀ ਸਾਨੂੰ ਸੁਫਲ ਕਰੇਗਾ, ਇਸ ਲਈ ਅਸੀਂ ਉਸਦੇ ਦਾਸ ਉਠਾਂਗੇ ਤੇ ਬਣਾਵਾਂਗੇ, ਪਰ ਨਾ ਤੁਹਾਡਾ ਹਿੱਸਾ, ਨਾ ਹੱਕ, ਨਾ ਯਾਦਗਾਰ ਯਰੂਸ਼ਲਮ ਵਿੱਚ ਹੈ। ਅਧਿਆਇ 3। ਤਾਂ ਅਲੀਆਸ਼ੀਬ ਸਰਦਾਰ ਯਾਜਕ ਅਤੇ ਉਹਦੇ ਯਾਜਕ ਭਰਾ ਉੱਠੇ ਅਤੇ ਉਹਨਾਂ ਨੇ ਭੇਡ ਫਾਟਕ ਨੂੰ ਬਣਾਇਆ ਤੇ ਉਹਨਾਂ ਨੂੰ ਪਵਿੱਤਰ ਕੀਤਾ ਤੇ ਉਹਦੇ ਬੂਹੇ ਖੜੇ ਕੀਤੇ ਅਤੇ ਉਹਨਾਂ ਨੇ ਹੇਮੀਆ ਦੇ ਬੁਰਜ ਤੋਂ ਹਨੇਲ ਦੇ ਬੁਰਜ ਤੀਕ ਉਹਨਾਂ ਨੂੰ ਪਵਿੱਤਰ ਕੀਤਾ। ਉਹਦੇ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਹਦੇ ਅੱਗੇ ਇਮਰੀ ਦੇ ਪੁੱਤਰ ਯਕਰੂ ਨੇ ਬਣਾਇਆ। ਫਿਰ ਮੱਛੀ ਫਾਟਕ ਨੂੰ ਹਸ਼ਨਿਆ ਦੇ ਪੁੱਤਰਾਂ ਨੇ ਬਣਾਇਆ। ਉਹਨਾਂ ਨੇ ਉਹਦੇ ਸ਼ਤੀਰ ਬੀੜੇ ਅਤੇ ਉਹਦੇ ਬੂਹੇ ਅਤੇ ਉਹਦੀਆਂ ਚਿਟਕਣੀਆਂ ਅਤੇ ਉਹਦੇ ਅਰਲ ਲਾਏ ਅਤੇ ਉਹਨਾਂ ਦੇ ਨਾਲ ਹੀ ਹਕੋਸ ਦੇ ਪੋਤਰੇ ਅਤੇ ਉਰੀਆ ਦੇ ਪੁੱਤਰ ਮਰੇਮੋਤ ਨੇ ਮੁਰੰਮਤ ਕੀਤੀ ਅਤੇ ਉਹਨਾਂ ਦੇ ਨਾਲ ਹੀ ਮਸ਼ੇਜਬੇਲ ਦੇ ਪੁੱਤਰ ਬਰਕਿਆ ਦੇ ਪੁੱਤਰ ਮਸ਼ੂਲਾਮ ਨੇ ਮੁਰੰਮਤ ਕੀਤੀ ਅਤੇ ਉਹਨਾਂ ਦੇ ਨਾਲ ਹੀ ਬਿਆਨਾ ਦੇ ਪੁੱਤਰ ਸਾਦੋਕ ਨੇ ਮੁਰੰਮਤ ਕੀਤੀ ਅਤੇ ਉਹਨਾਂ ਦੇ ਨਾਲ ਹੀ ਤਕੋਈਆਂ ਨੇ ਮੁਰੰਮਤ ਕੀਤੀ। ਪਰ ਉਹਨਾਂ ਦੇ ਪਤਵੰਤਿਆਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੀਆਂ ਧੌਣਾਂ ਨਾ ਨਿਵਾਈਆਂ ਅਤੇ ਪੁਰਾਣੇ ਫਾਟਕ ਨੂੰ ਪਾਸਿਆ ਦੇ ਪੁੱਤਰ ਯੋਯਾਦਾ ਨੇ ਅਤੇ ਬਸੋਦਿਆ ਦੇ ਪੁੱਤਰ ਮਸ਼ੂਲਾਮ ਨੇ ਮੁਰੰਮਤ ਕੀਤੀ। ਉਹਨਾਂ ਨੇ ਉਹਦੇ ਸ਼ਤੀਰ ਬੀੜੇ ਅਤੇ ਉਹਦੇ ਬੂਹੇ ਅਤੇ ਉਹਦੀਆਂ ਚਿਟਕਣੀਆਂ ਅਤੇ ਉਹਦੇ ਅਰਲ ਲਾਏ ਅਤੇ ਉਹਨਾਂ ਦੇ ਨਾਲ ਹੀ
ਯਾ ਗਿਬਿਓਨੀ ਅਤੇ ਯਾਦੇਨ ਮੇਰੋਨੋਥੀ ਨੇ ਅਤੇ ਗਿਬਿਓਨ ਅਤੇ ਮਿਲਪਾ ਦੇ ਮਨੁੱਖਾਂ ਨੇ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੇ ਰਾਜ ਦੇ ਸਨ ਮੁਰੰਮਤ ਕੀਤੀ ਅਤੇ ਉਹਦੇ ਨਾਲ ਹੀ ਸ਼ਰਾਵਾ ਵਿੱਚ ਹਰਿਆ ਦੇ ਪੁੱਤਰ ਉਜੀਏਲ ਨੇ ਮੁਰੰਮਤ ਕੀਤੀ ਅਤੇ ਉਹਦੇ ਨਾਲ ਹੀ ਅਤਾਰਾ ਦੇ ਪੁੱਤਰ ਵਿੱਚ ਹਨਿਆਦ ਨੇ ਮੁਰੰਮਤ ਕੀਤੀ ਅਤੇ ਉਹਨਾਂ ਨੇ ਯਰੂਸ਼ਲਮ ਨੂੰ ਚੌੜੀ ਕੰਧ ਤੀਕ ਸਵਾਰ ਦਿੱਤਾ ਅਤੇ ਉਹਨਾਂ ਦੇ ਨਾਲ ਹੂਰ ਦੇ ਪੁੱਤਰ ਰਫਾਇਆ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ ਅਤੇ ਉਹਨਾਂ ਦੇ ਨਾਲ ਹਰੂਮਫ ਦੇ ਪੁੱਤਰ ਯਦਾਇਆ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਉਹਨਾਂ ਦੇ ਨਾਲ ਹਸ਼ਬਨਿਆ ਦੇ ਪੁੱਤਰ ਹਟਸ਼ੂ ਨੇ ਮੁਰੰਮਤ ਕੀਤੀ। ਹਰੀਮ ਦੇ ਪੁੱਤਰ ਮਲਿਕਿਆ ਅਤੇ ਪਹਤ ਮੋਆਬ ਦੇ ਪੁੱਤਰ ਹਸੂਬ ਨੇ ਦੂਜੇ ਹਿੱਸੇ ਅਤੇ ਤੰਦੂਰਾਂ ਦੇ ਬੁਰਜ ਦੀ ਮੁਰੰਮਤ ਕੀਤੀ। ਉਹਦੇ ਨਾਲ ਹੱਲੇ ਹੋਸ਼ ਦੇ ਪੁੱਤਰ ਸ਼ਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਉਸਨੇ ਅਤੇ ਉਹਦੀਆਂ ਧੀਆਂ ਨੇ ਮੁਰੰਮਤ ਕੀਤੀ ਅਤੇ ਵਾਦੀ ਦੇ ਫਾਟਕ ਦੀ ਮੁਰੰਮਤ ਹਨੂ ਅਤੇ ਯਾਨੋਆ ਦੇ ਵਾਸੀਆਂ ਨੇ ਕੀਤੀ ਅਤੇ ਉਹਨਾਂ ਨੇ ਉਹਨੂੰ ਬਣਾਇਆ ਤੇ ਉਹਦੇ ਬੂਹੇ ਤੇ ਉਹਦੀਆਂ ਚਟਕਣੀਆਂ ਅਤੇ ਉਹਦੇ ਅਰਲ ਲਾਏ ਅਤੇ 1000 ਹੱਥ ਕੰਧ ਕੂੜੇ ਦੇ ਫਾਟਕ ਤੀਕ ਬਣਾਈ ਤੇ ਕੂੜੇ ਦੇ ਫਾਟਕ ਨੂੰ ਰੇਕਾਬ ਦੇ ਪੁੱਤਰ ਮਲਿਕਿਆ ਦੇ ਮੁਰੰਮਤ ਕੀਤੀ ਜੋ ਬੈਤ ਹਕਾਰਾਮ ਦੇ ਇੱਕ ਪਾਸੇ ਦਾ ਸਰਦਾਰ ਸੀ ਤੇ ਉਹਨੇ ਉਹਨੂੰ ਬਣਾਇਆ ਤੇ ਉਹਦੇ ਬੂਹੇ ਤੇ ਉਹਨਾਂ ਦੀਆਂ ਚਟਕਣੀਆਂ ਉਹਦੇ ਅਰਲ ਲਾਏ ਅਤੇ ਚਸ਼ਮੇ ਫਾਟਕ ਨੂੰ ਕਾਲ ਹੋਜਾ ਦੇ ਪੁੱਤਰ ਸ਼ਲੂਨ ਨੇ ਜੋ ਮਿਲਪਿਆ ਦੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ ਤੇ ਉਹਨੂੰ ਬਣਾਇਆ ਤੇ ਉਹਨੂੰ ਛੱਤਿਆ ਤੇ ਉਹਦੇ ਬੂਹੇ ਅਤੇ ਉਹਦੀਆਂ ਚਟਕਣੀਆਂ ਤੇ ਉਹਦੇ ਅਰਲ ਲਾਏ ਤੇ ਪਾਤਸ਼ਾਹੀ ਬਾਗ ਦੇ ਕੋਲ ਸ਼ਲਾ ਦੇ ਤਾਲ ਦੀ ਕੰਧ ਨੂੰ ਉਹਨਾਂ ਪੌੜੀਆਂ ਤੱਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ ਬਣਾਇਆ ਤੇ ਉਹਦੇ ਮਗਰੋਂ ਅਜਬੂਕ ਦੇ ਪੁੱਤਰ ਹਨਿਆ ਨੇ ਨਹੀਮੀਆ ਨੇ ਜਿਹੜਾ ਬੈਤਸੂਰ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਦਾਊਦ ਦੀਆਂ ਕਬਰਾਂ ਦੇ ਸਾਹਮਣੇ ਤੀਕ ਅਤੇ ਤਾਲ ਤੀਕ ਜਿਹੜਾ ਬਣਾਇਆ ਗਿਆ ਸੀ ਅਤੇ ਸ਼ੂਰਬੀਰਾਂ ਦੇ ਘਰ ਤੀਕ ਮੁਰੰਮਤ ਕੀਤੀ। ਉਸ ਦੇ ਮਗਰੋਂ ਲੇਵੀਆ ਵਿੱਚੋਂ ਬਾਨੀ ਦੇ ਪੁੱਤਰ ਰਹੂਮ ਨੇ ਮੁਰੰਮਤ ਕੀਤੀ। ਉਸ ਦੇ ਨਾਲ ਹਸ਼ਬਿਆ ਜੋ ਕਈਲਾ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਆਪਣੇ ਹਲਕੇ ਦੀ ਮੁਰੰਮਤ ਕੀਤੀ। ਉਸ ਦੇ ਮਗਰੋਂ ਉਸਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤਰ ਬਵਈ ਨੇ ਜਿਹੜਾ ਕਈਲਾ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ। ਉਹਦੇ ਨਾਲ ਯੇਸ਼ੂਆ ਦੇ ਪੁੱਤਰ ਏਜਰ ਨੇ ਜਿਹੜਾ ਮਿਸ਼ਪਾ ਦਾ ਸਰਦਾਰ ਸੀ ਉਹਦੇ ਦੂਜੇ ਹਿੱਸੇ ਦੀ ਸ਼ਸਤਰ ਖਾਨੇ ਦੀ ਚੜਾਈ ਦੇ ਸਾਹਮਣੇ ਦੇ ਮੋੜ ਤੀਕ ਮੁਰੰਮਤ ਕੀਤੀ। ਉਸਦੇ ਮਗਰੋਂ ਜਬਈ ਦੇ ਪੁੱਤਰ ਬਾਰੂਕ ਨੇ ਦਿਲ ਲਾ ਕੇ ਦੂਜੇ ਹਿੱਸੇ ਦੀ ਮੁਰੰਮਤ ਉਸ ਮੋੜ ਤੋਂ ਲੈ ਕੇ ਅਲਿਯਾਸ਼ੀਬ ਸਰਦਾਰ ਯਾਜਕ ਦੇ ਘਰ ਦੇ ਦਰਵਾਜ਼ੇ ਤੱਕ ਕੀਤੀ। ਉਸਦੇ ਮਗਰੋਂ ਹਕਿਓਜ ਦੇ ਪੁੱਤਰ ਉਰੀਆ ਦੇ ਪੁੱਤਰ ਮਰੇਮੋਤ ਨੇ ਦੂਜੇ ਹਿੱਸੇ ਦੀ ਅਲਿਯਾਸ਼ੀਬ ਦੇ ਘਰ ਦੇ ਬੂਹੇ ਤੋਂ ਅਲਿਯਾਸ਼ੀਬ ਦੇ ਘਰ ਦੇ ਆਖਰ ਤੱਕ ਮੁਰੰਮਤ ਕੀਤੀ। ਉਸਦੇ ਮਗਰੋਂ ਉਹਨਾਂ ਯਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮੈਦਾਨ ਦੇ ਮਨੁੱਖ ਸਨ। ਉਸਦੇ ਮਗਰੋਂ ਬਿਨਯਾਮੀਨ ਅਤੇ ਅਯੂਬ ਨੇ ਆਪਣੇ ਘਰ ਦੇ ਸਾਹਮਣੇ ਤੱਕ ਮੁਰੰਮਤ ਕੀਤੀ। ਉਸਦੇ ਮਗਰੋਂ ਅਨਿਆ ਦੇ ਪੁੱਤਰ ਮਸ਼ੇਯਾ ਦੇ ਪੁੱਤਰ ਅਜਰਿਆ ਨੇ ਆਪਣੇ ਘਰ ਦੇ ਨਾਲ ਨਾਲ ਮੁਰੰਮਤ ਕੀਤੀ। ਉਸਦੇ ਮਗਰੋਂ ਹੇਨਾਦਾਦ ਦੇ ਪੁੱਤਰ ਬਿਨੂਈ ਨੇ ਅਜਰਿਆ ਦੇ ਘਰ ਤੋਂ ਲੈ ਕੇ ਮੋੜ ਤੱਕ ਅਤੇ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਜਈ ਦੇ ਪੁੱਤਰ ਪਲਾਲ ਨੇ ਉਸ ਮੋੜ ਅਤੇ ਬੁਰਜ ਦੇ ਸਾਹਮਣੇ ਤੋਂ ਜੋ ਪਾਤਸ਼ਾਹ ਦੇ ਉੱਪਰਲੇ ਮਹਿਲ ਦੇ ਅੱਗੇ ਨਿਕਲਦਾ ਸੀ ਜਿਹੜਾ ਬੰਦੀ ਖਾਨੇ ਦੇ ਦਲਾਲ ਦੇ ਲਈ ਨਾਲ ਸੀ ਮੁਰੰਮਤ ਕੀਤੀ। ਉਸਦੇ ਮਗਰੋਂ ਪਰੋਸ਼ ਦੇ ਪੁੱਤਰ ਪਦਾਇਆ ਨੇ ਅਤੇ
ਨਥਿਨੀਮ ਜੋ ਓਵਲ ਵਿੱਚ ਵਸਦੇ ਸਨ, ਜਲ ਫਾਟਕ ਦੇ ਸਾਹਮਣੇ ਤੀਕ ਪੂਰਬ ਵੱਲ ਨਿਕਲ ਲਵੇਂ ਬੁਰਜ ਤੀਕ। ਉਸਦੇ ਮਗਰੋਂ ਤਕੋਈਆਂ ਨੇ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ, ਜਿਹੜਾ ਬਾਹਰ ਨਿਕਲਵਾਂ ਸੀ, ਔਲਫ ਦੀ ਕੰਧ ਤੱਕ ਤੀਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਘੋੜ ਫਾਟਕ ਦੇ ਉੱਤੋਂ ਤੋਂ ਲੈ ਕੇ ਯਾਜਕਾਂ ਨੇ ਅਰਥਾਤ ਹਰ ਮਨੁੱਖ ਨੇ ਆਪਣੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ। ਉਹਨਾਂ ਨੇ ਮਗਰੋਂ ਇਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਅਤੇ ਉਸਦੇ ਮਗਰੋਂ ਪੂਰਬੀ ਫਾਟਕ ਦੇ ਰਾਖੇ ਸ਼ਕਨਯਾਹ ਦੇ ਪੁੱਤਰ ਸ਼ਯਾਇਆ ਨੇ ਮੁਰੰਮਤ ਕੀਤੀ। ਉਸਦੇ ਮਗਰੋਂ ਸ਼ਲਾਇਆ ਦੇ ਪੁੱਤਰ ਹਨਿਆ ਤੇ ਹਾਨੂਨ ਨੇ, ਜਿਹੜਾ ਚਾਲਾਫ ਦਾ 6ਵਾਂ ਪੁੱਤਰ ਸੀ, ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਸਦੇ ਮਗਰੋਂ ਬਰਕਿਆ ਦੇ ਪੁੱਤਰ ਮਸ਼ੁਗਲਾਮ ਨੇ ਆਪਣੀ ਕੋਠਰੀ ਦੇ ਅੱਗੇ ਮੁਰੰਮਤ ਕੀਤੀ। ਉਸਦੇ ਮਗਰੋਂ ਸ਼ਰਾਬ ਦੇ ਪੁੱਤਰ ਮਲਿਕਿਆ ਨੇ ਨਥਿਨੇਮ ਅਤੇ ਵਪਾਰੀਆਂ ਦੇ ਘਰ ਤੀਕ ਮਿਫਕਾਤ ਦੇ ਫਾਟਕ ਦੇ ਸਾਹਮਣੇ ਅਤੇ ਉਸਦੀ ਕੋਠਰੀ ਦੀ ਨੁੱਕਰ ਤੱਕ ਮੁਰੰਮਤ ਕੀਤੀ ਅਤੇ ਉੱਪਰ ਦੀ ਕੋਠਰੀ ਦੀ ਨੁੱਕਰ ਤੋਂ ਭੇੜ ਫਾਟਕ ਦੇ ਵਿਚਾਲੇ ਸਰਾਫਾਂ ਤੇ ਵਪਾਰੀਆਂ ਨੇ ਮੁਰੰਮਤ ਕੀਤੀ। ਅਧਿਆਇ 4। ਤਾਂ ਇਉਂ ਹੋਇਆ ਕਿ ਜਦ ਸਨਬਲਟ ਨੇ ਸੁਣਿਆ ਕਿ ਅਸੀਂ ਕੰਧ ਨੂੰ ਬਣਾਉਂਦੇ ਹਾਂ, ਤਾਂ ਉਹਨੂੰ ਗੁੱਸਾ ਚੜ੍ਹਿਆ ਅਤੇ ਬਹੁਤ ਨਾਰਾਜ਼ ਹੋਇਆ ਅਤੇ ਯਹੂਦੀਆਂ ਨੂੰ ਠੱਠੇ ਕੀਤੇ ਅਤੇ ਉਹਦੇ ਆਪਣੇ ਭਰਾਵਾਂ ਅਤੇ ਸਾਮਰੀਆਂ ਦੇ ਲਸ਼ਕਰ ਦੇ ਅੱਗੇ ਆਖਿਆ ਕਿ ਇਹ ਹੁੱਟੇ ਹੋਏ ਯਹੂਦੀ ਕੀ ਹਨ? ਕੀ ਉਹ ਆਪਣੇ ਲਈ ਮੋਰਚੇ ਬਣਾ ਰਹੇ ਹਨ? ਕੀ ਉਹ ਬਲੀ ਚੜ੍ਹਾਉਣਗੇ? ਕੀ ਉਹ ਇੱਕੋ ਹੀ ਦਿਨ ਸਭ ਕੁਝ ਬਣਾ ਲੈਣਗੇ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚ ਚੁੱਗ ਕੇ ਫੇਰ ਨਵੇਂ ਬਣਾ ਲੈਣਗੇ? ਤਾਂ ਟੋਬੀਆ ਅਮੋਨੀ ਨੇ, ਜਿਹੜਾ ਉਸਦੇ ਕੋਲ ਸੀ, ਆਖਿਆ ਕਿ ਇਹ ਜੋ ਬਣਾਉਂਦੇ ਹਨ, ਜੇ ਇੱਕ ਲੂੰਮੜੀ ਇਹਦੇ ਉੱਤੇ ਚੜ੍ਹ ਜਾਵੇ ਤਾਂ ਪੱਥਰ ਦੀ ਇਸ ਕੰਧ ਨੂੰ ਢਾਹ ਦੇਵੇਗੀ। ਹੇ ਸਾਡੇ ਪਰਮੇਸ਼ਵਰ, ਸਾਡੀ ਸੁਣ, ਕਿਉਂ ਜੋ ਸਾਡੀ ਬੇਪਤੀ ਹੁੰਦੀ ਹੈ। ਇਸ ਨਿੰਦਿਆ ਨੂੰ ਮੁੜ ਉਹਨਾਂ ਦੇ ਸਿਰ ਉੱਤੇ ਪਾ ਅਤੇ ਅਸੀਰੀ ਦੇ ਦੇਸ਼ ਵਿੱਚ ਉਹਨਾਂ ਨੂੰ ਲੁੱਟ ਦਾ ਮਾਲ ਬਣਾ ਅਤੇ ਉਹਨਾਂ ਦੀ ਬੁਰਾਈ ਨੂੰ ਨਾ ਢੱਕ ਅਤੇ ਉਹਨਾਂ ਦੇ ਪਾਪ ਨੂੰ ਆਪਣੇ ਅੱਗੋਂ ਨਾ ਮਿਟਾ, ਕਿਉਂ ਜੋ ਉਹਨਾਂ ਨੇ ਤੇਰੇ ਕਹਿਰ ਨੂੰ ਕਾਰੀਗਰਾਂ ਦੇ ਅੱਗੇ ਭੜਕਾਇਆ ਹੈ। ਸੋ ਅਸੀਂ ਕੰਧ ਬਣਾਉਂਦੇ ਗਏ ਅਤੇ ਸਾਰੀ ਕੰਧ ਅੱਧ ਤੀਕ ਜੋੜੀ ਗਈ, ਕਿਉਂ ਜੋ ਲੋਕ ਦਿਲ ਨਾਲ ਕੰਮ ਕਰਦੇ ਸਨ। ਤਾਂ ਇਉਂ ਹੋਇਆ ਕਿ ਸਨਬਲਟ, ਟੋਬੀਆ, ਅਰਬੀਆਂ, ਅਮੋਨੀਆਂ ਅਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਹੁੰਦੀ ਜਾਂਦੀ ਹੈ ਅਤੇ ਉਹਨਾਂ ਦੇ ਖੱਪੇ ਮਿਲਦੇ ਜਾਂਦੇ ਹਨ, ਤਾਂ ਉਹ ਬਹੁਤ ਸੜ ਭੁੱਜ ਗਏ। ਤਾਂ ਉਹਨਾਂ ਸਾਰਿਆਂ ਨੇ ਇੱਕ ਮਨ ਹੋ ਕੇ ਮਤਾ ਪਕਾਇਆ ਕਿ ਆਓ ਯਰੂਸ਼ਲਮ ਨਾਲ ਲੜੀਏ ਅਤੇ ਉਹਨਾਂ ਦੇ ਕੰਧਾਂ ਵਿੱਚ ਤਾਦਲ ਪਾ ਦਈਏ। ਪਰ ਅਸੀਂ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਰਹੇ ਅਤੇ ਉਹਨਾਂ ਦੇ ਕਾਰਨ ਆਪਣੇ ਲਈ ਦਿਨ ਰਾਤ ਉਹਨਾਂ ਦੇ ਵਿਰੁੱਧ ਪਹਿਰਾ ਖੜਾ ਕੀਤਾ। ਤਾਂ ਯਹੂਦਾ ਨੇ ਆਖਿਆ ਕਿ ਭਾਰ ਚੁੱਕਣ ਵਾਲਿਆਂ ਦਾ ਬਲ ਘਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ। ਅਸੀਂ ਕੰਧ ਨੂੰ ਬਣਾ ਨਹੀਂ ਸਕਦੇ। ਅਤੇ ਸਾਡੇ ਵਿਰੋਧੀਆਂ ਨੇ ਆਖਿਆ, ਜਦ ਤੱਕ ਅਸੀਂ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੱਢ ਨਾ ਸੁੱਟੀਏ ਅਤੇ ਉਹਨਾਂ ਦੇ ਕੰਮ ਨੂੰ ਡੱਕ ਨਾ ਦੇਈਏ, ਤਦ ਤੱਕ ਉਹ ਨਾ ਜਾਣਨਗੇ ਅਤੇ ਨਾ ਵੇਖਣਗੇ। ਤਾਂ ਇਉਂ ਹੋਇਆ, ਜਦ ਉਹ ਯਹੂਦੀ ਜਿਹੜੇ ਉਹਨਾਂ ਦੇ ਨੇੜੇ ਤੇੜੇ ਵਸਦੇ ਸਨ ਆਏ, ਤਾਂ ਉਹਨਾਂ ਨੇ ਆ ਕੇ ਸਾਨੂੰ 10 ਵਾਰ ਆਖਿਆ, ਉਹ ਸਾਰੀਆਂ ਥਾਵਾਂ ਵਿੱਚੋਂ ਸਾਡੇ ਉੱਤੇ ਚੜ੍ਹ ਆਉਣਗੇ। ਇਸ ਲਈ ਮੈਂ ਨੀਵੀਆਂ ਥਾਵਾਂ ਵਿੱਚ, ਕੰਧ ਦੇ ਪਿੱਛੇ ਖੁੱਲ੍ਹੀਆਂ ਥਾਵਾਂ ਵਿੱਚ ਲੋਕਾਂ ਨੂੰ ਉਹਨਾਂ ਦੇ ਟੱਬਰਾਂ ਅਨੁਸਾਰ ਆਪਣੀਆਂ ਤਲਵਾਰਾਂ ਅਤੇ ਆਪਣੀਆਂ ਬਰਛੀਆਂ ਅਤੇ ਆਪਣੀਆਂ ਕਮਾਨਾਂ ਨਾਲ ਖੜੇ ਕੀਤਾ। ਅਤੇ ਮੈਂ ਵੇਖਿਆ ਅਤੇ ਉੱਠਿਆ ਅਤੇ ਉਹਨਾਂ ਸ਼ਰੀਫਾਂ ਦੀਆਂ ਅਤੇ ਰਈਸਾਂ ਅਤੇ ਬਾਕੀ ਲੋਕਾਂ ਨੂੰ ਆਖਿਆ, ਉਹਨਾਂ ਕੋਲੋਂ ਨਾ ਡਰੋ। ਪ੍ਰਭੂ ਨੂੰ, ਜਿਹੜਾ ਵੱਡਾ ਹੈ, ਭੈਦਾਇਕ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ ਅਤੇ ਆਪਣਿਆਂ ਪੁੱਤਰਾਂ ਲਈ, ਆਪਣੀਆਂ ਧੀਆਂ ਲਈ, ਆਪਣੀਆਂ ਤੀਵੀਆਂ ਲਈ ਅਤੇ ਆਪਣੇ ਘਰਾਂ ਲਈ ਲੜੋ। ਤਾਂ ਇਉਂ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਅਤੇ ਪਰਮੇਸ਼ਵਰ ਨੇ ਉਹਨਾਂ ਦੇ ਮਤੇ ਨੂੰ ਤੁੱਛ ਕਰ ਦਿੱਤਾ,
ਤਦ ਅਸੀਂ ਸਾਰੇ ਦੇ ਸਾਰੇ ਕੰਧ ਵਿੱਚ ਮੁੜ ਆਏ ਤੇ ਹਰ ਮਨੁੱਖ ਆਪਣੇ ਕੰਮ ਨੂੰ ਗਿਆ। ਤਾਂ ਇਉਂ ਹੋਇਆ ਕਿ ਉਸ ਦਿਨ ਤੋਂ ਅੱਗੇ ਨੂੰ ਮੇਰੇ ਅੱਧੇ ਜਵਾਨ ਕੰਮ ਉੱਤੇ ਲੱਗੇ ਰਹਿੰਦੇ ਸਨ ਤੇ ਬਾਕੀ ਅੱਧੇ ਬਰਛੀਆਂ ਤੇ ਢਾਲਾਂ ਅਤੇ ਕਮਾਨਾਂ ਲੈ ਕੇ ਅਤੇ ਸੰਜੂਆਂ ਪਾ ਕੇ ਤੇ ਸਰਦਾਰ ਯਹੂਦਾ ਦੇ ਸਾਰੇ ਘਰਾਣੇ ਦੇ ਪਿੱਛੇ ਪਿੱਛੇ ਸਨ। ਉਹ ਜਿਹੜੇ ਕੰਧ ਬਣਾਉਂਦੇ ਸਨ ਤੇ ਉਹ ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਤੇ ਦੂਜੇ ਹੱਥ ਨਾਲ ਸ਼ਸਤਰ ਫੜਦੇ ਸਨ ਤੇ ਬਣਾਉਣ ਵਾਲੇ ਮਨੁੱਖ ਆਪਣੇ ਕਮਰ ਕਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਬਣਾਉਂਦੇ ਸਨ। ਅਤੇ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਸੀ। ਤਾਂ ਮੈਂ ਸ਼ਰੀਫਾਂ ਅਤੇ ਰਈਸਾਂ ਅਤੇ ਬਾਕੀ ਦੇ ਲੋਕਾਂ ਨੂੰ ਆਖਿਆ ਤਾਂ ਕਿ ਕੰਮ ਬਹੁਤ ਅਤੇ ਫੈਲਿਆ ਹੋਇਆ ਹੈ ਤੇ ਅਸੀਂ ਕੰਧ ਉੱਤੇ ਖਿਲਰੇ ਹੋਏ ਹਾਂ ਤਾਂ ਅਤੇ ਇੱਕ ਦੂਸਰੇ ਤੋਂ ਦੂਰ ਹਾਂ। ਜਿਸ ਥਾਂ ਵਿੱਚ ਤੁਸੀਂ ਨਿਰਸੰਗੇ ਦੀ ਆਵਾਜ਼ ਨੂੰ ਸੁਣੋ, ਉੱਧਰ ਹੀ ਸਾਡੇ ਕੋਲ ਇਕੱਠੇ ਹੋ ਜਾਓ। ਸਾਡਾ ਪਰਮੇਸ਼ਰ ਸਾਡੇ ਲਈ ਲੜੇਗਾ। ਅਸੀਂ ਕੰਮ ਕਰਦੇ ਗਏ ਤੇ ਉਹਨਾਂ ਵਿੱਚੋਂ ਸੂਰਜ ਚੜ੍ਹਨ ਤੋਂ ਤਾਰਿਆਂ ਦੇ ਵਿਖਾਈ ਦੇਣ ਤੀਕ ਬਰਛੀਆਂ ਨੂੰ ਥੰਮੀ ਰੱਖਦੇ ਸਨ। ਨਾਲ ਮੈਂ ਉਸ ਵੇਲੇ ਲੋਕਾਂ ਨੂੰ ਆਖਿਆ, ਹਰ ਮਨੁੱਖ ਆਪਣੇ ਜਵਾਨ ਸਣੇ ਯਰੂਸ਼ਲਮ ਵਿੱਚ ਰਾਤ ਕੱਟੇ ਤਾਂ ਜੋ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ। ਸੋ ਨਾ ਮੈਂ ਕਦੀ ਕੱਪੜੇ ਲਾਏ, ਨਾ ਮੇਰੇ ਭਰਾਵਾਂ, ਨਾ ਮੇਰੇ ਜਵਾਨਾਂ ਅਤੇ ਨਾ ਉਹਨਾਂ ਲੋਕਾਂ ਨੇ ਜਿਹੜੇ ਰਾਖੀ ਲਈ ਮੇਰੇ ਨਾਲ ਸਨ, ਸਗੋਂ ਹਰ ਮਨੁੱਖ ਪਾਣੀ ਲੈਣ ਲਈ ਆਪਣਾ ਸ਼ਸਤਰ ਨਾਲ ਰੱਖਦਾ ਸੀ। ਅਧਿਆਇ 5। ਤਦ ਲੋਕਾਂ ਤੇ ਉਹਨਾਂ ਦੀਆਂ ਤੀਵੀਆਂ ਵੱਲੋਂ ਉਹਨਾਂ ਦੇ ਯਹੂਦੀ ਭਰਾਵਾਂ ਦੇ ਵਿਰੁੱਧ ਇੱਕ ਵੱਡੀ ਦੁਹਾਈ ਮੱਚ ਗਈ ਅਤੇ ਕਈ ਸਨ ਜਿਹੜੇ ਕਹਿੰਦੇ ਸਨ ਕਿ ਸਾਡੇ ਪੁੱਤਰ, ਸਾਡੀਆਂ ਧੀਆਂ ਅਤੇ ਅਸੀਂ ਬਹੁਤ ਸਾਰੇ ਹਾਂ, ਸਾਨੂੰ ਅੰਨ ਦੁਆਇਆ ਜਾਵੇ ਜੋ ਅਸੀਂ ਖਾ ਕੇ ਜੀ ਸਕੀਏ। ਅਤੇ ਕਈ ਸਨ ਜਿਹੜੇ ਉਹਨਾਂ ਵਿੱਚੋਂ ਕਹਿੰਦੇ ਸਨ, ਅਸੀਂ ਆਪਣੇ ਖੇਤ ਅਤੇ ਆਪਣੇ ਅੰਗੂਰੀ ਬਾਗ ਅਤੇ ਆਪਣੇ ਘਰ ਗਿਰਵੀ ਰੱਖ ਦਿੰਦੇ ਹਾਂ ਤਾਂ ਜੋ ਅਸੀਂ ਕਾਲ ਲਈ ਅੰਨ ਲੈ ਸਕੀਏ। ਅਤੇ ਕਈ ਕਹਿੰਦੇ ਸਨ ਕਿ ਅਸਾਂ ਆਪਣੇ ਖੇਤਾਂ ਅਤੇ ਆਪਣੀਆਂ ਅੰਗੂਰੀ ਬਾਗਾਂ ਨੂੰ ਗਿਰਵੀ ਰੱਖ ਕੇ ਪਾਤਸ਼ਾਹ ਦੇ ਮਾਮਲੇ ਲਈ ਚਾਂਦੀ ਉਧਾਰ ਲਈ। ਹੁਣ ਸਾਡਾ ਸਰੀਰ ਸਾਡਿਆਂ ਭਰਾਵਾਂ ਦੇ ਸਰੀਰ ਵਰਗਾ ਹੈ ਅਤੇ ਸਾਡੇ ਬੱਚੇ ਉਹਨਾਂ ਦੇ ਬੱਚਿਆਂ ਵਰਗੇ ਹਨ। ਅਤੇ ਵੇਖੋ, ਅਸੀਂ ਆਪਣੇ ਪੁੱਤਰ ਅਤੇ ਆਪਣੀਆਂ ਧੀਆਂ ਨੂੰ ਟਹਿਲੂਏ ਹੋਣ ਲਈ ਗੁਲਾਮੀ ਵਿੱਚ ਦਿੰਦੇ ਹਾਂ ਅਤੇ ਸਾਡੀਆਂ ਧੀਆਂ ਵਿੱਚ ਕੁਝ ਗੋਲੀਆਂ ਹੋ ਚੁੱਕੀਆਂ ਹਨ ਅਤੇ ਸਾਡਾ ਕੁਝ ਵੱਸ ਨਹੀਂ ਚੱਲਦਾ, ਕਿਉਂ ਜੋ ਸਾਡੇ ਖੇਤ ਅਤੇ ਅੰਗੂਰੀ ਬਾਗ ਦੂਜਿਆਂ ਕੋਲ ਹਨ। ਜਦੋਂ ਮੈਂ ਉਹਨਾਂ ਦੀ ਦੁਹਾਈ ਨੂੰ ਅਤੇ ਇਹਨਾਂ ਗੱਲਾਂ ਨੂੰ ਸੁਣਿਆ ਤਦ ਮੈਨੂੰ ਬੜਾ ਗੁੱਸਾ ਆਇਆ ਅਤੇ ਮੈਂ ਆਪਣੇ ਮਨ ਵਿੱਚ ਸੋਚਿਆ ਤੇ ਸ਼ਰੀਫਾਂ ਤੇ ਰਈਸਾਂ ਨਾਲ ਝਗੜਾ ਕੀਤਾ ਤੇ ਉਹਨਾਂ ਨੂੰ ਆਖਿਆ, ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਕੋਲੋਂ ਵਿਆਜ ਲੈਂਦਾ ਹੈ। ਤਾਂ ਮੈਂ ਉਹਨਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ ਅਤੇ ਮੈਂ ਉਹਨਾਂ ਨੂੰ ਆਖਿਆ ਕਿ ਅਸੀਂ ਆਪਣੇ ਵਿੱਤ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਗੈਰ ਕੌਮਾਂ ਦੇ ਹੱਥ ਵਿਕ ਗਏ ਸਨ ਛੁਡਾਇਆ। ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚ ਦਿਓਗੇ ਕਿ ਉਹ ਫੇਰ ਸਾਡੇ ਕੋਲ ਵਿਕ ਜਾਣਗੇ? ਤਦ ਉਹ ਚੁੱਪ ਹੋ ਗਏ ਤੇ ਕੋਈ ਗੱਲ ਨਾ ਆਖੀ। ਫਿਰ ਮੈਂ ਆਖਿਆ, ਜੋ ਤੁਸੀਂ ਕਰਦੇ ਹੋ ਇਹ ਚੰਗੀ ਗੱਲ ਨਹੀਂ। ਕਿ ਤੁਹਾਨੂੰ ਦੁਸ਼ਮਣ ਕੌਮਾਂ ਦੇ ਕੁਫਰ ਦੇ ਕਾਰਨ ਆਪਣੇ ਪਰਮੇਸ਼ਰ ਦੇ ਭੈ ਵਿੱਚ ਨਹੀਂ ਚੱਲਣਾ ਚਾਹੀਦਾ। ਨਾਲੇ ਮੈਂ ਤੇ ਮੇਰੇ ਭਰਾ ਅਤੇ ਮੇਰੇ ਜਵਾਨ ਉਹਨਾਂ ਨੂੰ ਚਾਂਦੀ ਅਤੇ ਅੰਨ ਉਧਾਰ ਦੇ ਰਹੇ ਹਾਂ। ਅਸੀਂ ਇਹ ਵਿਆਜ ਛੱਡ ਦਈਏ। ਕਿਰਪਾ ਕਰਕੇ ਅੱਜ ਹੀ ਉਹਨਾਂ ਦੇ ਖੇਤ ਅਤੇ ਉਹਨਾਂ ਦੇ ਅੰਗੂਰੀ ਬਾਗ ਅਤੇ ਉਹਨਾਂ ਦੇ ਜੈਤੂਨ ਦੇ ਬਾਗ ਅਤੇ ਉਹਨਾਂ ਦੇ ਘਰ, ਨਾਲੇ ਚਾਂਦੀ ਦਾ ਅੰਨ ਦਾ ਨਵੀਂ ਮੈਂ ਅਤੇ ਤੇਲ ਦਾ 100ਵਾਂ ਹਿੱਸਾ ਜਿਹੜਾ ਤੁਸਾਂ ਉਹਨਾਂ ਦੇ ਹਿੱਕ ਦੇ ਧੱਕੇ ਨਾਲ ਲਿਆ ਹੈ, ਉਹਨਾਂ ਨੂੰ ਮੋੜ ਦਿਓ। ਤਦ ਉਹਨਾਂ ਨੇ ਆਖਿਆ, ਅਸੀਂ ਮੋੜ ਦਿਆਂਗੇ ਅਤੇ ਉਹਨਾਂ ਕੋਲੋਂ ਕੁਝ ਨਹੀਂ ਲਵਾਂਗੇ। ਅਸੀਂ ਉਦਾਂ ਹੀ ਕਰਾਂਗੇ ਜਿਵੇਂ ਤੁਸਾਂ ਆਖਿਆ ਹੈ। ਤਦ ਮੈਂ ਜਾਜਕਾਂ ਨੂੰ ਸੱਦਿਆ ਤੇ ਉਹਨਾਂ ਨੂੰ ਸਹੁੰ ਖੁਆਈ ਭਈ ਉਹ ਇਸ ਵਾਅਦੇ ਦੇ ਅਨੁਸਾਰ ਕਰਨ। ਨਾਲੇ ਮੈਂ ਆਪਣੇ ਪੱਲੇ ਝਾੜੇ ਅਤੇ ਆਖਿਆ, ਪਰਮੇਸ਼ਰ ਐਵੇਂ ਹੀ ਹਰ ਇੱਕ ਮਨੁੱਖ ਨੂੰ ਉਸਦੇ ਘਰ ਤੋਂ ਅਤੇ ਉਸਦੀ ਕਮਾਈ ਤੋਂ ਝਾੜ ਦੇਵੇ। ਜਿਹੜਾ ਇਸ ਵਾਅਦੇ ਉੱਤੇ ਕਾਇਮ ਨਾ ਰਹੇ ਉਹ ਐਵੇਂ ਹੀ ਝਾੜਿਆ ਜਾਵੇ ਅਤੇ ਸਖਣਾ ਕੀਤਾ ਜਾਵੇ। ਤਾਂ ਸਾਰੀ ਸਭਾ ਨੇ ਆਖਿਆ, ਆਮੀਨ, ਅਤੇ ਯਹੋਵਾ ਦੀ ਉਸਤਤ ਕੀਤੀ ਅਤੇ ਲੋਕਾਂ ਨੇ ਇਸ ਵਾਅਦੇ ਦੇ ਅਨੁਸਾਰ ਕੰਮ ਕੀਤਾ। ਨਾਲੇ ਅੱਜ ਤੋਂ ਜਦ
ਤੋਂ ਮੈਂ ਯਹੂਦਾ ਦੇ ਦੇਸ਼ ਉੱਤੇ ਹਾਕਮ ਬਣਾਇਆ ਗਿਆ, ਅਰਥਾਤ ਅਰਤਹਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ਤੋਂ 32ਵੇਂ ਵਰ੍ਹੇ ਤੀਕ। ਇਹਨਾਂ ਵਰ੍ਹਿਆਂ ਵਿੱਚ ਮੈਂ ਅਤੇ ਮੇਰੇ ਭਰਾਵਾਂ ਨੇ ਹਾਕਮੀ ਦੀ ਰੋਟੀ ਨਾ ਖਾਧੀ, ਪਰ ਜਿਹੜੇ ਹਾਕਮ ਮੈਥੋਂ ਪਹਿਲਾਂ ਸਨ ਉਹ ਲੋਕਾਂ ਉੱਤੇ ਇੱਕ ਬੋਝ ਸਨ। ਉਹ ਉਹਨਾਂ ਦੇ ਤੋਂ ਰੋਟੀ ਮੈਂ ਨਾਲੇ ਚਾਂਦੀ ਦੇ 40 ਰੁਪਏ ਵੀ ਲੈਂਦੇ ਸਨ, ਸਗੋਂ ਉਹਨਾਂ ਦੇ ਜਵਾਨ ਲੋਕਾਂ ਉੱਤੇ ਹਕੂਮਤ ਕਰਦੇ ਸਨ। ਪਰ ਪਰਮੇਸ਼ਰ ਦੇ ਭੈ ਦੇ ਕਾਰਨ ਮੈਂ ਏਦਾਂ ਨਾ ਕੀਤਾ। ਨਾਲੇ ਮੈਂ ਇਸ ਕੰਧ ਦੇ ਕੰਮ ਵਿੱਚ ਤਕੜਾਈ ਨਾਲ ਲੱਗਾ ਰਿਹਾ ਅਤੇ ਅਸਾਂ ਖੇਤ ਉੱਕੇ ਹੀ ਮੁੱਲ ਨਾ ਲਏ, ਪਰ ਮੇਰੇ ਸਾਰੇ ਹੀ ਜਵਾਨ ਉੱਥੇ ਕੰਮ ਦੇ ਉੱਤੇ ਇਕੱਠੇ ਰਹੇ ਅਤੇ ਮੇਰੇ ਲੰਗਰ ਵਿੱਚੋਂ ਖਾਣ ਵਾਲੇ ਉਹਨਾਂ ਤੋਂ ਬਿਨਾਂ ਜਿਹੜੇ ਆਲੇ ਦੁਆਲੇ ਦੀਆਂ ਕੌਮਾਂ ਵਿੱਚ ਆਉਂਦੇ ਸਨ 150 ਯਹੂਦੀ ਅਤੇ ਸ਼ਰੀਫ ਸਨ। ਜਿਹੜਾ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਇਹ ਸੀ, ਇੱਕ ਵੇੜਾ ਅਤੇ 6 ਪਲੀਆਂ ਹੋਈਆਂ ਭੇਡਾਂ ਅਰ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ, ਅਤੇ 10 ਦਿਨਾਂ ਵਿੱਚ ਇੱਕ ਵਾਰ ਮੈਂ ਦੀ ਹਰ ਇੱਕ ਕਿਸਮ ਦੀ ਵਾਫਰੀ ਹੁੰਦੀ ਸੀ। ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮੀ ਦੀ ਰੋਟੀ ਨਾ ਚਾਹੀ, ਕਿਉਂਕਿ ਇਹਨਾਂ ਲੋਕਾਂ ਉੱਤੇ ਗੁਲਾਮੀ ਦਾ ਵੱਡਾ ਭਾਰ ਸੀ। ਹੇ ਮੇਰੇ ਪਰਮੇਸ਼ਰ, ਮੈਨੂੰ ਚੇਤੇ ਕਰ ਉਸ ਸਾਰੀ ਭਲਾਈ ਲਈ ਜਿਹੜੀ ਮੈਂ ਇਹਨਾਂ ਲੋਕਾਂ ਉੱਤੇ ਕੀਤੀ। ਅਧਿਆਇ 6। ਤਾਂ ਇਉਂ ਹੋਇਆ ਕਿ ਜਦ ਸਨਬਲਟ ਅਰ ਟੋਬੀਆ ਅਰ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਦੱਸਿਆ ਗਿਆ ਕਿ ਮੈਂ ਕੰਧ ਬਣਾ ਲਈ ਹੈ ਅਤੇ ਕੋਈ ਖੱਪਾ ਬਾਕੀ ਨਹੀਂ ਰਿਹਾ, ਭਾਵੇਂ ਮੈਂ ਅਜੇ ਤਿੱਕਰ ਫਾਟਕਾਂ ਦੇ ਬੂਹੇ ਨਹੀਂ ਲਾਏ ਸਨ, ਤਦ ਸਨਬਲਟ ਅਤੇ ਗਸ਼ਮ ਨੇ ਮੈਨੂੰ ਆਖ ਘੱਲਿਆ ਕਿ ਅਸੀਂ ਉਹਨੋਂ ਦੀ ਡੂਣ ਦੇ ਕਿਸੇ ਇੱਕ ਪਿੰਡ ਵਿੱਚ ਆਪਸ ਵਿੱਚ ਮਿਲੀਏ। ਪਰ ਉਹ ਮੇਰੇ ਨਾਲ ਬਦੀ ਕਰਨਾ ਚਾਹੁੰਦੇ ਸਨ, ਤਾਂ ਮੈਂ ਉਹਨਾਂ ਕੋਲ ਦੂਤਾਂ ਰਾਹੀਂ ਘੱਲਿਆ ਕਿ ਮੈਂ ਇੱਕ ਵੱਡਾ ਕੰਮ ਕਰ ਰਿਹਾ ਹਾਂ, ਹੇਠਾਂ ਨੂੰ ਆ ਨਹੀਂ ਸਕਦਾ, ਤੇ ਤੁਹਾਡੇ ਕੋਲ ਹਠਾਂ ਆਉਣ ਲਈ ਕੰਮ ਕਿਉਂ ਰੋਕਿਆ ਜਾਵੇ। ਉਹਨਾਂ ਨੇ 4 ਵਾਰ ਇਸੇ ਗੱਲ ਲਈ ਆਖ ਘੱਲਿਆ ਅਤੇ ਮੈਂ ਉਹਨਾਂ ਨੂੰ ਇਸੇ ਤਰ੍ਹਾਂ ਦਾ ਉੱਤਰ ਦਿੱਤਾ। ਫਿਰ ਸਨਬਲਟ ਨੇ 5ਵੀਂ ਵਾਰ ਉਸੇ ਹੀ ਤਰ੍ਹਾਂ ਆਪਣੇ ਜਵਾਨ ਨੂੰ ਖੁੱਲੀ ਚਿੱਠੀ ਉਹਦੇ ਹੱਥ ਦੇ ਕੇ ਮੇਰੇ ਕੋਲ ਘੱਲਿਆ, ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਕੌਮਾਂ ਵਿੱਚ ਇਹ ਸੁਣਿਆ ਗਿਆ ਹੈ ਅਤੇ ਗਸ਼ਮ ਵੀ ਏਦਾਂ ਹੀ ਆਖਦਾ ਹੈ ਕਿ ਤੂੰ ਅਤੇ ਯਹੂਦੀ ਆਕੀ ਹੋਣ ਦਾ ਮਤਾ ਪਕਾਉਂਦੇ ਹੋ, ਤੇ ਐਸੇ ਹੀ ਕਾਰਨ ਤੂੰ ਕੰਧ ਬਣਾਉਂਦਾ ਹੈ ਕਿ ਤੂੰ ਇਹਨਾਂ ਗੱਲਾਂ ਅਨੁਸਾਰ ਉਹਨਾਂ ਦਾ ਪਾਤਸ਼ਾਹ ਹੋ ਜਾਵੇਂ। ਨਾਲੇ ਤੂੰ ਨਬੀਆਂ ਨੂੰ ਵੀ ਖੜੇ ਕੀਤਾ ਕਿ ਯਰੂਸ਼ਲਮ ਵਿੱਚ ਤੇਰੇ ਲਈ ਪ੍ਰਚਾਰ ਕਰਨ ਕਿ ਯਹੂਦਾ ਵਿੱਚ ਇੱਕ ਪਾਤਸ਼ਾਹ ਹੈ। ਹੁਣ ਇਹਨਾਂ ਗੱਲਾਂ ਦੇ ਅਨੁਸਾਰ ਪਾਤਸ਼ਾਹ ਨੂੰ ਦੱਸਿਆ ਜਾਵੇਗਾ। ਹੁਣ ਅਸੀਂ ਸਲਾਹ ਕਰੀਏ। ਤਦ ਮੈਂ ਉਹਦੇ ਕੋਲ ਆਖ ਘੱਲਿਆ ਕਿ ਇਹਨਾਂ ਗੱਲਾਂ ਦੇ ਅਨੁਸਾਰ ਜਿਹੜੀਆਂ ਤੂੰ ਆਖੀਆਂ ਹਨ ਕੋਈ ਗੱਲ ਨਹੀਂ ਹੋਈ, ਕਿਉਂਕਿ ਇਹ ਗੱਲਾਂ ਤੇਰੇ ਹੀ ਮਨ ਦੇ ਲੱਡੂ ਭੋਰੇ ਹੋਏ ਹਨ, ਕਿਉਂਕਿ ਸਾਰੇ ਇਹ ਆਖ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਭਈ ਕੰਮ ਤੋਂ ਉਹਨਾਂ ਦੇ ਹੱਥ ਝੂਠੇ ਪੈ ਜਾਣ, ਭਈ ਉਹ ਪੂਰਾ ਨਾ ਹੋਵੇ। ਹੁਣ ਹੇ ਪਰਮੇਸ਼ਰ, ਮੇਰੇ ਹੱਥਾਂ ਨੂੰ ਤਕੜੇ ਕਰ। ਫਿਰ ਮੈਂ ਮੁਹੱਈਟ ਪੇਲ ਦੇ ਪੁੱਤਰੇ, ਦਲਾਇਆ ਦੇ ਪੁੱਤਰ, ਸ਼ਮਯਾਹ ਦੇ ਪੁੱਤਰ ਵਿੱਚ ਦੇ ਘਰ ਵਿੱਚ ਆਇਆ। ਉਹ ਬੰਦ ਕੀਤਾ ਹੋਇਆ ਸੀ ਅਤੇ ਉਹ ਆਖਿਆ, ਆਓ ਅਸੀਂ ਪਰਮੇਸ਼ਰ ਦੇ ਭਵਨ ਵਿੱਚ ਹੈਕਲ ਦੇ ਅੰਦਰ ਮਿਲੀਏ ਅਤੇ ਹੈਕਲ ਦੇ ਬੂਹਿਆਂ ਨੂੰ ਭੇੜ ਲਈਏ, ਕਿਉਂਕਿ ਉਹ ਤੈਨੂੰ ਵੱਢਣ ਲਈ ਆਉਣਗੇ, ਤਾਂ ਉਹ ਤੈਨੂੰ ਰਾਤ ਨੂੰ ਵੱਢਣ ਲਈ ਆਉਣਗੇ। ਮੈਂ ਆਖਿਆ ਕਿ ਮੇਰੇ ਵਰਗਾ ਆਦਮੀ ਭੱਜੇ ਅਤੇ ਮੇਰੇ ਵਰਗਾ ਇੱਥੋਂ ਕੌਣ ਹੈ ਕਿ ਹੈਕਲ ਵਿੱਚ ਜਾ ਕੇ ਆਪਣੀ ਜਾਨ ਬਚਾਵੇ। ਮੈਂ ਅੰਦਰ ਨਹੀਂ ਜਾਵਾਂਗਾ। ਅਤੇ ਵੇਖੋ, ਮੈਂ ਜਾਤਾਂ ਕਿ ਪਰਮੇਸ਼ਰ ਨੇ ਉਹਨੂੰ ਨਹੀਂ ਘੱਲਿਆ ਸੀ, ਪਰ ਉਹ ਮੇਰੇ ਵਿਰੁੱਧ ਇਸ ਗੱਲ ਦਾ ਅਗਮ ਵਾਕ ਬੋਲਿਆ, ਕਿਉਂਕਿ ਜੋ ਟੋਬੀਆ ਅਤੇ ਸਨਬਲਟ ਨੇ ਉਹਨੂੰ
ਭਾੜੇ ਤੇ ਰੱਖਿਆ ਸੀ। ਉਹ ਇਸ ਲਈ ਭਾੜੇ ਤੇ ਰੱਖਿਆ ਗਿਆ ਸੀ ਕਿ ਮੈਂ ਡਰ ਜਾਵਾਂ ਅਤੇ ਇਉਂ ਕਰਕੇ ਮੈਂ ਪਾਪੀ ਬਣਾ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਅਤੇ ਇਹ ਮੇਰੀ ਨਿੰਦਿਆ ਦਾ ਕਾਰਨ ਹੋਵੇ। ਹੈ ਮੇਰੇ ਪਰਮੇਸ਼ੁਰ, ਟੋਬੀਆ ਅਤੇ ਸਨਬਲਟ ਨੂੰ ਉਹਨਾਂ ਦੇ ਇਹਨਾਂ ਕੰਮਾਂ ਅਨੁਸਾਰ ਅਤੇ ਨੋਆਦ ਜਾਂ ਨਬੀਆਂ ਅਤੇ ਬਾਕੀ ਦੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ ਚੇਤੇ ਕਰ। ਸੋ ਕੰਧ ਅਲੂਲ ਦੇ ਮਹੀਨੇ ਦੇ 25 ਤਾਰੀਖ ਨੂੰ 52ਵੇਂ ਦਿਨ ਪੂਰੀ ਹੋ ਗਈ। ਤਾਂ ਇਉਂ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਸੁਣਿਆ ਅਤੇ ਸਾਰੀਆਂ ਕੌਮਾਂ ਨੇ ਜਿਹੜੀਆਂ ਸਾਡੇ ਆਲੇ ਦੁਆਲੇ ਸਨ ਵੇਖਿਆ, ਉਹ ਆਪਣੀ ਹੀ ਨਿਗਾਹ ਵਿੱਚ ਆਪ ਹੀ ਡਿੱਗ ਪਏ, ਕਿਉਂਕਿ ਉਹਨਾਂ ਨੇ ਜਾਣ ਲਿਆ ਕਿ ਇਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਕੀਤਾ ਜਾ ਰਿਹਾ ਹੈ। ਅਤੇ ਨਾਲੇ ਉਹਨਾਂ ਦਿਨਾਂ ਵਿੱਚ ਯਹੂਦਾ ਦੇ ਢੋਲ ਤਾੜੀਆਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਆ ਕੋਲ ਆਈਆਂ ਅਤੇ ਟੋਬੀਆ ਦੀਆਂ ਉਹਨਾਂ ਕੋਲ ਗਈਆਂ, ਕਿਉਂ ਜੋ ਯਹੂਦਾ ਵਿੱਚੋਂ ਬਹੁਤ ਸਾਰਿਆਂ ਨੇ ਉਹਦੇ ਮਗਰ ਹੋਣ ਦੀ ਸੋਧ ਖਾਧੀ, ਕਿਉਂਕਿ ਉਹ ਆਰ ਦੇ ਪੁੱਤਰ ਸ਼ਕਨਿਆ ਦਾ ਜਵਾਈ ਸੀ ਅਤੇ ਉਹਦੇ ਪੁੱਤਰ ਯਹੋਹਾਨਾਂ ਦੇ ਬਰਕਿਆ ਦੇ ਪੁੱਤਰ ਮੁਸ਼ਲਾਮ ਦੀ ਧੀ ਨੂੰ ਵਿਆਹ ਲਿਆ ਸੀ। ਨਾਲੇ ਉਹਦੀਆਂ ਨੇਕੀਆਂ ਮੈਨੂੰ ਦੱਸਦੇ ਸਨ ਅਤੇ ਮੇਰੀਆਂ ਗੱਲਾਂ ਉਹਨੂੰ ਜਾ ਦੱਸਦੇ ਸਨ, ਅਤੇ ਟੋਬੀਆ ਨੇ ਮੈਨੂੰ ਡਰਾਉਣ ਲਈ ਪਰਵਾਨੇ ਘੱਲੇ। ਅਧਿਆਇ 7। ਤਾਂ ਇਉਂ ਹੋਇਆ ਜਦ ਕੰਧ ਬਣ ਗਈ ਅਤੇ ਮੈਂ ਬੂਹੇ ਜੜ ਦਿੱਤੇ ਅਤੇ ਦਰਬਾਨ ਰਾਗੀ ਅਤੇ ਲੇਵੀ ਠਹਿਰਾ ਦਿੱਤੇ, ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਸਰਦਾਰ ਹਨਨਿਆਹ ਨੂੰ ਯਰੂਸ਼ਲਮ ਉੱਤੇ ਹਾਕਮ ਬਣਾਇਆ, ਕਿਉਂਕਿ ਉਹ ਬਹੁਤਿਆਂ ਵਿੱਚੋਂ ਨਿਹਚਾ ਵਾਲਾ ਅਤੇ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ। ਅਤੇ ਮੈਂ ਉਹਨਾਂ ਨੂੰ ਆਖਿਆ ਕਿ ਜਦ ਤੱਕ ਧੁੱਪ ਤਿੱਖੀ ਨਾ ਹੋ ਜਾਵੇ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ, ਅਤੇ ਜਦ ਉਹ ਖੜੇ ਹੀ ਹੋਣ ਤਾਂ ਬੂਹੇ ਬੰਦ ਕੀਤੇ ਜਾਣ ਅਤੇ ਅਰਲ ਲਾਏ ਜਾਣ, ਅਤੇ ਉਹ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਪਹਿਰੇ ਵਾਲੇ ਮੁਕਰਰ ਕਰਨ, ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣਿਆਂ ਘਰਾਂ ਦੇ ਅੱਗੇ ਹੋਣ। ਸ਼ਹਿਰ ਚੌੜਾ ਅਤੇ ਵੱਡਾ ਸੀ ਅਤੇ ਆਦਮੀ ਥੋੜ੍ਹੇ ਸਨ, ਉਹਦੇ ਵਿੱਚ ਘਰ ਬਣੇ ਹੋਏ ਨਹੀਂ ਸਨ। ਤਾਂ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਨੂੰ ਅਤੇ ਰਈਸਾਂ ਨੂੰ ਅਤੇ ਲੋਕਾਂ ਨੂੰ ਇਕੱਠੇ ਕਰਾਂ, ਤਾਂ ਜੋ ਉਹ ਆਪਣੀ ਕੁੱਲ ਪੱਤਰੀ ਦੇ ਅਨੁਸਾਰ ਗਿਣੇ ਜਾਣ। ਅਤੇ ਮੈਨੂੰ ਉਹਨਾਂ ਦੀ ਕੁੱਲ ਪੱਤਰੀ ਦੀ ਪੋਥੀ ਲੱਭੀ ਜਿਹੜੇ ਪਹਿਲਾਂ ਆਏ ਸਨ, ਅਤੇ ਮੈਨੂੰ ਉਹਦੇ ਵਿੱਚ ਇਹ ਲਿਖਿਆ ਹੋਇਆ ਲੱਭਾ। ਇਹ ਉਸ ਸੂਬੇ ਦੇ ਲੋਕ ਸਨ ਜਿਹੜੇ ਉਹਨਾਂ ਅਮੀਰਾਂ ਵਿੱਚੋਂ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਨਬੂਕਦਨੇਸਰ ਅਸੀਰੀ ਵਿੱਚ ਲੈ ਗਿਆ ਸੀ। ਤਾਂ ਹਾਕਿਮ ਸਾਰੇ ਯਰੂਸ਼ਲਮ ਤੇ ਯਹੂਦਾ ਵਿੱਚ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਆਏ, ਜਿਹੜੇ ਯਰੁਬਾਬਲ, ਯੇਸ਼ੂਆ, ਨehemiah, ਅਜ਼ਰਾ, ਰਹਿਮਯਾਹ ਅਤੇ ਨਹਮਾਨੀ, ਮਰਦਕਈ, ਬਿਲਸ਼ਾਨ, ਮਿਸ਼ਪਰਸਤ, ਬਿਗਵਈ, ਨਹੂਮ ਅਤੇ ਬਨਿਆ ਦੇ ਨਾਲ ਆਏ। ਇਸਰਾਏਲੀ ਪ੍ਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ: ਪਰੋਸੀ ਦੀ ਵੰਸ਼ 2000 ਵਿੱਚ 172, ਸ਼ਫਟਯਾਹ ਦੀ ਵੰਸ਼ 372, ਆਰਿਆ ਦੀ ਵੰਸ਼ 652, ਪਹਤ ਮੋਆਬ ਜਿਹੜੇ ਯੇਸ਼ੂਆ ਅਤੇ ਯੋਆਬ ਦੀ ਵੰਸ਼ ਵਿੱਚੋਂ ਸਨ, ਜੋ 2818, ਏਲਾਮ ਦੀ ਵੰਸ਼ 1254, ਜੱਤੂ ਦੀ ਵੰਸ਼ 845, ਜਕਈ ਦੀ ਵੰਸ਼ 760, ਬਿਨੂਈ ਦੀ ਵੰਸ਼ 648, ਬੇਬਈ ਦੀ ਵੰਸ਼ 628, ਅਜ਼ਗਾਦ ਦੀ ਵੰਸ਼ 2322, ਅਦੋਨੀਕਾਮ ਦੀ ਵੰਸ਼ 667, ਬਿਗਵਾਈ ਦੀ ਵੰਸ਼ 2067, ਆਦੀਨ ਦੀ ਵੰਸ਼ 655, ਹਿਜਕਿਯਾਹ ਦੇ ਅਟੇਰ ਦੀ ਵੰਸ਼ 98, ਹਾਸੂਮ ਦੀ ਵੰਸ਼ 328, ਬੇਸਾਈ ਦੀ ਵੰਸ਼ 324, ਹਾਰੀਫ ਦੀ ਵੰਸ਼ 112, ਬਿਗਿਓਨ ਦੀ ਵੰਸ਼ 95, ਬੈਤਲਿਆ ਅਤੇ ਨਟੋਵਾ ਦੇ ਮਨੁੱਖ 188, ਅਨਾਤੋਤ ਦੇ
ਮਨੁੱਖ 128, ਬੈਤ ਅਜਮਾਵਤ ਦੇ ਮਨੁੱਖ 42, ਕਿਰਿਅਤ ਯਾਰੀਮ, ਅਰ ਕਫੀਰਾ ਅਤੇ ਯੇਬੂਸ ਬੇਰੋਜ਼ ਦੇ ਮਨੁੱਖ 743, ਗਮਾ ਅਤੇ ਗਵਾ ਦੇ ਮਨੁੱਖ 621, ਮਿਕਿਆ ਦੇ ਮਨੁੱਖ 122, ਬੈਤੇਲ ਅਰ ਆਈ ਦੇ ਮਨੁੱਖ 123, ਦੂਸਰੇ ਨਬੋ ਦੇ ਮਨੁੱਖ 52, ਦੂਸਰੇ ਇਲਾਮ ਦੇ ਵੰਸ਼ 1254, ਹਾਜੀਰ ਦੀ ਵੰਸ਼ 320, ਯਰੀਹੋ ਦੀ ਵੰਸ਼ 345, ਲੋਦ ਅਰ ਹਾਦੀਦ ਅਤੇ ਉਨੋ ਦੀ ਵੰਸ਼ 721, ਸਨਾ ਦੀ ਵੰਸ਼ 3930, ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਦੇ ਯਦਿਆ ਦੀ ਵੰਸ਼ 973, ਏਮੀਰ ਦੀ ਵੰਸ਼ 1052, ਪਸ਼ਹੂਰ ਦੀ ਵੰਸ਼ 1247, ਹਾਰੀਮ ਦੀ ਵੰਸ਼ 1017, ਲੇਵੀ ਅਰਥਾਤ ਕਦਮੀਏਲ ਦੇ ਯੇਸ਼ੂਆ ਦੀ ਵੰਸ਼ ਅਤੇ ਹੋਦੀਵਾ ਦੀ ਵੰਸ਼ 74, ਗੱਗੀ ਅਸ਼ਾਫ ਦੀ ਵੰਸ਼ 148, ਦਰਬਾਨ ਸ਼ਹੂਏਲ ਸ਼ਲੂਮ ਦੀ ਵੰਸ਼, ਅਰ ਆਟੇਰ ਦੀ ਵੰਸ਼, ਅਰ ਟਲਮੋਨ ਦੀ ਵੰਸ਼, ਅਰ ਅਕਬੂ ਦੀ ਵੰਸ਼, ਅਰ ਅਤੇ ਹਟੀਟਾ ਦੀ ਵੰਸ਼ ਅਤੇ ਸ਼ੋਬਾਈ ਦੀ ਵੰਸ਼ 138, ਨਥੀਨੀਮ ਅਰਥਾਤ ਸੀਹਾ ਦੀ ਵੰਸ਼, ਅਰ ਹਸੂਫਾ ਦੀ ਵੰਸ਼, ਅਰ ਟਬਾਓਤ ਦੀ ਵੰਸ਼, ਕੇਰੋਸ ਦੀ ਵੰਸ਼, ਅਰ ਸੀਆ ਦੀ ਵੰਸ਼, ਅਰ ਪਾਦੋਨ ਦੀ ਵੰਸ਼, ਲਬਾਨਾ ਦੀ ਵੰਸ਼, ਅਰ ਹਗਾਬਾ ਦੀ ਵੰਸ਼, ਅਰ ਸਲਮਈ ਦੀ ਵੰਸ਼, ਹਨਾ ਦੀ ਵੰਸ਼, ਅਰ ਗਿਦੇਲ ਦੀ ਵੰਸ਼, ਅਰ ਗਾਹਦ ਦੀ ਵੰਸ਼, ਰਾਇਆ ਦੀ ਵੰਸ਼, ਅਰ ਰਸੀਮ ਦੀ ਵੰਸ਼, ਅਰ ਨਕੋਦਾ ਦੀ ਵੰਸ਼, ਗਯਾਮ ਦੀ ਵੰਸ਼, ਅਰ ਉਜਾ ਦੀ ਵੰਸ਼, ਅਰ ਪਾਸੇ ਦੀ ਵੰਸ਼, ਬੇਸਈ ਦੀ ਵੰਸ਼, ਅਰ ਮਾਉਨੀਮ ਦੀ ਵੰਸ਼, ਅਰ ਨਫੀਸ਼ੀਮ ਦੀ ਵੰਸ਼, ਬਕਬੂਕ ਦੀ ਵੰਸ਼, ਅਰ ਹਕੂਫਾ ਦੀ ਵੰਸ਼, ਅਰ ਹੂਰ ਦੀ ਵੰਸ਼, ਬਸਲੀਤ ਦੀ ਵੰਸ਼, ਅਰ ਮਹੀਦਾ ਦੀ ਵੰਸ਼, ਅਰ ਹਰਸ਼ਾ ਦੀ ਵੰਸ਼, ਬਰਕੋਸ ਦੀ ਵੰਸ਼, ਅਰ ਸ਼ੇਸ਼ਰਾ ਦੀ ਵੰਸ਼, ਅਰ ਥਾਮ ਦੀ ਵੰਸ਼, ਨਸੀਹ ਦੀ ਵੰਸ਼, ਅਰ ਹਟੀਫਾ ਦੀ ਵੰਸ਼, ਸੁਲੇਮਾਨ ਦੇ ਟਹਿਲੂਆਂ ਦੀ ਵੰਸ਼, ਸ਼ੋਟਈ ਦੀ ਵੰਸ਼, ਅਰ ਸੋਫਰਥ ਦੀ ਵੰਸ਼, ਅਰ ਪਰੀਦਾ ਦੀ ਵੰਸ਼, ਯਲਾਮ ਦੀ ਵੰਸ਼, ਅਰ ਦਰ ਕੌਨ ਦੀ ਵੰਸ਼, ਅਰ ਗਿਦੇਲ ਦੀ ਵੰਸ਼, ਸ਼ਫਟ ਨਿਆ ਦੀ ਵੰਸ਼, ਅਰ ਹਟੀਲ ਦੀ ਵੰਸ਼, ਅਰ ਸਬਾਈਮ ਦੇ ਫੋਕਰਥ ਦੀ ਵੰਸ਼, ਅਰ ਆਮੋਨ ਦੀ ਵੰਸ਼, ਸਾਰੇ ਨਥੀਨੀਮ ਅਤੇ ਸੁਲੇਮਾਨ ਦੇ ਟਹਿਲੂਆਂ ਦੀ ਵੰਸ਼ 392। ਇਹ ਉਹ ਸਨ ਜਿਹੜੇ ਤੇਲਮ ਲ ਅਰ ਤੇਲ ਹਰਫਾ ਅਰ ਕਰੂਬ ਅਰ ਅਦੋਨ ਅਰ ਅਤੇ ਈਮੋਰ ਤੋਂ ਉਤਾਂਹ ਗਏ ਸਨ, ਪਰ ਆਪਣੇ ਪਿਓ ਦਾਦਿਆਂ ਦੇ ਘਰਾਣੇ ਦਾ ਅਤੇ ਆਪਣੇ ਨਸਲ ਦਾ ਪਤਾ ਨਾ ਦੇ ਸਕੇ। ਭਈ ਇਸਰਾਏਲ ਵਿੱਚੋਂ ਵੀ ਸਨ ਦਲਾ ਦੀ ਵੰਸ਼, ਅਰ ਟੋਬੀਆ ਦੀ ਵੰਸ਼, ਅਰ ਨਕੋਦਾ ਦੀ ਵੰਸ਼ 642 ਅਤੇ ਜਾਜਕਾਂ ਵਿੱਚੋਂ ਹਾਬਾ ਦੀ ਵੰਸ਼, ਅਰ ਕੋਸ਼ ਦੀ ਵੰਸ਼, ਬਰਜਿਲਈ ਦੀ ਵੰਸ਼, ਜਿਨ੍ਹਾਂ ਦੇ ਵਿਰਜਿਲਈ ਗਿਲ ਆਦਿ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ, ਇਸ ਲਈ ਉਹਨਾਂ ਦੇ ਨਾਂ ਉੱਤੇ ਪੁਕਾਰੀ ਗਈ। ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸ਼ਾਵਲੀ ਵਿੱਚ ਭਾਲਿਆ, ਪਰ ਜਦੋਂ ਉਹ ਨਾ ਮਿਲਿਆ ਤਦ ਉਹ ਅਸ਼ੁੱਧ ਠਹਿਰ ਕੇ ਜਾਜਕਈ ਵਿੱਚੋਂ ਕੱਢੇ ਗਏ। ਤਾਂ ਹਾਕਮ ਨੇ ਉਹਨਾਂ ਨੂੰ ਆਖਿਆ ਕਿ ਇਹ ਅਪਵਿੱਤਰ ਚੀਜ਼ਾਂ ਵਿੱਚ ਨਾ ਖਾਣ, ਜਿੰਨਾ ਚਿਰ ਊਰੀਮ ਅਰ ਤੁਮੀਮ ਲਈ ਕੋਈ ਜਾਜਕ ਨਾ ਖੜਾ ਹੋਵੇ। ਸਾਰੀ ਸਭਾ ਮਿਲ ਕੇ 42,360 ਸੀ। ਉਹਨਾਂ ਦੇ ਗੋਲੇ ਅਤੇ ਗੋਲੀਆਂ ਤੋਂ ਛੁੱਟੇ ਜਿਹੜੇ 7,337 ਸਨ, ਅਤੇ ਰਾਗੀ ਅਤੇ ਰਾਗਣਾ ਦੇ
245 ਸਨ, ਉਹਨਾਂ ਦੇ ਘੋੜੇ 736 ਅਤੇ ਉਹਨਾਂ ਦੀਆਂ ਖੱਚਰਾਂ 245 ਸਨ, ਉਹਨਾਂ ਦੇ ਊਠ 435 ਅਤੇ ਉਹਨਾਂ ਦੇ ਗਧੇ 6720। ਉਹਨਾਂ ਦੇ ਪਿਓ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਿੱਤਾ ਅਤੇ ਹਾਕਮ ਨੇ 1000 ਦਰਮ ਸੋਨਾ ਅਤੇ 50 ਵਾਟੇ ਅਤੇ ਜਾਜਕਾਂ ਵਿੱਚ 530 ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ। ਪਿਓ ਦਾਦਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ 20,000 ਦਰਮ ਸੋਨਾ ਅਤੇ 2,200 ਮਾਣਹੇ ਚਾਂਦੀ ਖਜ਼ਾਨੇ ਵਿੱਚੋਂ ਦਿੱਤੀ ਅਤੇ ਬਾਕੀ ਲੋਕਾਂ ਨੂੰ ਜਿਹੜਾ ਦਿੱਤਾ ਉਹ 20,000 ਦਰਮ ਸੋਨਾ ਸੀ ਅਤੇ 2,000 ਮਾਣੇ ਚਾਂਦੀ ਅਤੇ ਜਾਜਕਾਂ ਲਈ 67 ਪੁਸ਼ਾਕਾਂ। 100 याजक और लेवी और दरबान और रागी और कई लोग और नतनीम सगों मसाग इशराइल ਆਪੋ ਆਪਣੇ ਸ਼ਹਿਰਾਂ ਵਿੱਚ ਵਸ ਗਏ। ਅਤੇ ਜਦੋਂ 7ਵਾਂ ਮਹੀਨਾ ਆਇਆ ਤਾਂ ਇਸਰਾਏਲੀ ਆਪਣੀਆਂ ਸ਼ਹਿਰਾਂ ਵਿੱਚ ਸਨ। ਅਧਿਆਇ 8। ਫਿਰ ਸਾਰੀ ਪ੍ਰਜਾ ਇੱਕ ਮਨ ਹੋ ਕੇ ਜਲ ਫਾਟਕ ਦੇ ਸਾਹਮਣੇ ਚੌਂਕ ਵਿੱਚ ਇਕੱਠੀ ਹੋਈ ਤਾਂ ਉਹਨਾਂ ਨੇ ਅਜਰਾ ਲਿਖਾਰੀ ਨੂੰ ਆਖਿਆ ਕਿ ਮੂਸਾ ਦੀ ਵਿਵਸਥਾ ਦੀ ਪੋਥੀ ਨੂੰ ਲਿਆ, ਜਿਹਦਾ ਯਹੋਵਾ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ। ਅਜਰਾ ਯਾਜਕ 7ਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨੁੱਖਾਂ ਅਤੇ ਤੀਵੀਆਂ ਦੀ ਸਭਾ ਦੇ ਅੱਗੇ, ਸਗੋਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸਕਦੇ ਸਨ, ਵਿਵਸਥਾ ਨੂੰ ਲਿਆਇਆ ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੋਹ ਫੁੱਟਣ ਤੋਂ ਲੈ ਕੇ ਅੱਧੇ ਦਿਨ ਤੱਕ ਮਨੁੱਖਾਂ ਅਤੇ ਤੀਵੀਆਂ ਅਤੇ ਸਿਆਣਿਆਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪ੍ਰਜਾ ਦੇ ਕੰਨ ਵਿਵਸਥਾ ਦੀ ਪੋਥੀ ਵੱਲ ਲੱਗੇ ਰਹੇ। ਤਾਂ ਅਜਰਾ ਲਿਖਾਰੀ ਇੱਕ ਲੱਕੜੀ ਦੇ ਤਖਤਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਉਹਨਾਂ ਨੇ ਇਸੇ ਕੰਮ ਵਿੱਚ ਲਈ ਬਣਾਇਆ ਸੀ, ਅਤੇ ਉਹਨਾਂ ਦੇ ਕੋਲ ਮੱਥਿਆ ਅਰ ਸ਼ਮਿਆ ਅਰ ਅਨਾਇਆ ਅਰ ਊਰੀਆ ਅਰ ਹਿਲਕੀਆ ਅਤੇ ਮਾਸ਼ੇਇਆ ਉਹਦੇ ਸੱਜੇ ਪਾਸੇ ਅਤੇ ਉਹਦੇ ਖੱਬੇ ਪਾਸੇ ਬਦਾਇਆ ਅਰ ਮਿਸ਼ਾਏਲ ਅਰ ਮਲੀਕਿਆ ਅਰ ਹਾਸ਼ੂਮ ਅਰ ਹਸ਼ਬਦਾਨਾ ਅਰ ਜ਼ਕਰਿਆ ਅਰ ਮਸੂਏਲ ਖੜੇ ਸਨ। ਤਾਂ ਅਜਰਾ ਨੇ ਸਾਰੀ ਪ੍ਰਜਾ ਦੇ ਵੇਖਦਿਆਂ ਪੋਥੀ ਖੋਲ੍ਹੀ, ਕਿਉਂਕਿ ਜੋ ਉਹ ਸਾਰੀ ਪ੍ਰਜਾ ਤੋਂ ਉੱਚੇ ਥਾਂ ਤੇ ਸੀ, ਅਤੇ ਉਹਦੇ ਖੋਲ੍ਹਦਿਆਂ ਸਾਰ ਸਾਰੀ ਪ੍ਰਜਾ ਉੱਠ ਕੇ ਖੜੀ ਹੋ ਗਈ। ਤਾਂ ਅਜਰਾ ਨੇ ਯਹੋਵਾ ਨੂੰ, ਜਿਹੜਾ ਮਹਾਨ ਪਰਮੇਸ਼ਵਰ ਹੈ, ਮੁਬਾਰਕ ਆਖਿਆ। ਤਾਂ ਸਾਰੀ ਪ੍ਰਜਾ ਨੇ ਹੱਥ ਚੁੱਕ ਕੇ ਆਮੀਨ ਆਮੀਨ ਵਿੱਚ ਉੱਤਰ ਦਿੱਤਾ ਅਤੇ ਯਹੋਵਾ ਅੱਗੇ ਧਰਤੀ ਤੀਕ ਸਿਰ ਨੂੰ ਝੁਕਾ ਕੇ ਮੱਥਾ ਟੇਕਿਆ। ਅਤੇ ਯੇਸ਼ੂਆ ਅਰ ਬਾਨੀ ਅਰ ਸ਼ੇਰੇਬਿਆ ਅਰ ਯਾਮੀਨ ਅਰ ਅਕੂਬ ਅਰ ਸ਼ਬਥਈ ਅਰ ਹੋਦੀਆ ਅਰ ਮਹਿਸ਼ੇਇਆ ਅਰ ਕਲੀਟਾ ਅਰ ਅਰਜਿਆ ਅਰ ਯੋਜਾਬਾਦ ਅਰ ਹਨਾਇਆ ਅਰ ਪਲਾਇਆ ਅਤੇ ਲੇਵੀਆਂ ਨੇ ਪ੍ਰਜਾ ਨੂੰ ਵਿਵਸਥਾ ਸਮਝਾਈ। ਪ੍ਰਜਾ ਆਪਣੇ ਥਾਂ ਤੇ ਖੜੀ ਰਹੀ ਅਤੇ ਉਹਨਾਂ ਨੇ ਪਰਮੇਸ਼ਵਰ ਦੀ ਵਿਵਸਥਾ ਦੀ ਪੋਥੀ ਨੂੰ ਬੜੀ ਸਫਾਈ ਨਾਲ ਪੜ੍ਹਿਆ ਅਤੇ ਅਰਥ ਕੀਤੇ, ਅਤੇ ਇਸ ਪਾਠ ਨੂੰ ਉਹਨਾਂ ਨੇ ਸਮਝਾ ਦਿੱਤਾ। ਅਤੇ ਨਹਿਮੀਆ ਜਿਹੜਾ ਹਾਕਮ ਸੀ, ਅਤੇ ਅਜਰਾ ਜਿਹੜਾ ਯਾਜਕ ਤੇ ਲਿਖਾਰੀ ਸੀ, ਅਤੇ ਲੇਵੀ ਜਿਹੜੇ ਸਿਖਾਉਂਦੇ ਸਨ, ਸਾਰੀ ਪ੍ਰਜਾ ਨੂੰ ਆਖਿਆ, ਅੱਜ ਦਾ ਦਿਨ ਯਹੋਵਾ ਤੁਹਾਡੇ ਪਰਮੇਸ਼ਵਰ ਲਈ ਪਵਿੱਤਰ ਹੈ। ਨਾ ਸੋ ਕਰੋ ਨਾ ਰੋਵੋ, ਕਿਉਂਕਿ ਜੋ ਸਾਰੀ ਪ੍ਰਜਾ ਵਿਵਸਥਾ ਦੀਆਂ ਗੱਲਾਂ ਨੂੰ ਸੁਣ ਕੇ ਰੋਂਦੀ ਸੀ। ਅਤੇ ਤਾਂ ਉਸ ਨੇ ਉਹਨਾਂ ਨੂੰ ਆਖਿਆ, ਜਾਓ ਅਤੇ ਬੰਦਿਆਈ ਖਾਓ ਅਤੇ ਮਿੱਠਾ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਹਨਾਂ ਲਈ ਵੀ ਛਾਂਦਾ ਘੱਲੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪਰਮੇਸ਼ਵਰ ਲਈ ਪਵਿੱਤਰ ਹੈ। ਅਤੇ ਤੁਸੀਂ ਝੁਰੇਵਾਂ ਨਾ ਕਰੋ, ਕਿਉਂਕਿ ਯਹੋਵਾ ਦਾ ਆਨੰਦ ਤੁਹਾਡਾ ਬਲ ਹੈ। ਤਾਂ ਲੇਵੀਆਂ ਨੇ ਸਾਰੀ ਪ੍ਰਜਾ ਨੂੰ ਇਹ ਆਖ ਕੇ ਠੰਡਾ ਕੀਤਾ ਕਿ ਚੁੱਪ ਰਹੋ, ਕਿਉਂ ਜੋ ਇਹ ਦਿਨ ਪਵਿੱਤਰ ਹੈ, ਝੁਰੇਵਾਂ ਨਾ ਕਰੋ। ਤਾਂ ਸਾਰੀ ਪ੍ਰਜਾ ਖਾਣ ਪੀਣ ਅਤੇ ਛਾਂਦੇ ਘੱਲਣ ਲਈ ਅਤੇ ਵੱਡਾ ਆਨੰਦ ਕਰਨ ਲਈ ਚਲੀ ਗਈ, ਕਿਉਂ ਜੋ ਉਹ ਇਹਨਾਂ ਗੱਲਾਂ ਨੂੰ ਜਿਹੜੀਆਂ ਉਹਨਾਂ ਨੂੰ ਦੱਸੀਆਂ ਗਈਆਂ ਸਮਝਦੇ ਸਨ। ਦੂਜੇ ਦਿਨ ਸਾਰੀ ਪ੍ਰਜਾ ਦੇ ਪਿਓ ਦਾਦਿਆਂ ਦੇ ਮੁਖੀਏ ਅਰ
ਜਾਜਕ ਅਤੇ ਲੇਵੀ ਅਜਰਾ ਲਿਖਾਰੀ ਕੋਲ ਇਕੱਠੇ ਹੋਏ ਪਈ ਵਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ ਤੇ ਉਹਨਾਂ ਨੂੰ ਵਿਵਸਥਾ ਵਿੱਚ ਇਹ ਲਿਖਿਆ ਮਿਲਿਆ ਕਿ ਯਹੋਵਾ ਨੇ ਮੂਸਾ ਦੇ ਰਾਹੀਂ ਹੁਕਮ ਦਿੱਤਾ ਸੀ ਭਈ ਇਸਰਾਏਲ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਵਸਣ ਅਤੇ ਸਾਰਿਆਂ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਦੀ ਡੋਡੀ ਪਿਟਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜੈਤੂਨ ਦੀਆਂ ਟਹਿਣੀਆਂ ਅਰ ਤੇਲ ਦੇ ਬਿਰਛ ਦੀਆਂ ਟਹਿਣੀਆਂ ਅਰ ਮਹਿੰਦੀ ਦੀਆਂ ਟਹਿਣੀਆਂ ਅਰ ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਓ ਜਿਵੇਂ ਲਿਖਿਆ ਹੈ। ਤਾਂ ਲੋਕ ਬਾਹਰ ਗਏ ਅਤੇ ਉਹ ਇਹਨਾਂ ਨੂੰ ਲਿਆਏ ਅਤੇ ਹਰ ਮਨੁੱਖ ਨੇ ਆਪਣੇ ਛੱਤ ਉੱਤੇ ਆਪਣੇ ਵਿਹੜੇ ਵਿੱਚ ਅਤੇ ਪਰਮੇਸ਼ਰ ਦੇ ਭਵਨ ਦੇ ਵਿਹੜੇ ਵਿੱਚ ਅਰ ਗੈਲ ਫਾਟਕ ਦੇ ਚੌਂਕ ਵਿੱਚ ਅਤੇ ਅਫਰਾਈਮੀ ਫਾਟਕ ਦੇ ਚੌਂਕ ਵਿੱਚ ਆਪਣੇ ਲਈ ਡੇਰੇ ਬਣਾਏ। ਸਾਰੀ ਸਭਾ ਨੇ ਜਿਹੜੇ ਅਸ਼ੀਰੀ ਵਿੱਚੋਂ ਮੁੜ ਆਈ ਸੀ ਡੇਰੇ ਬਣਾਏ ਅਤੇ ਡੇਰਿਆਂ ਵਿੱਚ ਵਸ ਗਏ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਇਸਰਾਏਲੀਆਂ ਨੇ ਅੱਜ ਦੇ ਦਿਨ ਤੀਕ ਏਦਾਂ ਨਹੀਂ ਕੀਤਾ ਸੀ। ਤਾਂ ਉਹ ਬਹੁਤ ਵੱਡਾ ਆਨੰਦ ਹੋਇਆ ਅਤੇ ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੀਕ ਉਸਨੇ ਪਰਮੇਸ਼ਰ ਦੀ ਵਿਵਸਥਾ ਦੀ ਪੋਥੀ ਨੂੰ ਨਿੱਤਾ ਨੇਮ ਪੜ੍ਹਿਆ ਅਤੇ 7 ਦਿਨ ਉਹਨਾਂ ਨੇ ਪਰਬ ਮਨਾਇਆ ਅਤੇ 8ਵੇਂ ਦਿਨ ਦਸਤੂਰ ਦੇ ਅਨੁਸਾਰ ਸ਼੍ਰੋਮਣੀ ਸਭਾ ਹੋਈ। ਅਧਿਆਇ 9 ਉਸੇ ਮਹੀਨੇ ਦੀ 24ਵੀਂ ਤਰੀਕ ਨੂੰ ਇਸਰਾਏਲੀ ਵਰਤ ਰੱਖ ਕੇ ਅਤੇ ਤੜਪ ਬੰਨ੍ਹ ਕੇ ਅਤੇ ਖਾਕ ਆਪਣੇ ਉੱਪਰ ਪਾ ਕੇ ਇਕੱਠੇ ਕੀਤੇ ਗਏ ਤੇ ਇਸਰਾਏਲ ਦੀ ਨਸਲ ਦੇ ਸਾਰੇ ਓਪਰੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅੱਡ ਕੀਤਾ ਅਤੇ ਖੜੇ ਹੋ ਕੇ ਆਪਣੇ ਪਾਪਾਂ ਦਾ ਅਤੇ ਆਪਣੇ ਪਿਓ ਦਾਦਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ ਤੇ ਉਹਨਾਂ ਨੇ ਆਪਣੇ ਥਾਂ ਤੇ ਖੜੇ ਹੋ ਕੇ ਪਹਿਰ ਦਿਨ ਚੜ੍ਹੇ ਤੱਕ ਯਹੋਵਾ ਆਪਣੇ ਪਰਮੇਸ਼ਰ ਦੀ ਵਿਵਸਥਾ ਦੀ ਪੋਥੀ ਨੂੰ ਪੜ੍ਹਿਆ ਅਤੇ ਦੂਸਰੇ ਪਹਿਰ ਉਹਨਾਂ ਨੇ ਇਕਰਾਰ ਕੀਤਾ ਤੇ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਮੱਥਾ ਟੇਕਿਆ। ਤਦ ਲੇਵੀਆਂ ਵਿੱਚੋਂ ਯੇਸ਼ੂਆ ਅਰ ਬਾਨੀ ਅਰ ਕਦਮੀਏਲ ਅਰ ਸ਼ਬਨਿਆ ਅਰ ਬੁੰਨੀ ਅਰ ਸ਼ੇਰੇਬਿਆ ਅਰ ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜੇ ਹੋ ਕੇ ਵੱਡੀ ਆਵਾਜ਼ ਨਾਲ ਯਹੋਵਾ ਆਪਣੇ ਪਰਮੇਸ਼ਰ ਦੇ ਅੱਗੇ ਦੁਹਾਈ ਦਿੱਤੀ। ਫਿਰ ਯੇਸ਼ੂਆ ਅਰ ਕਦਮੀਏਲ ਅਰ ਬਾਨੀ ਅਤੇ ਹਸ਼ਬਨਾ ਅਰ ਸ਼ੇਰੇਬਿਆ ਅਰ ਹੋਦੀਆ ਅਰ ਸ਼ਬਨਯਾ ਅਤੇ ਪਥਰਿਆ ਲੇਵੀਆਂ ਨੇ ਆਖਿਆ ਉੱਠ ਕੇ ਯਹੋਵਾ ਆਪਣੇ ਪਰਮੇਸ਼ਰ ਨੂੰ ਜੁਗੋ ਜੁਗ ਮੁਬਾਰਕ ਆਖੋ ਅਤੇ ਤੇਰਾ ਪ੍ਰਤਾਪ ਵਾਲਾ ਨਾਮ ਮੁਬਾਰਕ ਹੋਵੇ ਸੋ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਦੇ ਉੱਤੇ ਉੱਚਾ ਹੈ। ਤੂੰ ਹੀ ਕੇਵਲ ਇੱਕ ਯਹੋਵਾ ਹੈ ਤੂੰ ਆਕਾਸ਼ ਅਤੇ ਆਕਾਸ਼ਾਂ ਦੇ ਆਕਾਸ਼ ਦੀ ਤੇ ਉਹਨਾਂ ਦੀ ਸਾਰੀ ਸੈਨਾ ਧਰਤੀ ਅਤੇ ਉਸਦੀਆਂ ਸਾਰੀਆਂ ਚੀਜ਼ਾਂ ਸਮੁੰਦਰ ਅਤੇ ਜੋ ਕੁਝ ਉਹਨਾਂ ਦੇ ਵਿੱਚ ਹੈ ਬਣਾਏ ਅਤੇ ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈ ਅਤੇ ਆਕਾਸ਼ ਦੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ। ਤੂੰ ਉਹ ਯਹੋਵਾ ਪਰਮੇਸ਼ਰ ਹੈ ਜਿਨ ਅਬਰਾਮ ਨੂੰ ਚੁਣਿਆ ਅਤੇ ਕਸਦੀਆਂ ਦੇ ਊਰ ਵਿੱਚੋਂ ਕੱਢ ਲਿਆਂਦਾ ਅਤੇ ਤੂੰ ਉਸਦਾ ਨਾਮ ਅਬਰਾਮ ਰੱਖਿਆ। ਤੂੰ ਉਹਦਾ ਮਨ ਆਪਣੇ ਸਨਮੁਖ ਈਮਾਨ ਵਾਲਾ ਪਾਇਆ ਅਤੇ ਉਹਦੇ ਨਾਲ ਕਨਾਨੀਆਂ ਹਿੱਤੀਆਂ ਅਮੋਰੀਆਂ ਫੇਰਜ਼ੀਆਂ ਯਬੂਸੀਆਂ ਅਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਨੇਮ ਬੰਨ੍ਹਿਆ ਅਰਥਾਤ ਉਹਦੀ ਤੂੰ ਦੇਂਦਾ ਅਤੇ ਤੂੰ ਆਪਣੀਆਂ ਗੱਲਾਂ ਨੂੰ ਪੂਰਾ ਕੀਤਾ ਕਿਉਂ ਜੋ ਤੂੰ ਧਰਮੀ ਹੈ। ਤੂੰ ਸਾਡੇ ਪਿਓ ਦਾਦਿਆਂ ਦੀ ਵਿਪਤਾ ਨੂੰ ਮਿਸਰ ਵਿੱਚ ਵੇਖਿਆ ਤੇ ਤੂੰ ਲਾਲ ਸਮੁੰਦਰ ਉੱਤੇ ਉਹਨਾਂ ਦੀ ਦੁਹਾਈ ਸੁਣੀ ਤੇ ਫਿਰੌਨ ਦੇ ਉੱਤੇ ਅਤੇ ਉਹਦੇ ਸਾਰੇ ਟਹਿਲੂਆਂ ਉੱਤੇ ਅਤੇ ਉਹਦੇ ਦੇਸ਼ ਦੀ ਸਾਰੀ ਰਈਅਤ ਉੱਤੇ ਨਿਸ਼ਾਨ ਅਤੇ ਆਸ਼ਚਰਜ ਕੰਮ ਦਿਖਾਏ ਕਿਉਂਕਿ ਤੂੰ ਜਾਣਦਾ ਸੈਂ ਕਿ ਉਹਨਾਂ ਨੇ ਉਹਨਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਓ ਕੀਤਾ ਸੋ ਤੂੰ ਆਪਣੇ ਲਈ ਇੱਕ ਨਾਮ ਬਣਾਇਆ ਜਿਵੇਂ ਅੱਜ ਦੇ ਦਿਨ ਹੈ ਅਤੇ ਤੈਂ ਉਹਨਾਂ ਦੇ ਅੱਗੋਂ ਸਮੁੰਦਰ ਨੂੰ 2 ਭਾਗ ਕਰ ਦਿੱਤਾ ਤੇ ਉਹ ਸਮੁੰਦਰ ਦੇ ਵਿੱਚ ਦੀ ਸੁੱਕੀ ਧਰਤੀ ਤੇ ਲੰਘੇ ਤੇ ਉਹਨਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਡੂੰਘਾਈਆਂ ਵਿੱਚ ਇਉਂ ਸੁੱਟਿਆ ਜਿਵੇਂ ਪੱਥਰ ਵੱਡਿਆਂ ਪਾਣੀਆਂ ਵਿੱਚ। ਤੂੰ ਦਿਨ ਨੂੰ ਬਦਲ ਕੇ ਥੰਮ ਅਤੇ ਰਾਤ ਨੂੰ ਅੱਗ ਦੇ ਥੰਮ ਵਿੱਚ ਉਹਨਾਂ ਦੀ ਅਗਵਾਈ ਕੀਤੀ ਤਾਂ ਜੋ ਉਹ ਰਾਹ ਵਿੱਚ ਜਿਹਦੇ ਵਿੱਚ ਉਹ ਚੱਲਦੇ ਸਨ ਉਹਨਾਂ ਲਈ ਚਾਨਣ ਹੋਵੇ। ਤੇ ਤੂੰ ਸੀਨਈ ਪਹਾੜ
ਉੱਤੇ ਉਤਰਿਆ ਅਤੇ ਆਕਾਸ਼ ਵਿੱਚ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਸਿੱਧੇ ਨਿਆਂ, ਸੱਚੀਆਂ ਵਿਵਸਥਾ ਅਰ ਚੰਗੀਆਂ ਵਿਧੀਆਂ ਤੇ ਹੁਕਮਾਂ ਉਹਨਾਂ ਨੂੰ ਦਿੱਤੇ ਅਤੇ ਉਹਨਾਂ ਨੂੰ ਆਪਣੇ ਪਵਿੱਤਰ ਸ਼ਬਦ ਤੋਂ ਜਾਣੂ ਕਰਾਇਆ ਤੇ ਹੁਕਮ ਅਰ ਵਿਧੀਆਂ ਅਰ ਵਿਵਸਥਾ ਦਾ ਤੈਂ ਆਪਣੇ ਦਾਸ ਮੂਸਾ ਦੇ ਰਾਹੀਂ ਉਹਨਾਂ ਨੂੰ ਹੁਕਮ ਦਿੱਤਾ ਅਤੇ ਤੈਂ ਉਹਨਾਂ ਨੂੰ ਆਕਾਸ਼ ਤੋਂ ਉਹਨਾਂ ਦੀ ਭੁੱਖ ਲਈ ਰੋਟੀ ਦਿੱਤੀ ਅਤੇ ਉਹਨਾਂ ਦੀ ਤਿਹਾਂ ਲਈ ਚਟਾਨ ਵਿੱਚੋਂ ਪਾਣੀ ਕੱਢਿਆ ਤੇ ਉਹਨਾਂ ਨੂੰ ਆਖਿਆ ਕਿ ਇਸ ਧਰਤੀ ਉੱਤੇ ਕਬਜ਼ਾ ਕਰਨ ਲਈ ਜਾਣ ਜਿਹਦੇ ਉਹਨਾਂ ਨੂੰ ਦੇਣ ਦੀ ਸਹੁੰ ਤੇ ਤੈਂ ਖਾਧੀ ਸੀ, ਪਰ ਉਹਨਾਂ ਨੇ ਤੇ ਸਾਡੇ ਪਿਓ ਦਾਦਿਆਂ ਨੇ ਹੰਕਾਰ ਕੀਤਾ ਤੇ ਆਪਣੀਆਂ ਧੌਣਾਂ ਅਕੜਾ ਲਈਆਂ ਤੇ ਉਹਨਾਂ ਨੇ ਤੇਰੇ ਹੁਕਮਾਂ ਨੂੰ ਨਾ ਸੁਣਿਆ ਤੇ ਉਹਨਾਂ ਨੇ ਸੁਣਨ ਤੋਂ ਇਨਕਾਰ ਕੀਤਾ ਤੇ ਤੇਰੇ ਅਚਰਜ ਕੰਮਾਂ ਨੂੰ ਜਿਹੜੇ ਤੈਂ ਉਹਨਾਂ ਲਈ ਕੀਤੇ ਚੇਤੇ ਨਾ ਰੱਖਿਆ, ਪਰ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਤੇ ਉਹਨਾਂ ਨੇ ਆਪਣੇ ਆਖੀ ਪੁਣੇ ਵਿੱਚ ਇੱਕ ਮੁਖੀਆ ਬਣਾਇਆ ਸੋ ਉਹਨਾਂ ਨੂੰ ਮੁੜ ਗੁਲਾਮੀ ਵਿੱਚ ਲਿਆਵੇ। ਪਰ ਤੂੰ ਇੱਕ ਖਿਮਾ ਕਰਨ ਵਾਲਾ ਪਰਮੇਸ਼ਰ ਹੈ, ਦਿਆਲੂ ਤੇ ਕਿਰਪਾਲੂ ਹੈ ਤੇ ਕਹਿਰ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ ਹੈ, ਸੋ ਤੂੰ ਉਹਨਾਂ ਨੂੰ ਵਿਸਾਰਿਆ ਨਹੀਂ। ਹਾਂ, ਜਦ ਉਹਨਾਂ ਨੇ ਆਪਣੇ ਲਈ ਇੱਕ ਢਾਲੀਆਂ ਹੋਈਆਂ ਵੱਛਾਂ ਬਣਾਈਆਂ ਤੇ ਆਖਿਆ, ਇਹ ਤੇਰਾ ਪਰਮੇਸ਼ਰ ਹੈ ਜਿਹੜਾ ਤੈਨੂੰ ਮਿਸਰ ਵਿੱਚੋਂ ਤਾਹਾਂ ਲਿਆਇਆ, ਤੇ ਉਹਨਾਂ ਨੇ ਛੇੜਖਾਨੀ ਦੇ ਵੱਡੇ ਵੱਡੇ ਕੰਮ ਕੀਤੇ, ਤਦ ਵੀ ਤੈਂ ਆਪਣੀ ਬਹੁਤੀ ਦਿਆਲਤਾ ਤੇ ਉਹਨਾਂ ਨੂੰ ਉਜਾੜ ਲਈ ਨਹੀਂ ਤਿਆਗਿਆ। ਦਿਨ ਨੂੰ ਬੱਦਲ ਦਾ ਥੰਬ ਅਤੇ ਉਹਨਾਂ ਦੀ ਅਗਵਾਈ ਕਰਨ ਤੋਂ ਅਤੇ ਰਾਤ ਨੂੰ ਅੱਗ ਦਾ ਥੰਬ ਉਹਨਾਂ ਦੇ ਰਾਹ ਵਿੱਚ ਚਾਨਣ ਦੇਣ ਤੋਂ ਅੱਡ ਨਾ ਹੋਇਆ ਤੇ ਤੈਂ ਆਪਣੀ ਨੇਕ ਆਤਮਾ ਉਹਨਾਂ ਦੀ ਸਿੱਖਿਆ ਲਈ ਦਿੱਤੀ ਤੇ ਆਪਣਾ ਮਨ ਉਹਨਾਂ ਦੇ ਮੂੰਹ ਤੋਂ ਨਾ ਰੋਕਿਆ ਤੇ ਜਲ ਉਹਨਾਂ ਦੀ ਤਿਹਾਂ ਲਈ ਦਿੱਤਾ। 40 ਵਰ੍ਹੇ ਤੇ ਤੈਂ ਉਹਨਾਂ ਦੀ ਉਜਾੜ ਲਈ ਪਾਲਣਾ ਕੀਤੀ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜੋ ਨਾ ਰਹੀ, ਨਾ ਉਹਨਾਂ ਦੇ ਕੱਪੜੇ ਪੁਰਾਣੇ ਹੋਏ, ਨਾ ਉਹਨਾਂ ਦੇ ਪੈਰ ਸੁੱਜੇ। ਹੋਰ ਤੂੰ ਉਹਨਾਂ ਨੂੰ ਬਾਦਸ਼ਾਹੀਆਂ ਤੇ ਉਮਤਾਂ ਬਖਸ਼ੀਆਂ ਜਿਨ੍ਹਾਂ ਨੂੰ ਤੈਂ ਉਹਨਾਂ ਦੇ ਹਿੱਸਿਆਂ ਪਰਤੀ ਵੰਡ ਦਿੱਤਾ, ਸੋ ਉਹਨਾਂ ਨੇ ਸਿਯੋਨ ਦੇ ਦੇਸ਼ ਉੱਤੇ ਅਰ ਹਸ਼ਬੋਨ ਦੇ ਬਾਦਸ਼ਾਹ ਦੇ ਦੇਸ਼ ਉੱਤੇ ਤੇ ਬਾਸ਼ਾਨ ਦੇ ਬਾਦਸ਼ਾਹ ਔਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ ਅਤੇ ਤੂੰ ਉਹਨਾਂ ਦੀ ਵੰਸ਼ ਨੂੰ ਆਕਾਸ਼ ਦੇ ਤਾਰਿਆਂ ਵਾਂਗ ਵਧਾਇਆ ਤੇ ਉਹਨਾਂ ਨੂੰ ਉਸ ਦੇਸ਼ ਵਿੱਚ ਲਿਆਂਦਾ ਜਿਹਦੇ ਲਈ ਉਹਨਾਂ ਦੇ ਪਿਓ ਦਾਦਿਆਂ ਨੂੰ ਆਖਿਆ ਸੀ ਕਿ ਉਹ ਜਾ ਕੇ ਉਹਦੇ ਉੱਤੇ ਕਬਜ਼ਾ ਕਰਨ, ਸੋ ਉਹਨਾਂ ਦੀ ਵੰਸ਼ ਨੇ ਆ ਕੇ ਉਸ ਦੇਸ਼ ਉੱਤੇ ਕਬਜ਼ਾ ਕੀਤਾ ਤੇ ਤੈਂ ਉਹਨਾਂ ਦੇ ਅੱਗੇ ਉਸ ਦੇਸ਼ ਦੇ ਵਾਸੀਆਂ ਨੂੰ ਅਰਥਾਤ ਕਨਾਨੀਆਂ ਨੂੰ ਅਧੀਨ ਕੀਤਾ ਤੇ ਉਹਨਾਂ ਦੇ ਬਾਦਸ਼ਾਹ ਨੂੰ ਅਤੇ ਉਸ ਦੇਸ਼ ਦੀਆਂ ਉਮਤਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ ਭਈ ਉਹ ਜੋ ਚਾਹਣ ਉਹਨਾਂ ਨਾਲ ਕਰਨ। ਸੋ ਉਹਨਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਮੋਟੀ ਭੂਮੀ ਨੂੰ ਲੈ ਲਿਆ ਤੇ ਨਾਨਾ ਪ੍ਰਕਾਰ ਦੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਉੱਤੇ ਪੁੱਟੇ ਹੋਏ ਖੂਹਾਂ ਅਤੇ ਅੰਗੂਰੀ ਬਾਗਾਂ ਤੇ ਜੈਤੂਨ ਦੇ ਬਾਗਾਂ ਅਤੇ ਫਲ ਨਾਲ ਭਰੇ ਹੋਏ ਬਿਰਛਾਂ ਉੱਤੇ ਕਬਜ਼ਾ ਕਰ ਲਿਆ। ਫਿਰ ਉਹ ਖਾ ਕੇ ਰੱਜ ਗਏ ਅਤੇ ਮੋਟੇ ਹੋ ਗਏ ਤੇ ਤੇਰੀ ਵੱਡੀ ਭਲਾਈ ਦੇ ਕਾਰਨ ਪ੍ਰਸੰਨ ਹੋਏ, ਪਰ ਉਹ ਤੇਥੋਂ ਬੇਮੁਖ ਹੋ ਕੇ ਆਖੀ ਹੋ ਗਏ ਤੇ ਤੇਰੀ ਵਿਵਸਥਾ ਨੂੰ ਆਪਣੀ ਪਿੱਠ ਵਿੱਚ ਸੁੱਟ ਦਿੱਤਾ ਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ, ਜਿਹੜੇ ਉਹਨਾਂ ਨੂੰ ਤੇਰੀ ਵੱਲ ਮੁੜਨ ਵਿੱਚ ਸਾਖੀ ਦਿੰਦੇ ਸਨ ਤੇ ਉਹਨਾਂ ਨੇ ਛੇੜਖਾਨੀ ਦੇ ਵੱਡੇ ਵੱਡੇ ਕੰਮ ਕੀਤੇ। ਤਦ ਤੂੰ ਉਹਨਾਂ ਨੂੰ ਉਹਨਾਂ ਦੇ ਵਿਰੋਧੀਆਂ ਦੇ ਹੱਥ ਦੇ ਦਿੱਤਾ ਜਿਨ੍ਹਾਂ ਨੇ ਉਹਨਾਂ ਨੂੰ ਸਤਾਇਆ ਤੇ ਜਿਸ ਵੇਲੇ ਉਹਨਾਂ ਨੇ ਦੁੱਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ, ਤੈਂ ਆਕਾਸ਼ ਵਿੱਚ ਉਹਨਾਂ ਦੀ ਸੁਣੀ ਤੇ ਆਪਣੀ ਬਹੁਤੀ ਦਿਆਲਤਾ ਦੇ ਅਨੁਸਾਰ ਉਹਨਾਂ ਨੂੰ ਛੁਡਾਉਣ ਵਾਲੇ ਦਿੱਤੇ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਵਿਰੋਧੀਆਂ ਦੇ ਹੱਥੋਂ ਛੁਡਾਇਆ। ਪਰ ਜਦੋਂ ਉਹਨਾਂ ਨੂੰ ਆਰਾਮ ਮਿਲਿਆ ਤਦ ਉਹਨਾਂ ਫੇਰ ਤੇਰੇ ਅੱਗੇ ਬੁਰਾਈ ਕੀਤੀ, ਇਸ ਲਈ ਤੈਂ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ ਭਈ ਉਹ ਉਹਨਾਂ ਉੱਤੇ ਰਾਜ ਕਰਨ। ਪਰ ਉਹ ਜਦੋਂ ਮੁੜੇ ਅਤੇ ਤੇਰੀ ਦੁਹਾਈ ਦਿੱਤੀ, ਤੈਂ ਆਕਾਸ਼ ਵਿੱਚ ਉਹਨਾਂ ਦੀ ਸੁਣੀ ਅਤੇ ਬਹੁਤੀ ਵਾਰ ਆਪਣੀ ਦਿਆਲਤਾ ਦੇ ਅਨੁਸਾਰ ਉਹਨਾਂ ਨੂੰ ਛੁਡਾਇਆ ਤੇ ਤੂੰ ਉਹਨਾਂ ਦੇ ਵਿਰੁੱਧ ਗਵਾਹੀ ਦਿੱਤੀ ਤਾਂ ਜੋ ਤੂੰ ਉਹਨਾਂ ਨੂੰ ਆਪਣੀ ਵਿਵਸਥਾ ਵੱਲ ਮੋੜ ਲਿਆਵੇਂ। ਪਰ ਉਹਨਾਂ ਨੇ ਹੰਕਾਰ ਕੀਤਾ ਤੇ ਤੇਰੇ ਹੁਕਮਾਂ ਨੂੰ ਨਾ ਸੁਣਿਆ ਤੇ ਨਿਆਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਨੂੰ ਜੇ ਕੋਈ ਆਦਮੀ ਪੂਰਾ ਕਰੇ ਤਾਂ ਉਹਨਾਂ ਦੇ ਕਾਰਨ ਜਿਉਂਦਾ ਰਹੇ ਤੇ ਆਪਣੀਆਂ ਮੋਢਿਆਂ
ਖਿੱਚ ਕੇ ਆਪਣੀਆਂ ਧੌਣਾਂ ਆਕੜਾ ਲਈਆਂ ਅਤੇ ਉਹਨਾਂ ਨੇ ਨਾ ਸੁਣਿਆ ਤਾਂ ਵੀ ਤੂੰ ਬਹੁਤਿਆਂ ਵਰ੍ਹਿਆਂ ਤੀਕ ਉਹਨਾਂ ਦੀਆਂ ਝੱਲਦਾ ਰਿਹਾ ਤੇ ਆਪਣੀ ਆਤਮਾ ਨਾਲ ਨਬੀਆਂ ਦੇ ਰਾਹੀਂ ਗਵਾਹੀ ਦਿੱਤੀ, ਪਰ ਉਹਨਾਂ ਨੇ ਕੰਨ ਨਾ ਧਰਿਆ। ਇਸ ਲਈ ਤੈਂ ਉਹਨਾਂ ਨੂੰ ਉਹਨਾਂ ਦੇਸ਼ਾਂ ਦੀਆਂ ਉਮਤਾਂ ਦੇ ਹੱਥ ਵਿੱਚ ਦੇ ਦਿੱਤਾ, ਤਾਂ ਵੀ ਤੈਂ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਹਨਾਂ ਨੂੰ ਕਾਹੀ ਨਾਜ਼ ਹੋਣ ਲਈ ਛੱਡ ਦਿੱਤਾ, ਕਿਉਂਕਿ ਤੂੰ ਹੀ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਹੈ। ਹੁਣ ਹੇ ਸਾਡੇ ਪਰਮੇਸ਼ਵਰ, ਤੂੰ ਜੋ ਵੱਡਾ ਬਲਵੰਤ ਅਤੇ ਪੈਦਾਇਕ ਪਰਮੇਸ਼ਵਰ ਹੈ ਤੇ ਨੇਮ ਅਤੇ ਦਇਆ ਦੀ ਪਾਲਣਾ ਕਰਦਾ ਹੈ। ਇਹ ਸਾਰਾ ਕਸ਼ਟ ਜਿਹੜਾ ਸਾਡੇ ਉੱਤੇ, ਸਾਡਿਆਂ ਪਾਤਸ਼ਾਹਾਂ ਉੱਤੇ, ਸਾਡਿਆਂ ਸਰਦਾਰਾਂ ਉੱਤੇ, ਸਾਡਿਆਂ ਯਾਜਕਾਂ ਉੱਤੇ, ਸਾਡੇ ਨਬੀਆਂ ਉੱਤੇ, ਸਾਡਿਆਂ ਪਿਓ ਦਾਦਿਆਂ ਉੱਤੇ ਅਤੇ ਸਾਰੀ ਪ੍ਰਜਾ ਉੱਤੇ ਅਸ਼ੁਰੂ ਦੇ ਪਾਤਸ਼ਾਹ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਬੀਤਿਆ ਹੈ, ਸੋ ਤੇਰੇ ਸਨਮੁਖ ਹਲਕਾ ਨਾ ਜਾਣਿਆ ਜਾਵੇ, ਤਾਂ ਵੀ ਜੋ ਕੁਝ ਸਾਡੇ ਤੇ ਵਰਤਿਆ ਉਸ ਵਿੱਚ ਤੂੰ ਧਰਮੀ ਹੈ, ਕਿਉਂ ਜੋ ਤੂੰ ਸਾਡੇ ਨਾਲ ਸੱਚਾਈ ਨਾਲ ਵਰਤਿਆ। ਪਰ ਅਸਾਂ ਦੁਸ਼ਟਪੁਣਾ ਕੀਤਾ, ਸਾਡੇ ਪਾਤਸ਼ਾਹ ਨੇ, ਸਾਡਿਆਂ ਸਰਦਾਰਾਂ ਨੇ, ਸਾਡੇ ਯਾਜਕਾਂ ਨੇ ਅਤੇ ਸਾਡੇ ਪਿਓ ਦਾਦਿਆਂ ਨੇ ਤੇਰੀ ਵਿਵਸਥਾ ਦੇ ਅਨੁਸਾਰ ਕੰਮ ਨਹੀਂ ਕੀਤੇ, ਤੇਰੇ ਹੁਕਮਾਂ ਨੂੰ ਨਹੀਂ ਮੰਨਿਆ ਤੇ ਤੇਰੀਆਂ ਗਵਾਹੀਆਂ ਜਿਹੜੀਆਂ ਗਵਾਹੀਆਂ ਤੂੰ ਉਹਨਾਂ ਦੇ ਵਿਰੁੱਧ ਦਿੱਤੀਆਂ ਉਹਨਾਂ ਨੇ ਨਹੀਂ ਸੁਣਿਆ, ਕਿਉਂਕਿ ਉਹਨਾਂ ਨੇ ਆਪਣੇ ਰਾਜ ਵਿੱਚ ਅਤੇ ਤੇਰੀਆਂ ਬਹੁਤੀਆਂ ਨੇਕੀਆਂ ਤੇ ਜਿਹੜੀਆਂ ਤੂੰ ਉਹਨਾਂ ਨੂੰ ਦਿੱਤੀਆਂ ਤੇ ਇਸ ਚੌੜੀ ਅਤੇ ਮੋਟੀ ਧਰਤੀ ਵਿੱਚ ਜਿਹੜੀ ਤੂੰ ਉਹਨਾਂ ਦੇ ਅੱਗੇ ਦਿੱਤੀ, ਤੇਰੀ ਉਪਾਸਨਾ ਨਾ ਕੀਤੀ ਅਤੇ ਆਪਣੀਆਂ ਬੁਰਾਈਆਂ ਤੋਂ ਨਾ ਮੁੜੇ। ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ ਤੇ ਇਹ ਧਰਤੀ ਜਿਹੜੀ ਤੂੰ ਸਾਡੇ ਪਿਓ ਦਾਦਿਆਂ ਨੂੰ ਦਿੱਤੀ ਸੀ, ਉਹ ਇਹਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ। ਵੇਖ, ਅਸੀਂ ਉਸ ਵਿੱਚ ਗੁਲਾਮ ਹਾਂ। ਇਹ ਨੇ ਬਹੁਤੀ ਪੈਦਾਵਾਰ ਉਹਨਾਂ ਰਾਜਿਆਂ ਵਿੱਚ ਦਿੱਤੀ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡਿਆਂ ਪਾਪਾਂ ਦੇ ਕਾਰਨ ਠਹਿਰਾਇਆ, ਤੇ ਉਹ ਸਾਡਿਆਂ ਸਰੀਰਾਂ ਉੱਤੇ ਔਰ ਸਾਡਿਆਂ ਪਸ਼ੂਆਂ ਉੱਤੇ ਆਪਣੀ ਇੱਛਾ ਅਨੁਸਾਰ ਹੁਕੂਮਤ ਕਰਦੇ ਹਨ ਤੇ ਆਪਣੇ ਵੱਡੇ ਦੁੱਖ ਵਿੱਚ ਹਾਂ। ਇਸ ਸਾਰੇ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਦਿੰਦੇ ਹਾਂ ਤੇ ਸਾਡੇ ਸਰਦਾਰ, ਸਾਡੇ ਲੇਵੀ ਅਤੇ ਸਾਡੇ ਯਾਜਕ ਉਹਦੇ ਉੱਤੇ ਮੋਹਰ ਲਾਉਂਦੇ ਹਨ। ਅਧਿਆਇ 10। ਉਸ ਦੇ ਉੱਤੇ ਮੋਹਰ ਲਾਉਣ ਵਾਲੇ ਇਹ ਸਨ ਹਕਲਿਆ ਦਾ ਪੁੱਤਰ ਨਹਿਮੀਆ, ਹਾਕਮ ਅਤੇ ਸਿਦਕੀਆ, ਸਰਾਇਆ ਅਰ ਅਜ਼ਰਯਾ ਅਤੇ ਜਿਰਮੀਆ, ਪਸ਼ਹੂਰ ਅਰ ਅਮਰਿਆ ਅਤੇ ਮਲਕੀਆ, ਹੱਛੂ ਅਰ ਸ਼ਬਨਯਾ ਅਤੇ ਮਲੂਕ, ਹਾਰਿਮ ਅਰ ਮਰੇਮੋਤ ਅਤੇ ਅਬਦਯਾ, ਦਾਨੀਏਲ ਅਰ ਗਿਨਥੋਨ ਅਤੇ ਬਾਰੂਕ, ਮਸੁਲਾਮ ਅਰ ਅਬੀਆ ਅਤੇ ਮਿਆਮੀਨ, ਮਾਯਜਾ ਅਰ ਬਿਲਗਈ ਅਤੇ ਸ਼ਮਯਾਹ ਇਹ ਯਾਜਕ ਸਨ। ਅਤੇ ਲੇਵੀ ਇਹ ਸਨ: ਅਜਨਯਾ ਦਾ ਪੁੱਤਰ ਯੇਸ਼ੂਆ ਅਰ ਹੈਨਾਦਾਦ ਦੇ ਪੁੱਤਰ ਵਿੱਚੋਂ ਬਿਨੁਈ, ਕਦਮੀਏਲ ਅਤੇ ਉਹਨਾਂ ਦੇ ਭਰਾ ਸ਼ਬਨਯਾ ਅਰ ਹੋਦੀਆ ਅਰ ਕਲੀਟਾ ਅਰ ਪਲਾਇਆ ਅਤੇ ਹਨਾਨ, ਮੀਕਾ ਅਰ ਰਹੋਬ ਅਰ ਹਸ਼ਬਯਾ, ਯਕੂਰ ਅਰ ਸ਼ੇਰੇਬਿਆ ਅਤੇ ਸ਼ਬਨਯਾ, ਹੋਦੀਆ ਅਰ ਬਾਨੀ ਅਰ ਬਨੀਨੂ। ਪਰਜਾ ਦੇ ਮੁਖੀਏ ਇਹ ਸਨ: ਪਰਯੋਸ਼ ਅਰ ਪਹਤਮੋਆਬ ਅਰ ਏਲਾਮ ਅਰ ਜਤੂ ਅਤੇ ਬਾਨੀ ਬੁੰਨੀ ਅਰ ਅਜ਼ਗਾਦ ਅਰ ਬੇਬਾਈ, ਅਦੋਮਨੀਆ ਅਰ ਬਿਗਵਈ ਅਤੇ ਅਦੀਨ, ਆਟੇਰ ਅਰ ਹਿਜ਼ਕੀਆ ਅਤੇ ਅਜ਼ਰੂ, ਹੋਦੀਆ ਅਤੇ ਹਾਸ਼ੂਮ ਅਤੇ ਬੇਸਾਈ, ਹਾਰੀਫ ਅਰ ਅਨਾਥੋਤ ਅਤੇ ਨੇਬਾਈ, ਮਗਪਿਆਸ਼ ਅਰ ਮਸੂਲਾਮ ਅਤੇ ਹੇਜ਼ੀਰ ਅਤੇ ਮਸ਼ੇਜ਼ਬੇਲ ਅਰ ਸਾਦੋਕ ਅਤੇ ਯਹੂਦਾ, ਪਲਟਿਆ ਅਰ ਹਾਨਾਨ ਅਤੇ ਅਨਾਇਆ, ਹੋਸ਼ੂਆ ਅਰ ਹਨਾਇਆ ਅਤੇ ਹਸ਼ਬੂ, ਹੱਲੇਹੇਸ਼ ਅਰ ਪਿਲਿਆ ਅਤੇ ਸ਼ੋਬੇਕ, ਰਹੂਮ ਅਰ ਹਸ਼ਬਨਾ ਅਤੇ
ਮਸ਼ਿਆ, ਅਹੀਆ, ਅਰਹਾਨਾਨ ਅਤੇ ਅਨਾਨ, ਮਲੂਕ, ਅਰਹਾਰੀਮ ਅਤੇ ਬਾਯਾਨਾ ਅਤੇ ਬਾਕੀ ਲੋਕ, ਅਰ ਜਾਜਕ, ਅਰ ਲੇਵੀ, ਅਰ ਦਰਬਾਨ, ਅਰ ਰਾਗੀ, ਅਰ ਨਥਿਨੀਮ, ਅਰ ਸਾਰੇ ਜਿਹੜੇ ਦੇਸ਼ਾਂ ਦੀਆਂ ਉਮਤਾਂ ਵਿੱਚੋਂ ਪਰਮੇਸ਼ਵਰ ਦੀ ਵਿਵਸਥਾ ਲਈ ਅੱਡ ਹੋ ਗਏ ਸਨ, ਉਹਨਾਂ ਦੀਆਂ ਤੀਵੀਆਂ, ਉਹਨਾਂ ਦੇ ਪੁੱਤਰ, ਉਹਨਾਂ ਦੀਆਂ ਧੀਆਂ ਅਤੇ ਉਹ ਸਾਰੇ ਜਿਨ੍ਹਾਂ ਵਿੱਚ ਸਿਆਣ ਅਤੇ ਸਮਝ ਸੀ, ਆਪਣੇ ਪਤਵੰਤੇ ਭਰਾਵਾਂ ਨਾਲ ਮਿਲ ਕੇ ਇਹ ਸਹੁੰ ਅਤੇ ਇਹ ਸਰਾਪ ਵਿੱਚ ਆਏ ਕਿ ਅਸੀਂ ਪਰਮੇਸ਼ਵਰ ਦੀ ਵਿਵਸਥਾ ਦੇ ਅਨੁਸਾਰ ਚੱਲਾਂਗੇ, ਜਿਹੜੀ ਪਰਮੇਸ਼ਵਰ ਦੇ ਦਾਸ ਮੂਸਾ ਦੇ ਰਾਹੀਂ ਦਿੱਤੀ ਗਈ, ਅਤੇ ਯਹੋਵਾ ਆਪਣੇ ਪ੍ਰਭੂ ਦੇ ਸਾਰੇ ਹੁਕਮਾਂ, ਅਰ ਨਿਆਂਆਂ, ਅਰ ਵਿਧੀਆਂ ਨੂੰ ਪੂਰਾ ਕਰਕੇ ਪਾਲਣਾ ਕਰਾਂਗੇ। ਅਸੀਂ ਆਪਣੀਆਂ ਧੀਆਂ ਇਸ ਦੇਸ਼ ਦੇ ਲੋਕਾਂ ਨੂੰ ਨਹੀਂ ਦਿਆਂਗੇ, ਨਾ ਹੀ ਉਹਨਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਲਵਾਂਗੇ। ਜੋ ਇਸ ਦੇਸ਼ ਦੇ ਲੋਕ ਸਬਤ ਦੇ ਦਿਨ ਉੱਤੇ ਵੇਚਣ ਲਈ ਕੋਈ ਮਾਲ ਜਾਂ ਖਾਣ ਦੀਆਂ ਵਸਤਾਂ ਅੰਦਰ ਲਿਆਉਣ, ਤਾਂ ਅਸੀਂ ਸਬਤ ਦੇ ਦਿਨ ਜਾਂ ਪਵਿੱਤਰ ਦਿਨ ਵਿੱਚ ਉਹਨਾਂ ਤੋਂ ਨਾ ਲਵਾਂਗੇ, ਅਤੇ ਅਸੀਂ ਸਬਤ ਦਾ ਸਾਲ ਵੀ ਛੱਡ ਦਿਆਂਗੇ, ਅਰ ਹਰ ਵਿਆਜ ਦੀ ਉਗਰਾਹੀ ਵੀ। ਅਤੇ ਅਸਾਂ ਆਪਣੇ ਉੱਪਰ ਇੱਕ ਫਰਜ਼ ਠਹਿਰਾਇਆ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਲਈ ਹਰ ਸਾਲ ਸ਼ਕਲ ਦਾ ਤੀਜਾ ਹਿੱਸਾ ਦਿਆ ਕਰਾਂਗੇ। ਉਹ ਚੜ੍ਹਤ ਦੀ ਰੋਟੀ, ਅਰ ਨਿੱਤ-ਨਿਯਮ ਮੈਦੇ ਦੀਆਂ ਭੇਂਟਾਂ ਅਤੇ ਸਦਾ ਲਈ ਹੋਮ ਦੀਆਂ ਬਲੀਆਂ, ਅਰ ਸਬਤਾਂ, ਅਰ ਅਸਮਿਆਂ, ਅਮਾਸਿਆ ਅਤੇ ਮੁਕਰਰ ਪਰਬਾਂ ਅਤੇ ਪਵਿੱਤਰ ਚੀਜ਼ਾਂ ਅਤੇ ਪਾਪਾਂ ਦੀਆਂ ਬਲੀਆਂ, ਜਿਹੜੀਆਂ ਇਸਰਾਏਲ ਦੇ ਪ੍ਰਾਸ਼ਚਿਤ ਲਈ ਹਨ ਅਤੇ ਪਰਮੇਸ਼ਵਰ ਦੇ ਭਵਨ ਦੇ ਸਾਰੇ ਕੰਮ ਲਈ ਵੀ ਹਨ। ਅਤੇ ਅਸਾਂ ਜਾਜਕਾਂ, ਅਰ ਲੇਵੀਆਂ ਅਤੇ ਲੋਕਾਂ ਦੇ ਵਿੱਚ ਲੱਕੜੀ ਦੇ ਚੜ੍ਹਾਵੇ ਲਈ ਗੁਣੇ ਪਾਏ, ਤਾਂ ਜੋ ਉਹ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਸਾਡੇ ਪਿਓ ਦਾਦਿਆਂ ਦੇ ਘਰਾਣਿਆਂ ਅਨੁਸਾਰ ਵਰ੍ਹੇ ਦੇ ਵਰ੍ਹੇ ਠਹਿਰਾਏ ਹੋਏ ਸਮੇਂ ਉੱਤੇ ਯਹੋਵਾ ਸਾਡੇ ਪਰਮੇਸ਼ਵਰ ਦੀ ਜਗਵੇਦੀ ਉੱਤੇ ਬਾਲਣ ਲਈ ਲਿਆਂਦੀ ਜਾਵੇ, ਜਿਵੇਂ ਵਿਵਸਥਾ ਵਿੱਚ ਲਿਖਿਆ ਹੋਇਆ ਹੈ, ਅਤੇ ਆਪਣੀ ਭੋਅ ਦੇ ਪਹਿਲੇ ਫਲ ਅਤੇ ਸਾਰੇ ਵਿਰਛਾਂ ਦੇ ਸਾਰੇ ਪਹਿਲੇ ਫਲ ਵਰ੍ਹੇ ਦੇ ਵਰ੍ਹੇ ਯਹੋਵਾ ਦੇ ਭਵਨ ਵਿੱਚ ਲਿਆਉਣ, ਅਤੇ ਆਪਣੇ ਪੁੱਤਰਾਂ ਵਿੱਚੋਂ ਪਲੌਠੇ ਅਤੇ ਪਸ਼ੂਆਂ ਵਿੱਚੋਂ ਪਲੌਠੇ, ਜਿਵੇਂ ਵਿਵਸਥਾ ਵਿੱਚ ਲਿਖਿਆ ਹੈ, ਅਤੇ ਆਪਣੇ ਚੌਣੇ ਅਤੇ ਆਪਣੇ ਇੱਜੜ ਦੇ ਪਲੌਠੇ ਪਰਮੇਸ਼ਵਰ ਦੇ ਭਵਨ ਵਿੱਚ ਯਾਜਕਾਂ ਕੋਲ, ਜਿਹੜੇ ਪਰਮੇਸ਼ਵਰ ਦੇ ਘਰ ਵਿੱਚ ਟਹਿਲ ਸੇਵਾ ਕਰਦੇ ਸਨ, ਲਿਆਉਣ। ਆਪਣੀ ਤੌਣ ਦਾ ਪਹਿਲਾ ਪੇੜਾ ਅਤੇ ਆਪਣੀਆਂ ਚੁੱਕਵੀਆਂ ਭੇਂਟਾਂ ਅਤੇ ਵਿਰਛਾਂ ਦੇ ਹਰ ਪ੍ਰਕਾਰ ਦੇ ਫਲ, ਅਰ ਮੈਅ ਅਤੇ ਤੇਲ ਆਪਣੇ ਪਰਮੇਸ਼ਵਰ ਦੇ ਭਵਨ ਦੀਆਂ ਕੋਠੜੀਆਂ ਅਤੇ ਯਾਜਕਾਂ ਲਈ, ਅਤੇ ਆਪਣੀ ਭੋਅ ਦਾ ਦਸਵੰਧ ਲੇਵੀਆਂ ਲਈ ਲਿਆਵਾਂਗੇ, ਕਿਉਂਕਿ ਲੇਵੀ ਸਾਡੀ ਵਾਹੀ ਦੇ ਸਾਰਿਆਂ ਸ਼ਹਿਰਾਂ ਵਿੱਚ ਦਸਵੰਧ ਲੈਂਦੇ ਹਨ। ਅਤੇ ਜਦ ਲੇਵੀ ਦਸਵੰਧ ਲੈਣ, ਤਾਂ ਹਾਰੂਨ ਦੀ ਵੰਸ਼ ਦਾ ਯਾਜਕ ਲੇਵੀਆਂ ਦੇ ਨਾਲ ਹੋਵੇ, ਅਤੇ ਲੇਵੀ ਦਸਵੰਧ ਦਾ ਦਸਵੰਧ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਅਤੇ ਭੰਡਾਰ ਦੀਆਂ ਕੋਠੜੀਆਂ ਵਿੱਚ ਲਿਆਉਣ, ਕਿਉਂਕਿ ਇਸਰਾਏਲੀ ਅਤੇ ਲੇਵੀਆਂ ਦੀ ਵੰਸ਼ ਅੰਨ ਅਤੇ ਨਵੀਂ ਮੈਅ ਅਤੇ ਤੇਲ ਦੀਆਂ ਚੁੱਕਵੀਆਂ ਭੇਂਟਾਂ ਉਹਨਾਂ ਕੋਠੜੀਆਂ ਵਿੱਚ ਲਿਆਉਣ, ਜਿੱਥੇ ਪਵਿੱਤਰ ਭਾਂਡੇ ਅਤੇ ਯਾਜਕ ਜਿਹੜੇ ਟਹਿਲ ਸੇਵਾ ਕਰਦੇ ਹਨ ਅਤੇ ਦਰਬਾਨ ਅਤੇ ਰਾਗੀ ਸਨ, ਸੋ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਨੂੰ ਨਹੀਂ ਤਿਆਗਾਂਗੇ। ਅਧਿਆਇ 11। ਪ੍ਰਜਾ ਦੇ ਸਰਦਾਰ ਯਰੂਸ਼ਲਮ ਵਿੱਚ ਵੱਸਦੇ ਸਨ, ਅਤੇ ਬਾਕੀ ਲੋਕਾਂ ਨੇ ਵੀ ਗੁਣੇ ਪਾਏ ਕਿ 10 ਵਿੱਚੋਂ 1 ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਵਸਾਉਣ ਲਈ ਲਿਆਉਣ, ਅਤੇ 9 ਹਿੱਸੇ ਹੋਰਨਾਂ ਸ਼ਹਿਰਾਂ ਵਿੱਚ ਵਸਣ। ਪ੍ਰਜਾ ਨੇ ਉਹਨਾਂ ਸਾਰਿਆਂ ਮਨੁੱਖਾਂ ਨੂੰ ਬਰਕਤ ਦਿੱਤੀ, ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਇਹ ਉਸ ਸੂਬੇ ਦੇ ਮੁਖੀਏ ਹਨ ਜਿਹੜੇ ਯਰੂਸ਼ਲਮ ਵਿੱਚ ਵਸ ਗਏ, ਪਰ ਯਹੂਦਾ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਮਲਕੀਅਤ ਦੇ ਸ਼ਹਿਰ ਵਿੱਚ ਵਸਦਾ ਸੀ, ਅਰਥਾਤ ਇਸਰਾਏਲ, ਯਾਜਕ, ਲੇਵੀ, ਨਿਤਨੇਮ ਅਤੇ ਸੁਲੇਮਾਨ ਦੇ ਟਹਿਲੂਆਂ ਦੀ ਵੰਸ਼। ਅਤੇ ਯਰੂਸ਼ਲਮ ਵਿੱਚ ਯਹੂਦਾ ਦੀ ਵੰਸ਼ ਵਿੱਚੋਂ ਅਤੇ ਬਿਨਯਾਮੀਨ ਦੀ ਵੰਸ਼ ਵਿੱਚੋਂ ਵਸੇ। ਯਹੂਦਾ ਦੀ ਵੰਸ਼ ਵਿੱਚੋਂ ਅਥਾਇਆ ਉਜ਼ਰੀਆ ਦਾ ਪੁੱਤਰ, ਉਹ ਯਕਰਿਆ ਦਾ ਪੁੱਤਰ, ਉਹ ਅਜ਼ਰਿਆ ਦਾ ਪੁੱਤਰ, ਉਹ ਸ਼ਫਟਿਯਾਹ ਦਾ ਪੁੱਤਰ, ਉਹ ਮਹਲੇਲ ਦਾ ਪੁੱਤਰ। ਇਹ ਪਾਰਸ ਦੀ ਵੰਸ਼ ਵਿੱਚੋਂ ਸਨ। ਅਤੇ ਮਸ਼ਿਆ ਬਾਰੂਕ ਦਾ ਪੁੱਤਰ, ਉਹ ਕਲਹੋਜ਼ਰ ਦਾ ਪੁੱਤਰ, ਉਹ
ਹਜਾਇਆ ਦਾ ਪੁੱਤਰ, ਉਹ ਅਦਾਇਆ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਯਕਰਿਆ ਦਾ ਪੁੱਤਰ, ਉਹ ਸਿਲੋਨੀ ਦਾ ਪੁੱਤਰ ਸੀ। ਫਾਰਸ ਦੀ ਸਾਰੀ ਵੰਸ਼ ਜਿਹੜੀ ਯਰੂਸ਼ਲਮ ਵਿੱਚ ਵਸੀ 468 ਯੋਧੇ ਸਨ। ਇਹ ਬਿਨਯਾਮੀਨ ਦੀ ਵੰਸ਼ ਹੈ। ਸ਼ੱਲੂ ਮਸ਼ੂਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਇਆ ਦਾ ਪੁੱਤਰ, ਉਹ ਕੋਲਿਆ ਦਾ ਪੁੱਤਰ, ਉਹ ਮਹੇਸ਼ਿਆ ਦਾ ਪੁੱਤਰ, ਉਹ ਇਥੇਲ ਦਾ ਪੁੱਤਰ, ਉਹ ਯਸ਼ਾਇਆ ਦਾ ਪੁੱਤਰ। ਉਹਦੇ ਮਗਰੋਂ ਗਬੀ ਅਰ ਸਲਾਈ 928 ਸਨ ਅਤੇ ਜ਼ਿਕਰੀ ਦਾ ਪੁੱਤਰ ਯੋਏਲ ਉਹਨਾਂ ਦੇ ਉੱਤੇ ਚੌਧਰੀ ਸੀ ਅਤੇ ਹਸ਼ਨੂਆ ਦਾ ਪੁੱਤਰ ਯਹੂਦਾ ਆਪਣੇ ਉਹਨਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਉੱਤੇ ਸੀ। ਰਾਜਕਾਂ ਵਿੱਚ ਯੋਯਾਰੀਬ ਦਾ ਪੁੱਤਰ ਯਦਾਇਆ ਯਾਕੀਨ ਸੀ। ਸ਼ਰਾਇਆ ਹਿਲਕੀਆ ਦਾ ਪੁੱਤਰ, ਉਹ ਮਸੂਲਾਮ ਦਾ ਪੁੱਤਰ, ਉਹ ਸਦੋਕ ਦਾ ਪੁੱਤਰ, ਉਹ ਮਰਾਯੋਤ ਦਾ ਪੁੱਤਰ, ਉਹ ਅਰੀਟੂਬ ਦਾ ਪੁੱਤਰ ਜਿਹੜਾ ਪਰਮੇਸ਼ਰ ਦੇ ਭਵਨ ਦਾ ਪ੍ਰਧਾਨ ਸੀ ਅਤੇ ਉਹਨਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ 822 ਸਨ। ਅਤੇ ਅਦਾਇਆ ਯਰੋਹਾਮ ਦਾ ਪੁੱਤਰ, ਉਹ ਪਲਿਆ ਦਾ ਪੁੱਤਰ, ਉਹ ਅਮਜ਼ੀ ਦਾ ਪੁੱਤਰ, ਉਹ ਯਕਰਿਆ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ, ਉਹ ਮਲਿਕੀਆ ਦਾ ਪੁੱਤਰ। ਤੇ ਉਹਦੇ ਭਰਾ ਪਿਓ ਦਾਦੇ ਦੇ ਮੁਖੀਏ 242 ਸਨ। ਅਤੇ ਅਮਸ਼ਈ ਅਜਰੇਲ ਦਾ ਪੁੱਤਰ, ਉਹ ਅਹਜਈ ਦਾ ਪੁੱਤਰ, ਉਹ ਮਸ਼ੀਲੇਮੋਤ ਦਾ ਪੁੱਤਰ, ਉਹ ਇਮੇਜ ਦਾ ਪੁੱਤਰ। ਅਤੇ ਉਹਨਾਂ ਦੇ ਭਰਾ ਜੰਗੀ ਸੂਰਬੀਰ 128 ਅਤੇ ਹਗਦੋਲੀਮ ਦਾ ਪੁੱਤਰ ਯਬਦੀਏਲ ਉਹਨਾਂ ਉੱਤੇ ਚੌਧਰੀ ਸੀ। ਲੇਵੀਆਂ ਵਿੱਚੋਂ ਸ਼ਮਾਇਆ ਹਸ਼ਬੂ ਦਾ ਪੁੱਤਰ, ਉਹ ਅਦਰੀਕਾਮ ਦਾ ਪੁੱਤਰ, ਉਹ ਹਸ਼ਬਯਾ ਦਾ ਪੁੱਤਰ, ਉਹ ਬੁਨੀ ਦਾ ਪੁੱਤਰ ਅਤੇ ਸ਼ਬਦਥਈ ਅਰ ਯੋਜਾਬਾਦ ਲੇਵੀਆਂ ਦੇ ਮੁਖੀਆਂ ਵਿੱਚੋਂ ਪਰਮੇਸ਼ਰ ਦੇ ਭਵਨ ਦੇ ਬਾਹਰ ਦੇ ਕੰਮ ਉੱਤੇ ਸਨ। ਅਤੇ ਮਤਨਿਆ ਮੀਕਾ ਦਾ ਪੁੱਤਰ, ਉਹ ਜਬਦੀ ਦਾ ਪੁੱਤਰ, ਉਹ ਆਸਾਫ ਦਾ ਪੁੱਤਰ ਜਿਹੜਾ ਪ੍ਰਾਰਥਨਾ ਲਈ ਧੰਨਵਾਦ ਕਰਨ ਦਾ ਮੁਖੀਆ ਸੀ। ਅਤੇ ਬਕਬੂਕਯਾ ਦੇ ਉਹਦੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ। ਅਤੇ ਅਬਦਾ ਸਮੂਆ ਦਾ ਪੁੱਤਰ, ਉਹ ਗਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ। ਪਵਿੱਤਰ ਸ਼ਹਿਰ ਵਿੱਚ ਸਾਰੇ ਲੇਵੀ 284 ਸਨ। ਅਤੇ ਦਰਬਾਨ ਅਕੂਬ ਅਤੇ ਟਲਮੋਨ ਅਤੇ ਉਹਨਾਂ ਦੇ ਭਰਾ ਜਿਹੜੇ ਫਾਟਕਾਂ ਦੇ ਰਾਖੇ ਸਨ 172 ਸਨ। ਅਤੇ ਇਸਰਾਏਲ ਦਾ ਬਕੀਆ ਜਾਜਕ ਅਤੇ ਲੇਵੀ ਯਹੂਦਾ ਦੇ ਸਾਰੇ ਸ਼ਹਿਰਾਂ ਵਿੱਚ ਅਤੇ ਹਰ ਮਨੁੱਖ ਆਪਣੇ ਵਿਰਸੇ ਵਿੱਚ ਸੀ। ਪਰ ਨਥੀਨੀਮ ਓਫਲ ਵਿੱਚ ਵਸਦੇ ਸਨ। ਸੀਹਾ ਅਰ ਗਿਸ਼ਪਾ ਨਥੀਨੀਮ ਉੱਤੇ ਸਨ। ਯਰੂਸ਼ਲਮ ਦੇ ਲੇਵੀਆਂ ਉੱਤੇ ਉਜੀ ਬਾਨੀ ਦਾ ਪੁੱਤਰ, ਉਹ ਹਸ਼ਬਯਾ ਦਾ ਪੁੱਤਰ, ਉਹ ਮਤਨਿਆ ਦਾ ਪੁੱਤਰ, ਉਹ ਮੀਕਾ ਦਾ ਪੁੱਤਰ ਚੌਧਰੀ ਸੀ। ਅਤੇ ਆਸਾਫ ਦੀ ਵੰਸ਼ ਵਿੱਚੋਂ ਜਿਹੜੇ ਰਾਗੀ ਸਨ ਪਰਮੇਸ਼ਰ ਦੇ ਭਵਨ ਦੇ ਕੰਮ ਉੱਤੇ ਸਨ, ਕਿਉਂਕਿ ਪਾਤਸ਼ਾਹ ਦਾ ਉਹਨਾਂ ਲਈ ਇੱਕ ਹੁਕਮ ਸੀ ਅਤੇ ਰਾਗੀਆਂ ਲਈ ਨਿਤ ਭਰਤੀ ਠਹਿਰਾਈ ਹੋਈ ਰਸਦ ਸੀ। ਅਤੇ ਪਤਰਿਆ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾ ਦੇ ਪੁੱਤਰ ਯਰਮ ਦੀ ਵੰਸ਼ ਵਿੱਚ ਸੀ, ਪਰਜਾ ਦੇ ਸਾਰੇ ਕੰਮ ਲਈ ਜਾਣੋ ਪਾਤਸ਼ਾਹ ਦਾ ਹੱਥ ਸੀ। ਉਹਨਾਂ ਪਿੰਡਾਂ ਅਤੇ ਉਹਨਾਂ ਦੇ ਖੇਤਾਂ ਦੇ ਵਿੱਚ ਯਹੂਦਾ ਦੀ ਵੰਸ਼ ਵਿੱਚੋਂ ਕੁਝ ਕਿਰੀਅਤ ਅਰਬਾ ਅਤੇ ਉਹਨਾਂ ਦੀਆਂ ਬਸਤੀਆਂ ਵਿੱਚ, ਅਤੇ ਕੁਝ ਦੀਬੋਨ ਅਤੇ ਉਹ ਦੀਆਂ ਬਸਤੀਆਂ ਵਿੱਚ, ਅਤੇ ਕੁਝ ਅਕਬਸ਼ੇਲ ਅਤੇ ਉਹਦੇ ਪਿੰਡ ਵਿੱਚ ਵਸ ਗਏ। ਅਤੇ ਯੇਸ਼ੂਆ ਵਿੱਚ ਲੋਹਾ ਮੋਲਾ ਦਾ ਵਿੱਚ, ਅਤੇ ਬੈਤ ਪਾਲਟ ਵਿੱਚ, ਹਸ਼ਨ ਸ਼ੁਵਾਲ ਵਿੱਚ, ਅਰ ਬਏਸ਼ਬਾ ਵਿੱਚ ਅਤੇ ਉਹਦੀਆਂ ਬਸਤੀਆਂ ਵਿੱਚ, ਸ਼ਿਕਲਾਗ ਵਿੱਚ, ਅਰ ਮਕੋਨਾ ਵਿੱਚ ਅਤੇ ਉਹਦੀਆਂ ਬਸਤੀਆਂ ਵਿੱਚ, ਐਨ ਰਿਮੋਨ ਵਿੱਚ, ਅਰ ਸ਼ਾਰ ਆ ਵਿੱਚ, ਅਰ ਯਰਮੂਤ ਵਿੱਚ, ਜਾਨੋ ਆ, ਅਦੂਲਾਮ ਅਤੇ ਉਹਨਾਂ ਦੇ ਪਿੰਡਾਂ, ਅਰ ਲਾਕੀਸ਼ ਅਤੇ ਉਹਦੇ ਖੇਤ, ਅਜੇਕਿਆ ਅਤੇ ਉਹਦੀਆਂ ਬਸਤੀਆਂ। ਸੋ ਉਹ ਬਏਰਸ਼ਬਾ ਤੋਂ ਹਿਨੋਮ ਦੀ ਵਾਦੀ ਤੀਕ ਡੇਰਿਆਂ ਵਿੱਚ ਰਹਿੰਦੇ ਸਨ। ਬਿਨਯਾਮੀਨ ਦੀ ਵੰਸ਼ ਗਥਾ, ਗਬਾ, ਅਰ
ਮਿਕਮਸ਼, ਅਰਬਾਹ ਅਤੇ ਬੈਤੇਲ ਅਤੇ ਉਹਦੀਆਂ ਬਸਤੀਆਂ ਵਿੱਚ, ਅਤੇ ਅਨਾਥੋਤ, ਅਰਨੋਬ ਅਤੇ ਅਨਾਇਆ, ਹਾਸ਼ੋਰ, ਗਮਾ ਅਤੇ ਗਿਤਾਇਮ, ਹਦੀਦ, ਸਬੋਇਮ ਅਤੇ ਨਬਲਾਟ, ਲੋਦ, ਅਰਉਨੋ ਅਤੇ ਕਾਰੀਗਰਾਂ ਦੀ ਦੂਣ। ਅਤੇ ਯਹੂਦਾ ਦੇ ਲੇਵੀਆਂ ਵਿੱਚੋਂ ਕੁਝ ਹਿੱਸੇ ਬਿਨਯਾਮੀਨ ਦੇ ਨਾਲ ਸਨ। ਅਧਿਆਇ 12। ਉਹ ਯਾਜਕ ਅਤੇ ਲੇਵੀ ਜਿਹੜੇ ਸ਼ਲਤੀਏਲ ਦੇ ਪੁੱਤਰ ਜ਼ਰੁਬਾਬਲ ਅਤੇ ਯੇਸ਼ੂਆ ਦੇ ਨਾਲ ਉਤਾਹ ਗਏ, ਇਹ ਸਨ: ਸ਼ਰਾਇਆ, ਯਿਰਮੀਆ, ਅਜ਼ਰਾ, ਅਰਮੀਆ, ਮਲੂਕ, ਹੱਟੂਸ਼, ਸ਼ਕਨਿਆ, ਰਹੂਮ, ਮਰੇਮੋਤ, ਇਦੋ, ਗਿਨਥੋਈ, ਅਬੀਯਾ, ਮਿਯਾਮੀਨ, ਮਾਦਾ, ਬਿਲਗਾ, ਸ਼ਯਯਾ, ਯੋਯਾਰੀਬ, ਯਦਇਆ, ਸ਼ਲੂ, ਆਮੋਕ, ਹਿਲਕੀਆ ਅਤੇ ਯਦਇਆ। ਇਹ ਯੇਸ਼ੂਆ ਦੇ ਦਿਨਾਂ ਵਿੱਚ ਯਾਜਕਾਂ ਅਤੇ ਉਹਨਾਂ ਦੇ ਭਰਾਵਾਂ ਦੇ ਮੁਖੀ ਸਨ। ਅਤੇ ਲੇਵੀ ਇਹ ਸਨ: ਯੇਸ਼ੂਆ, ਬਿਨੂਈ, ਕਦਮੀਏਲ, ਸ਼ੇਰੀਆ, ਯਹੂਦਾ ਅਤੇ ਮਤਨਿਆ, ਜਿਹੜਾ ਆਪਣੇ ਭਰਾਵਾਂ ਸਣੇ ਧੰਨਵਾਦ ਦੇ ਗੀਤਾਂ ਉੱਤੇ ਸੀ, ਬਕਬੂਕਿਆ ਅਤੇ ਉੱਨੀ ਉਹਨਾਂ ਦੇ ਭਰਾ ਉਹਨਾਂ ਦੇ ਸਾਹਮਣੇ ਰਾਖੀ ਲਈ ਸਨ। ਯੇਸ਼ੂਆ ਤੋਂ ਯੋਯਾਕੀਮ ਜੰਮਿਆ ਅਤੇ ਯੋਯਾਕੀਮ ਤੋਂ ਅਲੀਆਸ਼ੀਬ ਜੰਮਿਆ ਅਤੇ ਅਲੀਆਸ਼ੀਬ ਤੋਂ ਯੋਯਾਦਾ ਜੰਮਿਆ। ਯੋਯਾਦਾ ਤੋਂ ਯੋਨਾਥਾਨ ਜੰਮਿਆ ਅਤੇ ਯੋਨਾਥਾਨ ਤੋਂ ਯਦੂਆ ਜੰਮਿਆ। ਅਤੇ ਯੋਯਾਕੀਮ ਦੇ ਦਿਨਾਂ ਵਿੱਚ ਇਹ ਯਾਜਕ ਪਿਓ ਦਾਦਿਆਂ ਦੇ ਮੁਖੀ ਸਨ: ਸ਼ਰਾਇਆ ਤੋਂ ਮਿਰਿਆਇਆ ਅਤੇ ਯਰਮੀਆ ਤੋਂ ਹਨਾਇਆ, ਅਜ਼ਰਾ ਤੋਂ ਮਸੂਲਾਮ ਅਤੇ ਅਰਮੀਆ ਤੋਂ ਯਹੋਹਾਨਾ, ਮਲੂਕੀ ਤੋਂ ਯੋਨਾਥਾਨ ਅਤੇ ਸ਼ਬਨਯਾ ਤੋਂ ਸਫਾਰੀਮ ਤੋਂ ਅਦਨਾ ਅਤੇ ਮਰਾਯੋਤ ਤੋਂ ਹਲਕਈ, ਇਦੋ ਤੋਂ ਯਕਰਿਆ ਅਤੇ ਗਿਨਥੋਨ ਤੋਂ ਮਸੂਲਾਮ, ਅਬੀਯਾ ਤੋਂ ਯਿਕਰੀ ਅਤੇ ਮਿਨਯਾਮੀਨ ਤੋਂ ਅਤੇ ਮੋਦਿਆ ਤੋਂ ਪਿਲਟਾਈ, ਬਿਲਗਾ ਤੋਂ ਸ਼ਮੂਆ ਅਤੇ ਸ਼ਮਿਆਇਆ ਤੋਂ ਯਹੋਜਾਥਾਨ, ਯੋਯਾਰੀਬ ਤੋਂ ਮਲਤਈ ਅਤੇ ਯਦੂਆਹ ਤੋਂ ਉਜੀ, ਸਲਈ ਤੋਂ ਕਲਈ ਅਤੇ ਆਮੋਕ ਤੋਂ ਏਬਰ, ਹਿਲਕੀਆ ਤੋਂ ਹਸ਼ਬਯਾ ਅਤੇ ਯਦਆਇਆ ਤੋਂ ਨਥਨੇਲ, ਅਲੀਆਸ਼ੀਬ, ਯੋਯਾਦਾ, ਯੋਹਾਥਾਨ ਅਤੇ ਯਦੂਆ ਦੇ ਦਿਨਾਂ ਵਿੱਚ ਲੇਵੀ ਦੇ ਪਿਓ ਦਾਦਿਆਂ ਦੇ ਮੁਖੀਏ ਲਿਖੇ ਗਏ। ਨਾਲੇ ਯਾਜਕ ਵੀ ਦਾਰਾ, ਫਾਰਸੀ ਦੇ ਰਾਗ ਤੀਕ ਲੇਵੀਆਂ ਦੇ ਪਿਓ ਦਾਦਿਆਂ ਦੇ ਮੁਖੀ ਅਲੀਆਸ਼ੀਬ ਦੇ ਪੁੱਤਰ ਯੋਹਾਨਾ ਦੇ ਦਿਨਾਂ ਤੀਕ ਇਤਿਹਾਸ ਦੀ ਪੋਥੀ ਵਿੱਚ ਲਿਖੇ ਗਏ। ਅਤੇ ਲੇਵੀਆਂ ਦੇ ਮੁਖੀ ਹਸ਼ਬਯਾ, ਸ਼ੇਰੇਬੀਆ, ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਹਨਾਂ ਦੇ ਭਰਾ ਪਰਮੇਸ਼ਰ ਦੇ ਜਨ ਦਾਊਦ ਦੇ ਹੁਕਮ ਅਨੁਸਾਰ ਉਸਤਤ ਅਤੇ ਧੰਨਵਾਦ ਲਈ ਉਹਨਾਂ ਦੇ ਆਹਮੋ ਸਾਹਮਣੇ ਪਹਿਰੇ ਉੱਤੇ ਪਹਿਰਾ ਸਨ। ਮਤਨਿਆ, ਬਕਬੂਕ, ਓਬਦਿਆ, ਮਸੂਲਾਮ, ਟਲਮੋਨ ਅਤੇ ਅਕੂਬ ਦਰਬਾਨ ਸਨ ਤੇ ਫਾਟਕਾਂ ਦੇ ਮੋਦੀ ਖਾਨਿਆਂ ਉੱਤੇ ਪਹਿਰਾ ਦਿੰਦੇ ਸਨ। ਅਤੇ ਯੋਸ਼ਾਦਾਕ ਦੇ ਪੋਤਰੇ ਯੋਸ਼ੂਆ ਦੇ ਪੁੱਤਰ ਯੋਜਾਕੀਮ ਦੇ ਦਿਨਾਂ ਵਿੱਚ ਅਤੇ ਨehemia ਹਾਕਮ ਅਤੇ ਅਜ਼ਰਾ ਯਾਜਕ ਤੇ ਲਿਖਾਰੀ ਦੇ ਦਿਨਾਂ ਵਿੱਚ ਇਹ ਸਨ। ਯਰੂਸ਼ਲਮ ਦੀ ਕੰਧ ਦੀ ਚੱਠ ਤੇ ਉਹਨਾਂ ਦੇ ਲੇਵੀਆਂ ਨੂੰ ਸਾਰਿਆਂ ਥਾਵਾਂ ਤੋਂ ਭਾਲਿਆ ਤਾਂ ਜੋ ਉਹਨਾਂ ਨੂੰ ਯਰੂਸ਼ਲਮ ਵਿੱਚ ਲਿਆਉਣ ਕਿ ਉਹ ਆਨੰਦ ਅਤੇ ਧੰਨਵਾਦ ਜਾਣੀਆਂ ਅਰ ਸਤਾਰਾਂ ਅਰ ਬਰਬਤਾ ਵਜਾ ਕੇ ਤੇ ਗਾ ਕੇ ਚੱਠ ਕਰਨ। ਰਾਗੀਆਂ ਦੀ ਵੰਸ਼ ਯਰੂਸ਼ਲਮ ਦੇ ਆਲੇ ਦੁਆਲੇ ਦੇ ਮੈਦਾਨ ਵਿੱਚੋਂ ਅਤੇ ਨਟੋਫਾਥੀਆਂ ਦੇ ਪਿੰਡਾਂ ਵਿੱਚੋਂ ਇਕੱਠੀ ਹੋਈ ਅਤੇ ਬੈਤ ਗਿਲਗਾਲ ਤੋਂ ਅਤੇ ਗਬਾ ਅਤੇ ਅਜਮਿਆਵਜ ਦੇ ਖੇਤਾਂ ਤੋਂ, ਕਿਉਂਕਿ ਰਾਗੀਆਂ ਨੇ ਯਰੂਸ਼ਲਮ ਦੇ ਆਲੇ ਦੁਆਲੇ ਆਪਣੇ ਲਈ ਪਿੰਡ ਬਣਾ ਦਿੱਤੇ ਸਨ। ਤਦ ਯਾਜਕਾਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਪਰਜਾ ਨੂੰ ਅਤੇ ਫਾਟਕਾਂ ਨੂੰ ਅਤੇ ਕੰਧ ਨੂੰ ਸ਼ੁੱਧ ਕੀਤਾ ਤਾਂ ਜੋ ਯਹੂਦਾ ਦੇ ਸਰਦਾਰਾਂ ਨੂੰ ਕੰਧ ਉੱਤੇ ਉਤਾਹ ਲਿਆਇਆ। ਅਤੇ ਮੈਂ 2 ਵੱਡੀਆਂ ਟੋਲੀਆਂ ਠਹਿਰਾਈਆਂ ਗਈਆਂ,
ਠਹਿਰਾਈਆਂ ਭਈ ਉਹ ਧੰਨਵਾਦ ਕਰਨ ਅਤੇ ਇੱਕ ਉਹਨਾਂ ਵਿੱਚੋਂ ਕੰਧ ਦੇ ਉੱਤੇ ਸੱਜੇ ਹੱਥ ਕੂੜੇ ਫਾਟਕ ਵੱਲ ਗਈ ਅਤੇ ਉਹਨਾਂ ਦੇ ਪਿੱਛੇ ਹੋਸ਼ਿਆ ਅਤੇ ਯਹੂਦਾ ਦੇ ਅੱਧੇ ਸਰਦਾਰ ਗਏ ਅਤੇ ਅਜ਼ਰਾ ਅਤੇ ਮਸ਼ੂਲਾਮ ਯਹੂਦਾ ਅਰ ਬਿਨਯਾਮੀਨ ਅਰ ਸ਼ਮਿਆ ਦੇ ਯਰਮਿਆ ਅਤੇ ਯਾਜਕਾਂ ਦੀ ਵੰਸ਼ ਵਿੱਚੋਂ ਨਿਰਸੰਗਿਆ ਨਾਲ ਜ਼ਕਰਿਆ ਯੋਨਾਤਾਨ ਦਾ ਪੁੱਤਰ ਉਹ ਸ਼ਮਿਆ ਦਾ ਪੁੱਤਰ ਉਹ ਮਤਨਿਆ ਦਾ ਪੁੱਤਰ ਉਹ ਮਿਕਾਇਆ ਦਾ ਪੁੱਤਰ ਉਹ ਯਕੂਰ ਦਾ ਪੁੱਤਰ ਉਹ ਆਸਾਫ ਦਾ ਪੁੱਤਰ ਅਤੇ ਉਹਦੇ ਭਰਾ ਸ਼ਮਿਆ ਅਤੇ ਅਜਰੇਲ ਅਰ ਮਿਲਕਈ ਅਰ ਗਿਲਈ ਅਰ ਮਾਈ ਅਰ ਨਥਨੇਲ ਅਰ ਯਹੂਦਾ ਅਤੇ ਹਨਾਨੀ ਪਰਮੇਸ਼ਰ ਦੇ ਜਨ ਦਾਊਦ ਦੇ ਵਾਜਿਆਂ ਨਾਲ ਅਤੇ ਅਜਰਾ ਲਿਖਾਰੀ ਉਹਨਾਂ ਦੇ ਅੱਗੇ ਅੱਗੇ ਸੀ ਅਤੇ ਚਸ਼ਮਾ ਫਾਟਕ ਉੱਤੇ ਸਿੱਧੇ ਦਾਊਦ ਦੇ ਸ਼ਹਿਰ ਵਿੱਚ ਪੌੜੀਆਂ ਉੱਤੇ ਚੜ੍ਹ ਕੇ ਜਿੱਥੇ ਕੰਧ ਉਤਾਹਾਂ ਜਾਂਦੀ ਸੀ ਦਾਊਦ ਦੇ ਮਹਿਲ ਦੇ ਉੱਪਰ ਜਲ ਫਾਟਕ ਨੂੰ ਪੂਰਬ ਵੱਲ ਉਹ ਗਏ ਅਤੇ ਉਹਨਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ ਦੂਜੇ ਪਾਸੇ ਵੱਲ ਗਈ ਅਤੇ ਮੈਂ ਉਹਨਾਂ ਦੇ ਪਿੱਛੇ ਸਾਂ ਅਤੇ ਅੱਧੀ ਪਰਜਾ ਕੰਧ ਉੱਤੇ ਅਤੇ ਤੰਦੂਰਾਂ ਦੇ ਬੁਰਜ ਉੱਤੇ ਚੌੜੀ ਕੰਧ ਤੀਕ ਗਈ ਅਤੇ ਅਫਰਾਈਮੀ ਫਾਟਕ ਤੋਂ ਉਤਾਹਾਂ ਅਤੇ ਪੁਰਾਣੇ ਫਾਟਕ ਉੱਤੇ ਅਤੇ ਮੱਛੀ ਫਾਟਕ ਉੱਤੇ ਅਤੇ ਹਨੇਲ ਦੇ ਬੁਰਜ ਅਤੇ ਹਮਿਆ ਦੇ ਬੁਰਜ ਅਤੇ ਭੇਡ ਫਾਟਕ ਤੀਕ ਉਹ ਬੰਦੀਖਾਨੇ ਦੇ ਫਾਟਕ ਵਿੱਚ ਖੜੇ ਹੋ ਗਏ। ਸੋ ਇਹ ਦੋਵੇਂ ਟੋਲੀਆਂ ਪਰਮੇਸ਼ਰ ਦੇ ਭਵਨ ਵਿੱਚ ਧੰਨਵਾਦ ਲਈ ਖੜੀਆਂ ਹੋ ਗਈਆਂ। ਮੈਂ ਅਤੇ ਅੱਧੇ ਰਈਸ ਮੇਰੇ ਨਾਲ ਨਾਲੇ ਯਾਜਕ ਅਲਿਆਕੀਮ ਮਸ਼ਿਆ ਮਿਨਯਾਮੀਨ ਮਿਕਾਇਆ ਅਲਿਯੋਈ ਜ਼ਕਰਿਆ ਅਤੇ ਹਨਿਆ ਨਰਸਿੰਗਿਆ ਨਾਲ ਮਾਇਸਿਆ ਸ਼ਮਿਆ ਅਲਿਆਜ਼ਰ ਉಜ್ਜੀ ਯੋਹਾਨਾ ਮਲਕੀਆ ਏਲਾਮ ਅਰ ਆਜ਼ਰ ਸੋ ਰਵੀ ਯਜਰਿਆ ਜਿਹੜਾ ਉਹਨਾਂ ਦਾ ਓਵਰਸ਼ੀਅਰ ਸੀ ਉੱਚੀ ਆਵਾਜ਼ ਨਾਲ ਗਾਉਂਦੇ ਸਨ ਅਤੇ ਉਸ ਦਿਨ ਉਹਨਾਂ ਨੇ ਵੱਡੀਆਂ ਬਲੀਆਂ ਚੜਾਈਆਂ ਅਤੇ ਵੱਡੇ ਆਨੰਦ ਹੋਏ ਕਿਉਂਕਿ ਪਰਮੇਸ਼ਰ ਨੇ ਉਹਨਾਂ ਨੂੰ ਵੱਡੇ ਆਨੰਦ ਨਾਲ ਪ੍ਰਸੰਨ ਕੀਤਾ। ਨਾਲੇ ਬੱਚੇ ਅਤੇ ਤੀਵੀਆਂ ਵੀ ਆਨੰਦ ਹੋਈਆਂ ਅਤੇ ਪਰਮੇਸ਼ਰ ਦਾ ਇਹ ਆਨੰਦ ਦੂਰ ਤੀਕਰ ਸੁਣਿਆ ਗਿਆ। ਉਸ ਦਿਨ ਉਹਨਾਂ ਨੇ ਖਜ਼ਾਨਿਆਂ ਦੀਆਂ ਕੋਠੜੀਆਂ ਉੱਤੇ ਅਤੇ ਚੁੱਕਣ ਦੀਆਂ ਭੇਂਟਾਂ ਅਤੇ ਪਹਿਲੇ ਫਲਾਂ ਅਤੇ ਦਸਵੰਧਾਂ ਲਈ ਮਨੁੱਖ ਠਹਿਰਾਏ ਤਾਂ ਜੋ ਸ਼ਹਿਰਾਂ ਦੀਆਂ ਖੇਤਾਂ ਵਿੱਚ ਵਿਵਸਥਾ ਦੇ ਠਹਿਰਾਏ ਹੋਏ ਹਿੱਸਿਆਂ ਅਨੁਸਾਰ ਯਾਜਕਾਂ ਅਤੇ ਲੇਵੀਆਂ ਲਈ ਇਕੱਠਾ ਕਰਨ ਕਿਉਂ ਜੋ ਯਹੂਦਾ ਯਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਉੱਤੇ ਖੁਸ਼ ਸਨ। ਸੋ ਉਹਨਾਂ ਨੇ ਆਪਣੇ ਪਰਮੇਸ਼ਰ ਦੇ ਫਰਜ਼ ਦੀ ਅਤੇ ਸ਼ੁੱਧਤਾਈ ਦੇ ਫਰਜ਼ ਦੀ ਪਾਲਣਾ ਕੀਤੀ ਅਤੇ ਰਾਗੀਆਂ ਅਰ ਦਰਬਾਨਾਂ ਨੇ ਵੀ ਦਾਊਦ ਅਤੇ ਉਸਦੇ ਪੁੱਤਰ ਸੁਲੇਮਾਨ ਦੇ ਹੁਕਮ ਅਨੁਸਾਰ ਕੀਤੀ ਕਿਉਂਕਿ ਦਾਊਦ ਦੇ ਆਸਾਫ ਦੇ ਦਿਨਾਂ ਵਿੱਚ ਮੁੜ ਤੋਂ ਉਹਨਾਂ ਰਾਗੀਆਂ ਦੇ ਮੁਖੀ ਸਨ ਜਿਹੜੇ ਪਰਮੇਸ਼ਰ ਲਈ ਉਸਤਤ ਤੇ ਧੰਨਵਾਦ ਦੇ ਗੀਤ ਗਾਉਂਦੇ ਸਨ ਅਤੇ ਸਾਰਾ ਇਸਰਾਏਲ ਦੇ ਜ਼ਰੂਬਾਬਲ ਦੇ ਦਿਨਾਂ ਵਿੱਚ ਅਤੇ ਨehemiah ਦੇ ਦਿਨਾਂ ਵਿੱਚ ਰਾਗੀਆਂ ਤੇ ਦਰਬਾਨਾਂ ਦਾ ਹਿੱਸਾ ਲਿੱਤਾ। 25 ਦਿਨ ਤੇ ਉਹਨਾਂ ਨੇ ਲੇਵੀਆਂ ਲਈ ਚੀਜ਼ਾਂ ਪਵਿੱਤਰ ਕੀਤੀਆਂ ਤੇ ਲੇਵੀਆਂ ਨੇ ਹਾਰੂਨ ਦੀ ਵੰਸ਼ ਲਈ ਪਵਿੱਤਰ ਕੀਤੀਆਂ। ਅਧਿਆਇ 13 ਉਸ ਦਿਨ ਮੂਸਾ ਦੀ ਪੋਥੀ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ ਤੇ ਉਸ ਵਿੱਚ ਇਹ ਲਿਖਿਆ ਹੋਇਆ ਲੱਭਾ ਕਿ ਅਮੋਨੀ ਅਤੇ ਮੁਆਬੀ ਪਰਮੇਸ਼ਰ ਦੀ ਸਭਾ ਵਿੱਚ ਸਦਾ ਲਈ ਨਾ ਆਉਣ ਇਸ ਲਈ ਕਿ ਉਹ ਰੋਟੀ ਅਤੇ ਪਾਣੀ ਲੈ ਕੇ ਇਸਰਾਏਲੀਆਂ ਦੇ ਸਵਾਗਤ ਲਈ ਨਾ ਨਿਕਲੇ ਸਗੋਂ ਬਿਲਾਆਮ ਨੂੰ ਉਹਨਾਂ ਦੇ ਵਿਰੁੱਧ ਪਹਾੜੇ ਉੱਤੇ ਲਿਆ ਕਿ ਉਹ ਉਹਨਾਂ ਨੂੰ ਸ਼ਰਾਪ ਦੇਵੇ ਪਰ ਸਾਡੇ ਪਰਮੇਸ਼ਰ ਨੇ ਉਸ ਸ਼ਰਾਪ ਨੂੰ ਆਸ਼ੀਸ਼ ਵਿੱਚ ਬਦਲ ਦਿੱਤਾ। ਇਉਂ ਹੋਇਆ ਕਿ ਜਦੋਂ ਉਹਨਾਂ ਨੇ ਵਿਵਸਥਾ ਨੂੰ ਸੁਣਿਆ ਤਾਂ ਉਹਨਾਂ ਨੇ ਇਸਰਾਏਲ ਵਿੱਚੋਂ ਸਾਰੀ ਮਿਲੀ ਜੁਲੀ ਭੀੜ ਨੂੰ ਅੱਡ ਅੱਡ ਕਰ ਦਿੱਤਾ। ਇਸ ਤੋਂ ਪਹਿਲਾਂ ਅਲਿਆਸ਼ੀਬ ਯਾਜਕ ਨੇ ਜਿਹੜਾ ਟੋਬੀਆ ਦਾ ਨੇੜਦਾਰ ਸੀ ਅਤੇ ਸਾਡੇ ਪਰਮੇਸ਼ਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਮੁਕਰਰ ਸੀ ਉਹਦੇ ਲਈ ਇੱਕ ਵੱਡੀ ਕੋਠੜੀ ਬਣਾਈ ਜਿੱਥੇ ਅੱਗੇ ਨੂੰ ਉਹਨਾਂ ਦੇ ਮੈਦੇ ਦੀ ਭੇਂਟ ਅਰ ਲੁਬਾਨ ਅਰ ਭਾਂਡੇ ਅਰ ਅੰਨ ਅਰ ਨਵੀ ਮੈਂ ਅਤੇ ਤੇਲ ਦੇ ਦਸਵੰਧ ਜੋ ਹੁਕਮ ਦੇ ਅਨੁਸਾਰ ਲੇਵੀਆਂ ਅਰ ਰਾਗੀਆਂ
ਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ ਤੇ ਯਾਜਕਾਂ ਦੇ ਚੁੱਕਣ ਦੀਆਂ ਭੇਂਟਾਂ ਰੱਖੀਆਂ। ਇਸ ਸਾਰੇ ਦੇ ਹੁੰਦਿਆਂ ਮੈਂ ਯਰੂਸ਼ਲਮ ਵਿੱਚ ਨਹੀਂ ਸਾਂ, ਕਿਉਂਕਿ ਬਾਬੁਲ ਦੇ ਪਾਤਸ਼ਾਹ ਅਰਤਹਸ਼ਤਾ ਦੇ 32ਵੇਂ ਵਰ੍ਹੇ ਵਿੱਚ ਮੈਂ ਪਾਤਸ਼ਾਹ ਕੋਲ ਚਲਾ ਗਿਆ ਤੇ ਥੋੜ੍ਹਿਆਂ ਦਿਨਾਂ ਪਿੱਛੋਂ ਮੈਂ ਪਾਤਸ਼ਾਹ ਕੋਲੋਂ ਛੁੱਟੀ ਲਈ ਪੁੱਛਿਆ ਤਾਂ ਮੈਂ ਯਰੂਸ਼ਲਮ ਨੂੰ ਆਇਆ ਤੇ ਜਿਹੜੀ ਬੁਰਾਈ ਅਲੀਸ਼ਾ ਨੇ ਟੋਬੀਆ ਦੇ ਲਈ ਕੀਤੀ ਸੀ, ਸਮਝਿਆ ਕਿ ਉਸਨੇ ਪਰਮੇਸ਼ਰ ਦੇ ਭਵਨ ਦੇ ਵਿਹੜਿਆਂ ਵਿੱਚ ਉਹਦੇ ਲਈ ਇੱਕ ਕੋਠੜੀ ਬਣਾਈ ਤਾਂ ਇਹ ਮੈਨੂੰ ਬਹੁਤ ਬੁਰਾ ਲੱਗਾ। ਇਸ ਲਈ ਮੈਂ ਟੋਬੀਆ ਦਾ ਸਾਰਾ ਲੱਕਾ ਤੁੱਕਾ ਉਸ ਕੋਠੜੀ ਵਿੱਚ ਬਾਹਰ ਸੁੱਟਵਾ ਦਿੱਤਾ। ਫਿਰ ਮੇਰੇ ਆਖਣ ਨਾਲ ਉਹ ਕੋਠੜੀਆਂ ਸਾਫ਼ ਕੀਤੀਆਂ ਗਈਆਂ ਤੇ ਮੈਂ ਪਰਮੇਸ਼ਰ ਦੇ ਭਵਨ ਦੇ ਭਾਂਡੇ ਅਤੇ ਮੈਦੇ ਦੀ ਭੇਂਟ ਅਤੇ ਲੁਬਾਨ ਨੂੰ ਮੁੜ ਉੱਥੇ ਰੱਖਿਆ। ਫਿਰ ਮੈਨੂੰ ਪਤਾ ਲੱਗਾ ਕਿ ਲੇਵੀਆਂ ਦੇ ਹਿੱਸੇ ਉਹਨਾਂ ਨੂੰ ਨਹੀਂ ਦਿੱਤੇ ਗਏ ਅਤੇ ਇਸ ਲਈ ਕੰਮ ਕਰਨ ਵਾਲੇ ਲੇਵੀਆਂ ਅਤੇ ਰਾਗੀ ਆਪੋ ਆਪਣੇ ਖੇਤਾਂ ਨੂੰ ਨੱਠ ਗਏ ਸਨ। ਤਦ ਮੈਂ ਰਈਸਾਂ ਨਾਲ ਝਗੜ ਕੇ ਆਖਿਆ ਕਿ ਪਰਮੇਸ਼ਰ ਦਾ ਭਵਨ ਕਿਉਂ ਤਿਆਗਿਆ ਜਾਂਦਾ ਹੈ ਤੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਥਾਂ ਉੱਤੇ ਉਹਨਾਂ ਨੂੰ ਖੜੇ ਕੀਤਾ। ਤਦ ਸਾਰਾ ਯਹੂਦਾ ਅੰਨ ਦਾ ਅਰਨਵੀ ਮੈਂ ਅਤੇ ਤੇਲ ਦਾ ਦਸਵੰਧ ਖਜ਼ਾਨਿਆਂ ਵਿੱਚ ਲਿਆਏ ਅਤੇ ਮੈਂ ਸ਼ਲਮੀਆ ਯਾਜਕ ਅਤੇ ਸਾਦੋਕ ਲਿਖਾਰੀ ਅਤੇ ਲੇਵੀਆਂ ਵਿੱਚੋਂ ਪਦਾਇਆ ਨੂੰ ਖਜ਼ਾਨਿਆਂ ਉੱਤੇ ਖਜ਼ਾਨਚੀ ਬਣਾਇਆ ਤੇ ਇਹਨਾਂ ਦੇ ਹੇਠ ਮਤਨਿਆ ਦਾ ਪੋਤਾ ਜ਼ਕੂਰ ਦਾ ਪੁੱਤਰ ਹੰਨਾ ਸੀ, ਕਿਉਂਕਿ ਉਹ ਇਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਹਨਾਂ ਦਾ ਕੰਮ ਸੀ। ਇਹ ਮੇਰੇ ਪਰਮੇਸ਼ਰ, ਇਸ ਦੇ ਕਾਰਨ ਮੈਨੂੰ ਯਾਦ ਕਰ ਅਤੇ ਮੇਰੇ ਨੇਕ ਕੰਮਾਂ ਨੂੰ ਜਿਹੜੇ ਮੈਂ ਪਰਮੇਸ਼ਰ ਦੇ ਭਵਨ ਲਈ ਤੇ ਉਸ ਦੀਆਂ ਰੀਤੀਆਂ ਲਈ ਕੀਤੇ ਹਨ ਨਾ ਮੇਟ। ਉਨੀ ਦਿਨੀ ਮੈਂ ਯਹੂਦਾ ਵਿੱਚ ਵੇਖਿਆ ਕਈ ਜਿਹੜੇ ਸਬਤ ਦੇ ਦਿਨ ਅੰਗੂਰਾਂ ਦਾ ਚੁਬੱਚਿਆਂ ਵਿੱਚ ਪੀੜਦੇ ਸਨ ਅਤੇ ਭਰੀਆਂ ਨੂੰ ਖੋਤੀਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ। ਇਸੇ ਤਰ੍ਹਾਂ ਮੈਂ ਅੰਗੂਰ ਅਤੇ ਅੰਜੀਰ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਵਿੱਚ ਯਰੂਸ਼ਲਮ ਦੇ ਅੰਦਰ ਲਿਆਉਂਦੇ ਸਨ। ਅਤੇ ਜਿਸ ਦਿਨ ਉਹ ਖਾਣ ਦੀਆਂ ਚੀਜ਼ਾਂ ਵੇਚਣ ਲੱਗੇ ਤਾਂ ਮੈਂ ਗਵਾਹੀ ਲਈ ਉੱਥੇ ਜ਼ੂਰ ਦੇ ਲੋਕ ਵੀ ਵਸਦੇ ਸਨ, ਜਿਹੜੇ ਮੱਛੀ ਤੇ ਨਾਨਾ ਪ੍ਰਕਾਰ ਦਾ ਸੌਦਾ ਸਬਤ ਵਿੱਚ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ। ਤਦ ਮੈਂ ਯਹੂਦਾ ਦੇ ਸ਼ਰੀਫਾਂ ਨਾਲ ਝਗੜ ਕੇ ਉਹਨਾਂ ਨੂੰ ਆਖਿਆ, ਇਹ ਕੀ ਬੁਰਾਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਭ੍ਰਿਸ਼ਟ ਕਰੋ? ਕਿ ਤੁਹਾਡੇ ਪਿਓ ਦਾਦਿਆਂ ਨੇ ਐਵੇਂ ਨਹੀਂ ਕੀਤਾ ਅਤੇ ਸਾਡੇ ਪਰਮੇਸ਼ਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬੁਰਾਈ ਨਹੀਂ ਲਿਆਂਦੀ? ਤਦ ਵੀ ਤੁਸੀਂ ਸਬਤ ਦੇ ਦਿਨ ਨੂੰ ਭ੍ਰਿਸ਼ਟ ਕਰਕੇ ਇਸਰਾਏਲ ਉੱਤੇ ਕਹਿਰ ਨੂੰ ਬਹੁਤ ਕਰਦੇ ਹੋ। ਫਿਰ ਇਉਂ ਹੋਇਆ ਕਿ ਸਬਤ ਤੋਂ ਪਹਿਲਾਂ ਜਦ ਹਨੇਰਾ ਹੋਣ ਲੱਗਾ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਹਨਾਂ ਨੂੰ ਤਾਕੀਦ ਕੀਤੀ ਕਿ ਜਿੰਨਾ ਚਿਰ ਸਬਤ ਨਾ ਲੰਘ ਜਾਵੇ ਦਰਵਾਜ਼ੇ ਨਾ ਖੋਲ੍ਹੇ ਜਾਣ। ਤੇ ਮੈਂ ਆਪਣੇ ਜਵਾਨਾਂ ਵਿੱਚੋਂ ਕਈ ਫਾਟਕਾਂ ਉੱਤੇ ਖੜੇ ਕੀਤੇ ਕਿ ਸਬਤ ਦੇ ਦਿਨ ਕੋਈ ਭਾਰ ਅੰਦਰ ਨਾ ਆਵੇ। ਸੋ ਸੁਦਾਗਰ ਅਤੇ ਨਾਨਾ ਪ੍ਰਕਾਰ ਦਾ ਸੌਦਾ ਵੇਚਣ ਵਾਲੇ ਯਰੂਸ਼ਲਮ ਦੇ ਮੈਦਾਨ ਵਿੱਚ 1-2 ਵਾਰ ਟਿਕੇ। ਤਦ ਮੈਂ ਉਹਨਾਂ ਦੇ ਵਿਰੁੱਧ ਗਵਾਹੀਆਂ ਲਈਆਂ ਅਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਕੰਧ ਦੇ ਨੇੜੇ ਕਿਉਂ ਟਿਕਦੇ ਹੋ? ਜੇ ਤੁਸੀਂ ਫਿਰ ਏਦਾਂ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ। ਉਸ ਵੇਲੇ ਤੋਂ ਉਹ ਫਿਰ ਸਬਤ ਦੇ ਦਿਨ ਨਾ ਆਏ। ਮੈਂ ਲੇਵੀਆਂ ਨੂੰ ਇਹ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਸਬਤ ਦੇ ਦਿਨ ਦੀ ਪਵਿੱਤਰਤਾਈ ਲਈ ਫਾਟਕਾਂ ਦੀ ਰਾਖੀ ਲਈ ਆਓ। ਹੇ ਮੇਰੇ ਪਰਮੇਸ਼ਰ, ਮੈਨੂੰ ਇਸ ਲਈ ਵੀ ਚੇਤੇ ਕਰ ਅਤੇ ਆਪਣੀ ਬਹੁਤੀ ਦਇਆ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ। ਨਾਲੇ ਉਹਨਾਂ ਦਿਨਾਂ ਵਿੱਚ ਮੈਂ ਇਹ ਵੀ ਵੇਖਿਆ ਕਿ ਯਹੂਦੀਆਂ ਨੇ ਅਸ਼ਦੋਦੀ, ਅਮੋਨੀ ਅਤੇ ਮੁਆਬੀ ਤੀਵੀਆਂ ਨੂੰ ਵਸਾ ਲਿਆ ਸੀ। ਉਹਨਾਂ ਦੇ ਬੱਚੇ ਅੱਧੀ ਅਸ਼ਦੋਦੀ ਬੋਲਦੇ ਸਨ ਅਤੇ ਉਹ ਯਹੂਦੀ ਬੋਲੀ ਨਹੀਂ ਬੋਲ ਸਕਦੇ ਸਨ, ਪਰ ਦੂਜੇ ਲੋਕਾਂ ਦੀ ਬੋਲੀ। ਮੈਂ ਉਹਨਾਂ ਨਾਲ ਝਗੜਿਆ ਤੇ ਉਹਨਾਂ ਨੂੰ ਫਟਕਾਇਆ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਹਨਾਂ ਦੇ ਵਾਲ ਪੁੱਟੇ ਤੇ ਉਹਨਾਂ ਨੂੰ ਪਰਮੇਸ਼ਰ ਦੀ ਸਹੁੰ ਖਵਾਈ ਕਿ ਤੁਸੀਂ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਨੂੰ ਨਾ ਦੇਣੀਆਂ ਅਤੇ ਨਾ ਆਪਣੇ ਪੁੱਤਰਾਂ ਲਈ ਅਤੇ ਨਾ ਆਪਣੇ ਲਈ ਉਹਨਾਂ ਦੀਆਂ ਧੀਆਂ ਲੈਣੀਆਂ। ਕਿ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਉਹਨਾਂ
ਹੀ ਗੱਲਾਂ ਵਿੱਚ ਪਾਪ ਨਹੀਂ ਕੀਤਾ। ਭਾਵੇਂ ਬਹੁਤੀਆਂ ਕੌਮਾਂ ਵਿੱਚ ਉਹਦੇ ਵਰਗਾ ਕੋਈ ਪਾਤਸ਼ਾਹ ਨਹੀਂ ਸੀ ਜੋ ਆਪਣੇ ਪਰਮੇਸ਼ਰ ਦਾ ਪਿਆਰਾ ਸੀ, ਅਤੇ ਪਰਮੇਸ਼ਰ ਨੇ ਉਹਨੂੰ ਸਾਰੇ ਇਸਰਾਏਲ ਉੱਤੇ ਪਾਤਸ਼ਾਹੀ ਦਿੱਤੀ। ਤਾਂ ਵੀ ਓਪਰੀਆਂ ਤੀਵੀਆਂ ਨੇ ਉਸ ਕੋਲੋਂ ਪਾਪ ਕਰਵਾਇਆ ਕਿ ਅਸੀਂ ਤੁਹਾਡੀ ਸੁਣ ਕੇ ਐਡੀ ਵੱਡੀ ਬੁਰਾਈ ਕਰੀਏ ਕਿ ਓਪਰੀਆਂ ਤੀਵੀਆਂ ਨੂੰ ਵਸਾ ਕੇ ਆਪਣੇ ਪਰਮੇਸ਼ਰ ਦੇ ਵਿਰੁੱਧ ਬੇਈਮਾਨੀ ਕਰੀਏ। ਤੇ ਅਲਿਆਸ਼ੀਬ ਸਰਦਾਰ ਯਾਜਕ ਦੇ ਪੁੱਤਰ ਯੋਯਾਦਾ ਦੀ ਵੰਸ਼ ਵਿੱਚ ਹੋਰੋਨੀ ਸਨਬਲਟ ਦਾ ਜਵਾਈ ਸੀ। ਇਸ ਲਈ ਮੈਂ ਉਹਨੂੰ ਆਪਣੇ ਕੋਲ ਨਠਾ ਦਿੱਤਾ। ਮੇਰੇ ਪਰਮੇਸ਼ਰ ਉਹਨਾਂ ਨੂੰ ਚੇਤੇ ਕਰ ਕਿ ਉਹਨਾਂ ਨੇ ਜਾਜਕਾਈ ਨੂੰ ਅਤੇ ਜਾਜਕਾਈ ਅਤੇ ਲੇਵੀਆਂ ਦੇ ਨੇਮ ਨੂੰ ਭ੍ਰਿਸ਼ਟ ਕੀਤਾ ਹੈ, ਐਵੇਂ ਹੀ ਮੈਂ ਉਹਨਾਂ ਨੂੰ ਸਾਰੀਆਂ ਓਪਰੀਆਂ ਵਿੱਚੋਂ ਪਾਕ ਸਾਫ਼ ਕੀਤਾ ਤੇ ਯਾਜਕਾਂ ਤੇ ਲੇਵੀਆਂ ਲਈ ਹਰ ਇੱਕ ਉਸਦੇ ਕੰਮ ਦੇ ਅਨੁਸਾਰ ਜ਼ਿੰਮੇਵਾਰੀਆਂ ਠਹਿਰਾਈਆਂ। ਨਾਲੇ ਠਹਿਰਾਏ ਹੋਏ ਸਮਿਆਂ ਉੱਤੇ ਲੱਕੜੀ ਦੀਆਂ ਭੇਂਟਾਂ ਤੇ ਪਹਿਲੇ ਫਲਾਂ ਲਈ। ਹੇ ਮੇਰੇ ਪਰਮੇਸ਼ਰ, ਭਲਾਈ ਲਈ ਮੈਨੂੰ ਚੇਤੇ ਕਰ।